मतलब इन्हें लड़की ने ਤੁਹਾਨੂੰ ਤੁਸੀਂ ਇਹਨੂੰ ਜਵਾਬ ਦੇਣ ਦਾ ਕਾਰਨ ਕਿ ਲੜਕੀ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ, ਪੈਸੇ ਮੰਗਾ ਰਹੀ ਸੀ ਬਾਰ-ਬਾਰ, ਇਹੀ ਕਾਰਨ, ਹੋਰ ਕੋਈ ਕਾਰਨ ਨਹੀਂ ਹੈ? ਹਾਂਜੀ, ਸੁਸਾਈਡ ਦੀਆਂ ਧਮਕੀਆਂ ਦੇ ਰਹੀ ਸੀ ਜਿੱਦਾਂ 28 ਸੋ ਇਹਦਾ ਮਤਲਬ ਕਿ ਤੁਸੀਂ ਪਹਿਲਾਂ ਪਿਆਰ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਪੈਸੇ ਪਿਆਰ ਦੇ ਵਿੱਚ ਦਿੰਦੇ ਰਹੇ ਵਿਆਹ ਤੋਂ ਪਹਿਲਾਂ, ਤੇ ਬਾਅਦ ਵਿੱਚ ਤੁਹਾਡੀ ਕੋਈ ਐਸੀ ਪ੍ਰੋਬਲਮ ਆ ਗਈ, ਤੁਸੀਂ ਹੁਣ ਇਹਨਾਂ ਨੂੰ 12 ਲੱਖ ਨੂੰ ਐਗਰੀ ਕਰਦੇ ਹੋ ਦੇਣ ਨੂੰ। ਮੈਂ ਚੰਗੀ ਤਰ੍ਹਾਂ ਸੋਚਦਾ, ਅਸੀਂ ਤਾਂ ਬਹੁਤ ਟਾਈਮ ਤੋਂ ਉਹਨਾਂ ਦੀਆਂ ਮਿਹਨਤਾਂ ਕਰ ਰਹੇ ਹਾਂ। ਤੁਸੀਂ ਮਿਹਨਤਾਂ ਕਰਦੇ ਸੀ ਪਰ ਤੁਸੀਂ ਪਲੈਨਿੰਗ ਵੀ ਕਰ ਰਹੇ ਸੀਗੇ ਕਿ ਇੰਡੀਆ ਵਾਲੀ ਇੰਡੀਆ ਰਹੂਗੀ, ਇੱਥੇ ਵਾਲੀ ਇੱਥੇ ਰਹੂਗੀ। ਅਸੀਂ ਬਿਲਕੁਲ ਟੋਟਲੀ ਰਹੋ ਨਾ। ਇਹਦੇ ਸੱਕੇ ਵੱਡੇ ਭਰਾ ਨੇ 2 ਵਿਆਹ ਕਰਾਏ ਆ। ਓਕੇ, ਐਕਸਕਿਊਜ਼ ਮੀ ਪਲੀਜ਼, ਮਨਵੀਰ ਹੋਲਡ ਔਨ, ਮਨਵੀਰ ਹੋਲਡ ਔਨ, ਮਨਵੀਰ ਹੋਲਡ ਔਨ, ਮਨਵੀਰ ਹੋਲਡ ਔਨ। ਵੱਡੀ ਸਿਸਟਰ ਸ਼ਰਨਜੀਤ ਦਾ ਵੀ 2 ਵਾਰ ਵਿਆਹ ਹੋ ਚੁੱਕਿਆ, ਸੰਦੀਪ ਦਾ ਵੀ 2 ਵਾਰ ਹੋ ਚੁੱਕਿਆ। ਓਕੇ, ਐਕਸਕਿਊਜ਼ ਮੀ ਪਲੀਜ਼, ਮਨਵੀਰ ਰਿਫਿਊਜ਼ ਹੀ ਗਈ ਸੀ ਕੈਨੇਡਾ। ਸਟਾਪ ਇਟ ਪਲੀਜ਼, ਜਿਹਦੀ ਮਮ ਗਈ ਸੀ। ਸਟਾਪ ਇਟ। ਮਤਲਬ ਬਹੁਤ ਨਾਈਸ ਕੁੜੀ ਆ ਹਨਾ, ਵੀ ਸਾਡੀ ਵੱਡੀ ਭਰਜਾਈ ਨਾਲ ਗੱਲ ਨਾ ਕਰੀ, ਉਹਨੇ ਤੇਰਾ ਘਰ ਨਹੀਂ ਪਸੰਦ ਦੇਣਾ ਹਨਾ, ਤੇ ਮੈਨੂੰ ਬਹੁਤ ਦੀਆਂ ਗੱਲਾਂ ਕਰਦੀ ਸੀਗੀ, ਬਹੁਤ ਮੈਨੂੰ ਨਾਈਸਲੀ ਸੀਗੇ ਹਨਾ। ਮੇਰਾ ਸਵਾਲ ਇਹ ਹੈ ਤੁਹਾਨੂੰ ਕਿ ਇਹ ਜਦੋਂ ਕੈਨੇਡਾ ਤੋਂ ਆਏ ਆ ਆਲਰੇਡੀ ਇਹਨਾਂ ਨੂੰ ਪਤਾ ਸੀ ਕਿ ਤੁਹਾਨੂੰ ਵੀ ਅਸੀਂ ਸ਼ਾਦੀ ਸਾਡੀ ਇੰਨੀ ਤਰੀਕ ਨੂੰ ਹੋਣੀ ਆ? ਤੁਸੀਂ ਕਿਹਾ ਸੀ ਪ੍ਰਪੋਜ਼ਲ ਜਿਹੜੀ ਆ ਮਨਵੀਰ ਜੀ, ਤੁਸੀਂ ਕਿਹਾ ਸੀ ਪ੍ਰਪੋਜ਼ਲ ਜਿਹੜੀ ਆ ਇਹ ਮੈਨੂੰ ਫੋਨ ਕਰਦਾ ਰਿਹਾ ਆ ਤਾਂ ਮੇਰੇ ਕੋਲ ਫੋਨ ਨਹੀਂ ਸੁਣਦਾ, ਤੇ ਇਹ ਅੱਜ ਕਹਿੰਦੇ ਨੇ ਅਮਨਦੀਪ ਜੱਖੂ ਸਾਹਿਬ ਕਿ ਤੁਸੀਂ ਇਹਨਾਂ ਨੂੰ ਪ੍ਰਪੋਜ਼ ਕੀਤਾ, ਦੱਸੋ। ਤੁਸੀਂ ਜਾਣਦਾ ਇਹਨਾਂ ਦੇ ਨਾ ਜਿਹੜੀ ਬਾਈ ਦੀ ਭੈਣ ਨੇ ਆਪਣੇ ਸਕੇ ਚਾਚੇ ਨੂੰ ਵਿਆਹ ਕਰਾ ਕੇ ਇੱਥੇ ਬਾਹਰ ਕੱਢਿਆ ਜੀ। ਹਾਂਜੀ, ਬਾਈ ਦੀ ਜਿਹੜਾ ਅਮਨ ਹੈ ਦੀ ਭੈਣ ਨੇ ਆਪਣੇ ਸਕੇ ਚਾਚੇ ਨਾਲ ਵਿਆਹ ਕਰਾ ਕੇ ਉਹਨਾਂ ਨੂੰ ਵੀ ਬੁਲਾ ਲਿਆ ਕੈਨੇਡਾ। ਆਈ ਹੈਵ ਨੋ ਐਨੀ ਮਦਦ ਕੀਤੀ ਆ। ਇਹ ਟੈਲੀਕਾਸਟ ਬ੍ਰੌਡਕਾਸਟ ਹੋਵੇ ਟੈਕਨੋਲੋਜੀ ਤੇ ਤੁਸੀਂ ਸਾਨੂੰ ਜੈਸ ਕਰ ਰਹੇ ਹੋ ਜਾਂ ਨੋ? ਜੈਸ, ਯੈਸ ਜੀ, ਥੈਂਕ ਯੂ ਸੋ ਮਚ। ਅਮਨਦੀਪ ਜੱਖੂ ਸਾਹਿਬ ਲਾਈਨ 'ਚ ਨੇ, ਔਰ ਅਮਨਦੀਪ ਜੀ ਤੁਹਾਡਾ ਪਿੰਡ ਜਿਹੜਾ ਨਗੱਜਾ ਆ? ਹਾਂਜੀ। ਅੱਛਾ, ਤੁਸੀਂ ਪੰਜਾਬ ਦੇ ਜੰਮਪਲ ਹੋ? ਹਾਂਜੀ। ਤੁਹਾਡੇ ਸਹੁਰਾ ਪਿੰਡ ਕਿਹੜਾ ਜਿੱਥੇ ਤੁਹਾਡੀ ਸ਼ਾਦੀ ਹੋਈ ਸੀ? ਮੰਨਣ ਜੀ, ਮੰਨਣ। ਮੰਨਣ ਵਾਲਾ ਜਾਂ ਮੰਨਣ ਆ? ਮੰਨਣ ਹੈ ਜੀ ਪਿੰਡ ਦਾ। ਮੰਨਣ ਹੈ ਤੁਹਾਡੇ ਪਿੰਡ ਦੇ ਬਿਲਕੁਲ ਲਾਗੇ? ਹਾਂਜੀ, ਤੁਹਾਡੇ ਪਿੰਡ ਦੇ ਬਿਲਕੁਲ ਲਾਗੇ। ਹਾਂਜੀ ਹਾਂਜੀ ਹਾਂਜੀ, ਆਈ ਸੀ। ਸੋ 2017 ਵਿੱਚ ਸ਼ਾਦੀ ਤੁਹਾਡੀ ਅਰੇਂਜ ਮੈਰਿਜ ਹੋਈ ਜਾਂ ਲਵ ਮੈਰਿਜ ਹੋਈ ਸੀ? ਲਵ ਮੈਰਿਜ ਹੋਈ ਸੀ। ਲਵ ਮੈਰਿਜ ਹੋਈ ਸੀ। ਔਰ ਫਿਰ ਤੁਸੀਂ 17 ਵਿੱਚ ਸ਼ਾਦੀ ਕਰਨ ਤੋਂ ਬਾਅਦ ਤੁਹਾਡੀ ਵਾਈਫ ਦਾ ਨਾਮ ਮਨਵੀਰ, ਆਮ ਰਾਈਟ? ਹਾਂਜੀ, ਮਨਵੀਰ ਕੌਰ। ਤੁਹਾਡੇ ਸਹੁਰਾ ਸਾਹਿਬ ਦਾ ਨਾਮ ਕੀ ਹੈ? ਉਹਨਾਂ ਦਾ ਜੀ ਅਮਰਪਾਲ ਸਿੰਘ। ਅਮਰਪਾਲ ਸਿੰਘ। ਅਮਨ ਤੁਹਾਡਾ ਪੂਰਾ ਨਾਮ ਲੈਟ ਮੀ ਰਾਈਟ ਡਾਊਨ। ਅਮਨਦੀਪ ਹੈ, ਕੀ ਨਾਮ ਤੁਹਾਡਾ? ਹਾਂਜੀ, ਅਮਨਦੀਪ ਸਿੰਘ ਜੱਖੂ ਜੀ। ਅਮਨਦੀਪ ਸਿੰਘ ਜੱਖੂ ਸਾਹਿਬ। ਅਮਨਦੀਪ ਜੀ, ਆਪ ਜੀ ਕੱਲ ਜਿਹੜੀ ਸਟੋਰੀ ਨੂੰ ਫॉर ਸ਼ੋਰ ਤੁਸੀਂ ਦੇਖਿਆ ਹੋਵੇਗਾ, ਸੁਣਿਆ ਹੋਵੇਗਾ। ਹਾਂਜੀ, ਆਈ ਸੀ। ਤੁਹਾਡੀ ਵਾਈਫ ਨੇ ਦੋਸ਼ ਲਾਏ ਨੇ ਕਿ ਤੁਸੀਂ 2017 ਵਿੱਚ ਸ਼ਾਦੀ ਕਰਾ ਕੇ ਤੇ ਉਹਨਾਂ ਨੂੰ ਸਪਾਂਸਰ ਨਹੀਂ ਕੀਤਾ, ਤੇ 2018 ਵਿੱਚ ਕੋਈ ਇੱਕ ਹੋਰ ਸ਼ਾਦੀ ਤੁਹਾਨੂੰ ਕਿਹੜੇ ਕਾਰਨ ਸੀ ਤੁਹਾਨੂੰ ਕਰਾਉਣੀ ਪੈ ਗਈ? ਹਾਂਜੀ, ਉਹ ਜੀ ਏਦਾਂ ਹੋਇਆ ਕਿ ਪਹਿਲਾਂ ਤਾਂ ਇਹਨਾਂ ਨੇ ਲਾਈਕ ਮੈਂ ਤੁਹਾਨੂੰ ਦਿਖਾਇਆ ਜਿੱਦਾਂ ਇਹਨਾਂ ਨੇ ਇਲਜ਼ਾਮ ਲਾਇਆ ਕਿ ਮੇਰੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਨੇ ਆਪਣੀ ਪੱਗ ਜਿਹੜੀ ਆ ਇਹਨਾਂ ਦੇ ਕਦਮਾਂ ਦੇ ਵਿੱਚ ਰੱਖੀ ਹੈ ਨਾ ਜੀ। ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ। ਮੈਂ ਤੁਹਾਨੂੰ ਵੀਡੀਓ ਭੇਜ ਦਿੱਤੀ ਹੈ ਜਦੋਂ ਇਹ ਸਾਡੇ ਘਰੇ ਪਹਿਲਾਂ ਵਿਆਹ ਤੋਂ ਆ ਗਈ, ਤੇ ਇਹ ਕਹਿੰਦੇ ਆ ਵੀ ਮੇਰੇ ਘਰਦਿਆਂ ਨੇ ਮੈਨੂੰ ਮਾਰ ਦੇਣਾ, ਵੀ ਤੁਹਾਡੇ ਨਾਲ ਹੀ ਮੇਰਾ ਵਿਆਹ ਹੋਣਾ ਚਾਹੀਦਾ, ਮੈਂ ਤੁਹਾਡੇ ਨਾਲ ਹੀ ਕਰਾਉਣਾ। ਏਦਾਂ ਅਸੀਂ ਇਹਨਾਂ ਨੂੰ ਜੀ ਵਿਆਹ ਅਸੀਂ ਕਰਨਾ ਨਹੀਂ ਚਾਹੁੰਦੇ ਸੀਗੇ, ਸਾਡਾ ਟੱਬਰ ਕੋਈ ਵੀ ਤਿਆਰ ਨਹੀਂ ਸੀਗਾ, ਪਰ ਇਹਨਾਂ ਨੇ ਸਾਨੂੰ ਏਦਾਂ ਧੱਕੇ ਨਾਲ ਕਿਹਾ ਕਿ ਵੀ ਮੈਂ ਆਪਣੇ ਇੱਥੇ ਸੁਸਾਈਡ ਕਰ ਲੂੰ ਜਾਂ ਮੈਂ ਪੁਲਿਸ ਕੋ ਫੜਾ ਦੂੰ ਤੁਹਾਨੂੰ। ਸਾਡੀ ਫੈਮਿਲੀ ਇੱਧਰ ਦੇਰ ਦੀ ਆਈ ਹੋਈ ਸੀ, ਤੇ ਜਦੋਂ ਉੱਥੇ ਗਿਆ ਸਾਨੂੰ ਥੋੜਾ ਡਰ ਪੈ ਗਿਆ, ਤੇ ਅਸੀਂ ਤੁਹਾਨੂੰ ਸ਼ਰੇਆਮ ਉਹ ਵੀਡੀਓ ਭੇਜੀ ਆ ਜਿਹੜਾ ਇਹ ਕਹਿ ਰਹੀ ਵੀ ਮੇਰੇ ਡੈਡੀ ਨੇ ਪੱਗ ਰੱਖੀ, ਮੇਰੇ ਡੈਡੀ ਉੱਥੇ ਕਹਿ ਰਹੇ ਆ ਕਿ ਅਸੀਂ ਵਿਆਹ ਨਹੀਂ ਕਰਨਾ ਮੁੰਡੇ ਦਾ, ਅਸੀਂ ਏਦਾਂ ਹੀ ਚੱਲ ਜਾਣਾ। ਪਰ ਇਹ ਕਹਿ ਰਹੀ ਆ ਨਹੀਂ ਮੈਂ ਮਰ ਜੂ, ਮੇਰੇ ਘਰ ਦੇ ਮੈਨੂੰ ਮਾਰ ਦੇਣਗੇ, ਇਹ ਉਹ ਗੱਲਾਂ ਕਹਿ ਰਹੀ ਆ ਜੀ। ਤੁਸੀਂ ਪਹਿਲਾਂ ਸ਼ਾਦੀ ਤੋਂ ਪਹਿਲਾਂ ਇਸ ਲੜਕੀ ਦੇ ਨਾਲ ਸਕੂਲ ਵਿੱਚ ਪੜ੍ਹਦੇ ਰਹੇ ਹੋ 6ਵੀਂ 7ਵੀਂ ਕਲਾਸ ਤੱਕ? ਹਾਂਜੀ, ਪੜ੍ਹਦਾ ਰਿਹਾ ਜੀ, ਪਰ ਉਦੋਂ ਕੋਈ ਗੱਲਬਾਤ ਨਹੀਂ ਸੀ। ਜਿੱਦਾਂ ਇਹ ਕਹਿ ਰਹੀ ਆ ਵੀ 7ਵੀਂ ਤੋਂ ਗੱਲ ਸ਼ੁਰੂ ਹੋ ਗਈ, ਏਦਾਂ ਇਹਨਾਂ ਤਾਂ ਮੈਂ ਨਿਆਣਾ ਸੀਗਾ ਜੀ ਬਹੁਤ ਜ਼ਿਆਦਾ, ਏਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਸੀ ਉਦੋਂ। ਤੁਹਾਡੀ 10-12 ਸਾਲ ਦੀ ਉਮਰ ਵਿੱਚ ਮੇਰੇ ਖਿਆਲ ਬੱਚੇ ਪਿਆਰ ਬਾਰੇ ਤਾਂ ਕਿੱਥੇ ਜਾਣਦੇ? 10 ਜੀ, ਉਦੋਂ ਦਾ ਸੋਚਣਾ ਸ਼ੁਰੂ ਕਰਦੇ, ਬੰਦਾ ਸੋਚਣਾ ਵੀ ਨਹੀਂ ਸ਼ੁਰੂ ਕਰਦਾ ਇੰਨੀ ਛੇਤੀ। ਮੈਨੂੰ ਨਹੀਂ ਪਤਾ ਇਹ ਏਦਾਂ, ਮਤਲਬ ਨਾਲ ਇੱਕ ਗੱਲ ਹੋਰ ਵੀ ਹੈ ਆਪਣੇ ਅਮਨ, ਮੈਨੂੰ ਪਤਾ ਲੱਗਿਆ ਕਿ ਤੁਹਾਡੇ ਫਾਦਰ ਸਾਹਿਬ ਤੇ ਦਸਤਾਰ ਉਦੋਂ ਸਜਾਉਂਦੇ ਵੀ ਨਹੀਂ ਸੀ, ਤੇ ਪੱਗ ਨਹੀਂ ਜੀ, ਬਿਲਕੁਲ ਨਹੀਂ। ਮੇਰੇ ਫਾਦਰ ਸਾਹਿਬ ਕੋਈ ਦਸਤਾਰ ਨਹੀਂ ਉਦੋਂ ਬੰਨ੍ਹਦੇ ਸੀ ਜੀ। ਮੇਰੇ ਵਿਆਹ ਤੋਂ ਆਪਣੇ ਕਾਫੀ ਟਾਈਮ ਬਾਅਦ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਦਸਤਾਰ ਬੰਨਣੀ ਸ਼ੁਰੂ ਕਰੋ, ਫਿਰ ਉਹਨਾਂ ਨੇ ਦਾੜੀ ਰੱਖਣੀ ਸ਼ੁਰੂ ਕੀਤੀ, ਫਿਰ ਉਹਨਾਂ ਨੇ ਦਸਤਾਰ ਬੰਨਣੀ ਸ਼ੁਰੂ ਕੀਤੀ ਹੈ। ਆਈ ਸੀ। ਸੋ ਤੁਸੀਂ ਇਸ ਲੜਕੀ ਦੇ ਨਾਲ ਆਪਣੀ ਕਜ਼ਨ ਸਿਸਟਰ ਨੂੰ ਕਿਹਾ ਕਿ ਮੇਰੀ ਗੱਲ ਕਰਾਓ ਕੈਨੇਡਾ ਵਿੱਚੋਂ, ਔਰ ਪਹਿਲਾਂ ਫੋਨ ਨਹੀਂ ਸੁਣਦਾ ਕਿ ਮੈਂ ਤੈਨੂੰ ਲਾਈਕ ਕਰਦਾ, ਮੈਂ ਤੁਹਾਡਾ ਆਪਸ ਵਿੱਚ ਹੀ ਅਕੋਰਡਿੰਗ ਟੂ ਯੂ ਲਵ ਮੈਰਿਜ ਹੋਈ ਹੈ। ਇਹਦਾ ਮਤਲਬ ਤੁਸੀਂ ਇੱਕ ਦੂਜੇ ਨੂੰ ਪਹਿਲਾਂ ਗੱਲਾਂ ਬਾਤਾਂ ਵਿਆਹ ਤੋਂ ਕਰਦੇ ਰਹੇ ਆ ਇੱਕ ਦੂਜੇ ਨਾਲ?
ਇਹ ਬਿਲਕੁਲ ਜੀ ਮਤਲਬ ਇਹ ਹਰ ਵੇਲੇ ਮੈਨੂੰ ਕੰਟਰੈਕਟ ਕਰਦੀ ਸੀ। ਇਹਨਾਂ ਨੂੰ ਪਤਾ ਸੀਗਾ ਵੀ ਇਹ ਬਾਹਰੇ ਗਿਆ ਹੋਇਆ ਮੁੰਡਾ, ਜਾਂ ਇਹ ਜਦੋਂ ਕਿਤੇ ਮੈਂ ਇੱਕ ਅੱਧੀ ਵਾਰ ਗਿਆ 2011 ਦੇ ਵਿੱਚ ਜਾਂ 15 ਦੇ ਵਿੱਚ, ਇਹ ਮੇਰੇ ਪਹਿਲਾਂ ਤੋਂ ਪਿੱਛੇ ਪਈ ਹੋਈ ਸੀਗੀ ਜੀ। ਮੈਂ ਇਹਦੀ ਜਿਹੜੀ ਸਿਸਟਰ ਹੈ ਜੀ, ਉਹਨੇ ਵੀ ਫੇਸਬੁੱਕ ਤੇ ਮੁੰਡਾ ਲੱਭ ਕੇ ਇਟਲੀ ਵਿਆਹ ਕਰਾਇਆ ਹੋਇਆ, ਤਾਂ ਇਹਦਾ ਵੀ ਟਾਰਗੇਟ ਬਾਹਰ ਕੈਨੇਡਾ ਆਉਣ ਦਾ ਹੀ ਸੀਗਾ। ਤੁਸੀਂ ਆਪ ਦੇਖ ਲਓ, ਮੈਂ ਤੁਹਾਨੂੰ ਰਸੀਦਾਂ ਭੇਜ ਦਿੱਤੀਆਂ। 13 ਤੋਂ ਆਪਣੇ 12-14 ਲੱਖ ਦੀਆਂ ਉਹ ਰਸੀਦਾਂ ਜਿਹੜੀਆਂ ਵਿਆਹ ਦੇ ਉੱਤੇ, ਸਾਰਾ ਪੈਲਸ ਤੱਕ ਵੀ ਅਸੀਂ ਖਰਚਾ ਲਾਇਆ, ਇਧਰੋਂ ਹਾਰ ਵੀ ਪਾਇਆ, ਸਾਰਾ ਖਰਚਾ ਜਿਹੜਾ ਆਉਣ ਜਾਣ ਦਾ ਵੀ ਅਸੀਂ ਆਪਣਾ ਆਪ ਕੀਤਾ। ਕੋਈ ਇਹਨਾਂ ਦਾ 15 ਲੱਖ ਨਹੀਂ ਲੱਗਾ। ਜੇ ਇਹਨਾਂ ਦਾ 15 ਲੱਖ ਲੱਗਾ ਹੋਇਆ ਤੇ ਮੈਂ ਇਹਨਾਂ ਨੂੰ, ਮੈਨੂੰ 7 ਲੱਖ ਦੀਆਂ ਰਸੀਦਾਂ ਦਿਖਾ ਦੇਣ, 5 ਲੱਖ ਦੀਆਂ ਮੈਂ 15 ਦਾ 20 ਲੱਖ ਦਊਂ ਜੀ। ਅੱਜ ਤੁਸੀਂ ਦੇਣ ਤਿਆਰ ਹੋ? ਮਤਲਬ ਜਿਹੜੇ ਪ੍ਰਪੋਜ਼ਲ ਜਿਹੜੇ ਤੁਹਾਡੇ ਵੱਲੋਂ ਹੋਈ ਸੀ, ਜਾਂ ਫਿਰ ਇਸ ਕੁੜੀ ਵੱਲੋਂ ਤੁਸੀਂ ਕਹਿੰਦੇ ਕਿ ਇਹ ਕੁੜੀ ਤੁਹਾਡੇ ਮਗਰ ਪੈ ਗਈ ਕਿ ਮੇਰੇ ਨਾਲ ਵਿਆਹ ਕਰ? ਕੁੜੀ ਵੱਲੋਂ ਹੋਈ ਸੀ। ਕੁੜੀ ਵੱਲੋਂ? ਕੁੜੀ ਕਹਿ ਰਹੀ ਹੈ ਕਿ ਤੁਸੀਂ ਇਹਨੂੰ ਫੋਨ ਕਰਦੇ ਸੀਗੇ ਕਿ ਮੇਰੇ ਨਾਲ ਗੱਲ ਕਰਨਾ ਚਾਹੁੰਦੇ? ਪ੍ਰੂਵ ਕਰ ਦੇਵੇ ਜੀ, ਜਦੋਂ ਕਿਤੇ ਮੈਂ ਫੋਨ ਕਰਦਾ ਸੀ ਇਹਨੂੰ, ਜਾਂ ਇਹ ਮੈਂ ਕਿਸੇ ਨੂੰ ਪ੍ਰਪੋਜ਼ ਕੀਤਾ ਹੋਵੇ। ਇਹ ਜੀ ਸ਼ਰੇਆਮ ਮੇਰੇ ਪਿੱਛੇ ਪਈ ਸੀ। ਇਹ ਘਰਦਿਆਂ ਤੋਂ ਡਰਦੀ ਹੁਣ ਕਹਿੰਦੀ ਨਹੀਂ ਹੈਗੀ ਜਿਹੜੀ ਗੱਲ ਸੱਚ ਆ। ਇਹ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ, ਮੈਂ ਤੇਰੇ ਤੋਂ ਬਿਨਾਂ ਮਰ ਜਾਊਂਗੀ। ਤੁਹਾਡੇ ਕੋਲ ਸ਼ਰੇਆਮ ਉਹ ਰਿਕਾਰਡਿੰਗ ਵੀ ਹੈਗੀ ਆ, ਤੇ ਪਲੱਸ ਦੇਖ ਲਓ ਤੁਸੀਂ ਵੀ ਅਸੀਂ ਸਾਰਾ ਖਰਚਾ ਵੀ ਕੀਤਾ ਹੋਇਆ। ਇਹਨਾਂ ਦਾ ਸਿਰਫ 2-3 ਮਾਲਿਆਂ ਦੇ ਵਿੱਚ ਘਰ ਆ, ਤੇ ਉਹ ਇਹਨਾਂ ਦਾ ਜਿਹੜਾ ਘਰ ਆ ਉਹ ਸਿਰਫ 5 ਜਾਂ 6 ਲੱਖ ਦਾ ਵੱਧ ਤੋਂ ਵੱਧ ਹੋਊਗਾ। ਤੇ ਮੈਨੂੰ ਦੱਸੋ 15 ਲੱਖ ਇਹ ਕਿਹੜੇ ਹਿਸਾਬ ਨਾਲ ਸਾਡੇ ਤੇ ਲਾ ਸਕਦੇ ਆ? ਕਿਹੜਾ ਏਦਾਂ ਦਾ ਮਾਂ ਪਿਓ ਜਿਹੜੇ ਕੋਲ 5-6 ਲੱਖ ਦਾ ਘਰ ਆ ਤੇ 15 ਲੱਖ ਰੁਪਈਆ ਆਪਣੀ ਕੁੜੀ ਦੇ ਵਿਆਹ ਤੇ ਲਾ ਦੂਗਾ? ਅੱਛਾ ਅਮਨਦੀਪ ਜੱਖੂ ਸਾਹਿਬ, ਤੁਸੀਂ 2017 ਵਿੱਚ ਸ਼ਾਦੀ ਕਰਾ ਕੇ, ਮੇਰੇ ਕੋਲ ਫਰਵਰੀ ਦੇ ਲਗਭਗ ਤੁਹਾਡੀ ਸ਼ਾਦੀ ਹੋਈ ਆ, ਤੇ ਤੁਸੀਂ ਫਿਰ 2018 ਵਿੱਚ ਦੂਜੀ ਸ਼ਾਦੀ ਜਿਹੜੀ ਆ ਉਹ ਇੰਨੀ ਜਲਦੀ ਕਾਹਤੋਂ ਕਰਾ ਲਈ? ਇਹਨੂੰ ਫਿਰ ਸਪਾਂਸਰ ਕਿਉਂ ਨਹੀਂ ਕੀਤਾ? ਮੈਂ ਜਵਾਬ ਦੇ ਰਿਹਾ ਸੀ ਜੀ ਇਹਨਾਂ ਨੂੰ ਪਹਿਲਾਂ ਹੀ, ਤੇ ਇਹਨਾਂ ਨੂੰ ਮੈਂ ਪਹਿਲਾਂ ਹੀ ਕਿਹਾ ਹੋਇਆ ਸੀਗਾ ਕਿ ਮੈਂ ਨਹੀਂ ਰਹਿਣਾ, ਮੈਂ ਤੁਹਾਨੂੰ ਕੈਨੇਡਾ ਸਾਥ ਦਿੰਦਾ। ਪਰ ਦਿਨੋਂ ਦਿਨੀ ਇਹਨਾਂ ਦਾ ਲਾਲਚ ਵਧੀ ਗਿਆ। ਮੈਂ ਪਹਿਲਾਂ ਸੋਚਿਆ ਸੀਗਾ ਵੀ ਮੈਂ ਇਹਨਾਂ ਨੂੰ ਡਿਵੋਰਸ ਕਰਦਾ, ਫਿਰ ਮੈਂ ਸੋਚਿਆ ਵੀ ਇਹਨੂੰ ਕੁੜੀ ਨੂੰ, ਚਲੋ ਇਹ ਗਰੀਬ ਘਰੋਂ ਆ, ਇਹਨਾਂ ਨੂੰ ਸੱਦ ਦਿੰਦੇ ਆ, ਹਨਾ ਜੀ। ਮੈਂ ਇਸ ਕਰਕੇ ਆਪਣਾ ਡਿਵੋਰਸ ਵੀ ਲੈਣ ਨੂੰ ਲੇਟ ਹੋ ਗਿਆ। ਤੇ ਇਹਨਾਂ ਨੇ ਜਦੋਂ ਇੱਧਰ ਮੈਂ ਇਹਨਾਂ ਨੂੰ ਦੱਸ ਚੁੱਕਾ ਸੀ ਸਾਰੀ ਗੱਲਬਾਤ, ਜਦੋਂ ਇਹਨਾਂ ਦੀ ਗੱਲ ਇਹ ਸਾਰੀ ਪਤਾ ਲੱਗ ਗਈ, ਇਹਨਾਂ ਨੂੰ ਹੋ ਗਈ, ਫਿਰ ਇਹਨਾਂ ਨੇ ਮੁੱਦਾ ਚੱਕ ਲਿਆ। ਮੈਂ ਪਿੰਡ ਦੇ ਬੰਦਿਆਂ ਨੂੰ ਵੀ ਸਾਰਿਆਂ ਨੂੰ ਭੇਜ ਥੱਕ ਗਿਆ ਜੀ, ਸਭ ਕੁਝ ਕਰ ਥੱਕ ਗਏ ਅਸੀਂ। ਇਹ ਮੰਨੇ ਨਹੀਂ। ਜਦ ਕੱਲ ਇਹ ਕਹਿੰਦੀ ਸਾਡਾ 15 ਲੱਖ ਲੱਗਾ, ਤੁਸੀਂ ਦੇਖ ਲਓ, ਮੈਂ ਤੁਹਾਨੂੰ ਰਿਕਾਰਡਿੰਗ ਭੇਜੀ ਆ। ਇਹਦਾ ਡੈਡੀ ਸ਼ਰੇਆਮ ਕਹਿ ਰਿਹਾ ਅਸੀਂ 50 ਲੱਖ ਤੋਂ ਕਰੋੜ ਤੋਂ ਘਟਣਾ ਨਹੀਂ ਹੈਗਾ। ਕਰੋੜ ਰੁਪਈਆ ਲੈਣਾ ਤੁਹਾਡੇ? ਜਦੋਂ ਮੈਂ ਰਿਕਾਰਡਿੰਗ ਕੀਤੀ ਆ ਉਦੋਂ 50 ਲੱਖ ਕਹਿ ਰਿਹਾ ਜੀ। ਇਸ ਰਿਕਾਰਡਿੰਗ ਤੁਹਾਡੇ ਤੁਸੀਂ ਸਾਨੂੰ ਭੇਜੀ ਹੈ? ਹਾਂਜੀ ਹਾਂਜੀ, ਤੁਹਾਨੂੰ ਭੇਜੀ ਹੋਈ ਹੈ ਜੀ ਮੈਂ। ਓਕੇ, ਆਈ ਵਿਲ ਚੈੱਕ ਦੈਟ ਐਂਡ ਵਿਲ ਪ੍ਰੋਸੀਡ ਦੈਟ। ਅੱਛਾ, ਮੈਨੂੰ ਦੱਸੋ ਕਿ ਤੁਸੀਂ ਫਿਰ ਸਾਲ ਦੇ ਵਿੱਚ ਸ਼ਾਦੀ ਕਰ ਲਈ ਬਿਨਾਂ ਡਿਵੋਰਸ ਤੋਂ, ਤੁਹਾਡੀ ਸ਼ਾਦੀ ਹੋ ਗਈ, ਮੰਨਦੇ ਹੋ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ? ਮੈਂ ਜੀ ਡਿਵੋਰਸ ਦਾ ਨੋਟੀਫਿਕੇਸ਼ਨ ਭੇਜ ਕੇ ਫੇਰ ਕੀਤੀ ਆ, ਤੇ ਪਲੱਸ ਮੈਂ ਸਿਰਫ ਇਸ ਕਰਕੇ ਲੇਟ ਕੀਤੀ ਸੀ ਕਿ ਮੈਂ ਇਸ ਕਰਕੇ ਡਿਵੋਰਸ ਲੇਟ ਕੀਤਾ ਕਿਉਂਕਿ ਮੈਂ ਚਾਹੁੰਦਾ ਨਹੀਂ ਸੀਗਾ। ਮੈਂ ਚਾਹੁੰਦਾ ਸੀ ਵੀ ਇਹ ਇੱਥੇ ਆ ਜਾਵੇ, ਚਲੋ ਗਰੀਬ ਘਰ ਤੋਂ ਆਈ ਹੈ, ਇਹਦਾ ਭਲਾ ਹੋ ਜਾਵੇ। ਪਰ ਇਹਨਾਂ ਨੇ ਆਪਣਾ ਲਾਲਚ ਜਿਹੜਾ ਉਹ ਖਤਮ ਨਹੀਂ ਕੀਤਾ। ਮੈਨੂੰ ਲੱਗਦਾ ਇੱਥੇ ਆ ਕੇ ਵੀ ਮੈਨੂੰ ਪ੍ਰੋਬਲਮ ਕ੍ਰੀਏਟ ਕਰੂਗੀ। ਦੇਖੋ ਉੱਥੋਂ ਇੰਨਾ ਕੁਝ ਕਰ ਸਕਦੇ, ਫਿਰ ਮੈਨੂੰ ਇਹ ਲੱਗਾ ਕਿ ਇੱਥੇ ਆ ਕੇ ਜ਼ਿਆਦਾ ਕੰਮ ਖਰਾਬ ਕਰੂਗੀ। ਇਸ ਕਰਕੇ ਮੈਂ ਇਹਨਾਂ ਨੂੰ ਨੋਟਿਸ ਦੁਬਾਰਾ ਭੇਜ ਦਿੱਤਾ। ਮੈਂ ਬਹੁਤ ਜ਼ੋਰ ਲਾਇਆ ਕਿ ਇਹਨਾਂ ਦਾ ਜਿੰਨਾ ਪੈਸਾ ਬਣਦਾ ਮੈਂ ਵੱਧ ਵੀ ਦੇ ਦੇਵਾਂ, ਪਰ ਇਹਨਾਂ ਨੇ ਸਾਡੀ ਉੱਥੇ ਵੀ ਸਾਰੇ ਪੁਲਿਸ ਥਾਣਿਆਂ 'ਚ NRI ਸਾਰੇ ਪਾਸੇ ਰਿਪੋਰਟ ਕੀਤੀ ਆ ਵੀ ਸਾਡਾ ਕੁਝ ਨਹੀਂ। ਜਿੱਦਾਂ ਉੱਥੇ ਵੀ ਉਹਨਾਂ ਨੇ ਸਾਰਾ ਕੁਝ ਸਾਡੇ ਹੱਕ 'ਚ ਕਿਹਾ ਵੀ ਇਹਨਾਂ ਨੇ ਕੁਝ ਨਹੀਂ ਗਲਤ ਕੀਤਾ ਹੋਇਆ। ਪਰ ਤੁਹਾਡੇ ਤੇ ਚਾਰजेस ਜਿਹੜੇ ਲੀਡ ਹੋ ਚੁੱਕੇ ਨੇ, ਜਿਹੜੇ ਕਿ ਸਾਡੇ ਕੋਲ ਕਾਪੀ FRA ਦੀ ਪਹੁੰਚ ਚੁੱਕੀ ਹੈ। ਹਾਂਜੀ, ਆਈ ਸੀ। ਮੈਂ ਇਹ ਜਾਣਨਾ ਚਾਹੁੰਦਾ ਆਪਣੇ ਅਮਨਦੀਪ ਜੀ ਕਿ ਤੁਸੀਂ ਸ਼ਾਦੀ ਕਰਾ ਲਈ, ਸ਼ਾਦੀ ਤੋਂ ਬਾਅਦ ਕਿੰਨਾ ਸਮਾਂ ਰਹੇ ਨਾਲ ਫਿਰ ਆਪਣੀ ਮਨਵੀਰ ਦੇ ਕੋਲ? ਮੈਂ ਤਾਂ ਜੀ ਇਹਦੇ ਕੋਲ ਮਹੀਨਾ ਕੁ ਮਸੀਂ, ਜਾਂ ਮੈਨੂੰ ਲੱਗਦਾ 25 ਦਿਨ ਰਿਹਾ ਹੋਣਾ ਜੀ। ਮੇਰੇ ਕੋਲ ਟਾਈਮ ਘੱਟ ਸੀਗਾ ਕਿ ਤੁਸੀਂ ਇਹਨਾਂ ਨੇ ਹਸਬੈਂਡ ਵਾਈਫ ਤੁਸੀਂ ਰਿਲੇਸ਼ਨ ਸੈਟਅਪ ਕੀਤੇ ਸੀਗੇ? ਹਾਂਜੀ, ਤੁਸੀਂ ਮਤਲਬ ਹਸਬੈਂਡ ਵਾਈਫ ਦਾ ਰਿਲੇਸ਼ਨ ਬਣਾਏ ਸੀ ਸ਼ਾਦੀ ਤੋਂ ਬਾਅਦ? ਹਾਂਜੀ ਹਾਂਜੀ। ਆਈ ਸੀ। ਸੋ ਤੁਸੀਂ ਫਿਰ ਤੁਹਾਡੇ ਇਸ ਵਿੱਚ ਫਿਰ ਜੇ ਸ਼ਾਦੀ ਹੋ ਗਈ, ਫਿਰ ਅਮਨ ਇੰਨਾ ਮਨ ਖੱਟਾ ਜਲਦੀ ਕਿਉਂ ਹੋ ਗਿਆ? ਫਿਰ ਤੁਸੀਂ ਉੱਥੇ ਜਵਾਬ ਦੇ ਕਿ ਮੈਂ ਸੱਦਣਾ ਨਹੀਂ ਤੁਹਾਨੂੰ, ਤੁਸੀਂ ਉੱਥੇ ਕਹੇ ਸੀ? ਨਹੀਂ, ਉੱਥੇ ਨਹੀਂ ਅਸੀਂ ਕਿਹਾ ਸੀਗਾ। ਸਿਰਫ ਅਸੀਂ ਬਾਅਦ ਵਿੱਚ ਇਹ ਗੱਲਾਂ ਹੋਈਆਂ ਜਦੋਂ ਇਹਨਾਂ ਦਾ ਲਾਲਚ ਥੋੜਾ ਵੱਧ ਗਿਆ ਤੇ ਇਹ ਪੈਸੇ ਮੇਰੇ ਤੋਂ ਮੰਗਾਈ ਗਏ, ਤਾਂ ਫਿਰ ਇਹਦੇ ਭੈਣ ਦੇ ਵਿਆਹ ਤੇ ਵੀ ਮੈਂ ਪੈਸੇ ਲਾਏ ਜੀ। ਇਹਨਾਂ ਤੋਂ ਪੈਸੇ ਉਹ ਵੀ ਹੈ ਨਹੀਂ ਸੀਗੇ। ਫਿਰ ਇਹਨਾਂ ਦਾ ਜਿਹੜਾ ਚਾਚਾ ਹੈ ਇੱਕ, ਉਹਦਾ ਵਿਆਹ ਹੋਇਆ, ਉਹਦੇ ਵਿਆਹ ਤੇ ਮੈਂ ਪੈਸੇ ਭੇਜੇ। ਮੈਂ ਸਾਰੀਆਂ ਤੁਹਾਨੂੰ ਰਸੀਦਾਂ ਵੀ ਭੇਜੀਆਂ ਹੋਈਆਂ ਜੀ। ਇਹਨਾਂ ਨੇ ਇਹ ਉਲਟਾ ਕਹਿ ਰਹੇ ਆ ਸਾਨੂੰ ਕਿ ਸਾਡਾ ਬਹੁਤ ਖਰਚਾ ਹੋ ਗਿਆ। ਅਸੀਂ ਦੇਖ ਲਓ, ਤੁਸੀਂ ਮੂਵੀਆਂ ਦੇਖ ਲਓ, ਅਸੀਂ ਕੋਈ ਦਹੇਜ ਨਹੀਂ ਲਿਆ ਹੋਇਆ, ਕੋਈ ਅਸੀਂ ਸੋਨਾ ਨਹੀਂ ਵਾਧੂ ਇਹਨਾਂ ਨੂੰ ਕਿਹਾ ਪਾਉਣ ਨੂੰ, ਕੋਈ ਚੀਜ਼ ਨਹੀਂ ਗਈ ਹੋਈ ਜੀ। ਆਈ ਸੀ। ਉਹ ਪ੍ਰੂਵ ਕਰ ਦੇਣ ਇੱਕ ਵੀ ਚੀਜ਼। ਅਮਨ ਨੇ ਮਤਲਬ ਤੁਹਾਡੀ ਮਤਲਬ ਕੜੱਤਣ ਕਿਉਂ ਆਈ ਹੈ? ਜਸਟ ਆਈ ਵਾਂਟ ਟੂ ਨੋ ਕਿ ਰੀਜ਼ਨ ਕੀ ਹੋਇਆ ਕਿ ਜਦੋਂ ਇਹਨੂੰ ਪਤਾ ਮੇਰੀ ਸ਼ਾਦੀ ਹੋ ਗਈ ਆ, ਮੈਂ ਕੈਨੇਡਾ ਚਲ ਜਾਣਾ ਆ, ਤੇ ਇੱਥੇ ਨਾ ਕੋਆਪਰੇਟ ਨਾ ਕਰਨ ਦਾ ਕਾਰਨ ਕੀ ਸੀਗਾ? ਕਿ ਇਹਦੇ ਘਰ ਦੇ ਇੰਟਰਵੀਨ ਕਰ ਰਹੇ ਸੀਗੇ, ਪ੍ਰੈਸ਼ਰ ਪਾਉਂਦੇ ਸੀਗੇ,
ਜਾਂ ਫਿਰ ਤੁਹਾਨੂੰ ਲੱਗਾ ਕਿ ਇਸ ਲੜਕੀ ਦੇ ਵਿੱਚ ਕੋਈ ਇਹਦਾ ਪਾਸਟ ਦੇ ਵਿੱਚ ਕੋਈ ਸਮਥਿੰਗ ਯੂ ਗੋਟ ਮਾਈ ਪੁਆਇੰਟ ਵਾਟ ਆਈ ਵਾਂਟ ਟੂ ਸੇ ਐਂਡ ਆਸਕ ਯੂ? ਜੀ ਰੀਜ਼ਨ ਤਾਂ ਇਹੀ ਸੀਗਾ ਜੀ, ਪਹਿਲਾਂ ਤਾਂ ਇਹਨਾਂ ਮਤਲਬ ਮੈਂ ਪਹਿਲਾਂ ਇਹ ਯਕੀਨ ਨਹੀਂ ਕਰਦਾ ਸੀ, ਸਾਰੇ ਲੋਕੀ ਇਹ ਗੱਲਾਂ ਕਹਿ ਰਹੇ ਸੀਗੇ ਕਿ ਇਹਨਾਂ ਨੇ ਬਾਹਰਲੀ ਮੁੰਡੇ ਲੱਭੇ ਹੋਏ ਆ ਨਾ। ਤੇ ਜਦੋਂ ਇਹਨਾਂ ਨੇ ਮੇਰੇ ਪੈਸੇ ਸ਼ੁਰੂ ਕਰਤੇ ਖਾਣੇ ਤੇ ਮੈਂ ਸੋਚਿਆ ਵੀ ਚਲੋ ਠੀਕ ਆ ਤੇ ਆਪਾਂ ਇਹਨਾਂ ਨਾਲ ਆਪਾਂ ਕੰਪਰਮਾਈਜ਼ ਕਰਕੇ ਤਾਂ ਇਹਨਾਂ ਨੂੰ ਇੱਥੇ ਕੈਨੇਡਾ ਸੱਦ ਦਿੰਦੇ ਆ ਵੀ ਚਲੋ ਗਰੀਬ ਘਰ ਤੋਂ ਆ। ਫਿਰ ਜਦੋਂ ਪਤਾ ਲੱਗ ਗਿਆ ਵੀ ਇਹ ਜ਼ਿਆਦਾ ਖਰਾਬੀ ਕਰਨਗੇ ਪਤਾ ਨਹੀਂ ਹੁੰਦਾ, ਤੇ ਇਸ ਕਰਕੇ ਇਹ ਸੁਸਾਈਡ ਦੀਆਂ ਧਮਕੀਆਂ ਦੇਣ ਡਵੇ, ਤਾਂ ਫਿਰ ਅਸੀਂ ਸੋਚਿਆ ਕਿ ਅਸੀਂ ਇਹਨਾਂ ਨਾਲ ਫੈਸਲਾ ਕਰ ਲੈਂਦੇ ਆ ਤੇ ਆਪਣਾ ਇੱਥੇ ਹੀ ਨਿਬੇੜ ਲੈਂਦੇ ਵੀ ਕੈਨੇਡਾ ਦੇ ਵਿੱਚ ਪਤਾ ਨਹੀਂ ਵੀ ਇਹ ਜਾ ਕੇ ਕੀ ਕਰਨਗੇ, ਹਨਾ ਜੀ। ਐਸੀ ਮਤਲਬ ਇਹਨੇ ਲੜਕੀ ਨੇ ਤੁਹਾਨੂੰ ਤੁਸੀਂ ਇਹਨੂੰ ਜਵਾਬ ਦੇਣ ਦਾ ਕਾਰਨ ਕਿ ਲੜਕੀ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ, ਪੈਸੇ ਮੰਗਾ ਰਹੀ ਸੀ ਬਾਰ-ਬਾਰ, ਇਹੀ ਕਾਰਨ, ਹੋਰ ਕੋਈ ਕਾਰਨ ਨਹੀਂ ਹੈ? ਹਾਂਜੀ, ਸੁਸਾਈਡ ਦੀਆਂ ਧਮਕੀਆਂ ਦੇ ਰਹੀ ਸੀ। ਜਿੱਦਾਂ ਤੁਸੀਂ ਪਹਿਲਾਂ ਦੇਖ ਲਓ, ਵਿਆਹ ਤੋਂ ਥੋੜੇ ਦਿਨ ਪਹਿਲਾਂ ਵੀ ਉਹ ਜਿਹੜੀ ਵੀਡੀਓ ਪਾਈ ਹੋਈ ਆ, ਇਹ ਕਹਿ ਰਹੀ ਮੇਰੇ ਡੈਡੀ ਇਹਦੀਆਂ ਮਿਹਨਤਾਂ ਪਾ ਰਹੇ, ਤੁਸੀਂ ਦੇਖ ਲਓ ਸ਼ਰੇਆਮ ਮੇਰੇ ਡੈਡੀ ਕਹਿ ਰਹੇ ਆ ਕਿ ਅਸੀਂ ਵਿਆਹ ਨਹੀਂ ਕਰਨਾ। ਇਹਨਾਂ ਨੇ ਸਾਨੂੰ, ਅਸੀਂ ਇੱਕ ਦਿਨ ਵਿਆਹ ਤੋਂ ਪਹਿਲਾਂ ਤੱਕ ਵੀ ਇਹਨਾਂ ਦੇ ਫੋਨ ਆਉਂਦੇ ਰਹੇ ਕਿ ਤੁਸੀਂ ਬਰਾਤ ਲੈ ਕੇ ਆ ਜਾਓਗੇ, ਤੁਸੀਂ ਵਿਆਹ ਕਰ ਲਓਗੇ, ਏਦਾਂ ਉਦਾਂ। ਅਸੀਂ ਮਸੀਂ ਗਏ ਜੀ, ਸਾਡਾ ਦਿਲ ਨਹੀਂ ਸੀਗਾ। ਸਾਡੀ ਫੈਮਿਲੀ ਸਾਰੀ ਵਾਪਸ ਆਉਣ ਨੂੰ ਫਿਰਦੀ, ਨਾਲੇ ਸਾਡੀ ਫੈਮਿਲੀ ਦਾ ਸਾਰਾ ਇੱਧਰੋਂ ਸਾਰੀ ਫੈਮਿਲੀ ਬਾਹਰੋਂ ਗਈ ਸੀ, ਸਾਰੀਆਂ ਟਿਕਟਾਂ ਲਾਈਆਂ ਸੀ, ਸਾਰਾ ਕੁਝ ਖਰਚਾ ਅਸੀਂ ਕੀਤਾ ਸੀਗਾ। ਨਹੀਂ ਅੱਛਾ, ਇਹ ਤਾਂ ਤੁਸੀਂ ਸਾਰਾ ਫੈਮਿਲੀ ਆਲਰੇਡੀ ਪਹੁੰਚ ਚੁੱਕੀ ਸੀਗੀ ਵਿਆਹ ਤੇ? ਕਿੰਨੇ ਦਿਨ ਪਹਿਲਾਂ ਪਹੁੰਚੀ ਸੀ? ਅਸੀਂ ਜੀ 15 ਦਿਨ 10 ਦਿਨ ਪਹਿਲਾਂ ਪਹੁੰਚੇ ਸੀ। ਇਟ ਮੀਨਸ ਕਿ ਤੁਸੀਂ ਸ਼ਾਦੀ ਤੈਅ ਕੀਤੀ ਹੋਵੇਗੀ ਤਦੇ ਫਿਰ ਤੁਹਾਡੇ ਗਏ ਹਨ ਲੋਕ? ਹਾਂਜੀ ਬਿਲਕੁਲ ਤੈਅ ਕੀਤੀ ਸੀ। ਇਸ ਮਤਲਬ ਲੜਕੀ ਕਹਿੰਦੀ ਕਿ ਤੁਸੀਂ ਇਹਨੂੰ ਪ੍ਰਪੋਜ਼ਲ ਕੀਤਾ ਹੈ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਉਣੀ ਹੈ, ਤੂੰ ਮੈਨੂੰ ਚੰਗੀ ਲੱਗਦੀ ਹੈ, ਮੇਰੇ ਨਾਲ ਪੜ੍ਹਦੀ ਰਹੀ ਆ? ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ, ਪ੍ਰੂਵ ਕਰ ਦੇਵੇ ਕੋਈ ਵੀ ਗੱਲ ਇਦਾਂ ਦੀ, ਪਰ ਇਹ ਮੇਰੇ ਸ਼ੁਰੂ ਤੋਂ ਪਿੱਛੇ ਪਈ ਹੋਈ ਸੀਗੀ ਤੇ ਸ਼ੁਰੂ ਤੋਂ ਮੈਨੂੰ ਇਹ ਗੱਲਾਂ ਕਹਿ ਰਹੀ ਸੀ। ਤੇ ਫਿਰ ਜੇ ਇਸ ਤਰ੍ਹਾਂ ਸੀ ਕਿ ਤੁਸੀਂ ਵੀ ਕਿਉਂ ਮੰਨੇ ਸ਼ਾਦੀ ਨੂੰ? ਮੈਂ ਜੀ ਸਿਰਫ ਇਸ ਕਰਕੇ ਜਦੋਂ ਗੱਲਬਾਤ ਹੋਣ ਦਾ ਵੀ ਮੈਂ ਸਿਰਫ ਮੈਨੂੰ ਲੱਗਾ ਕਿ ਜਦੋਂ ਇਹ ਗੱਲਾਂ ਕਹਿਣ ਦੇ ਵੀ ਮੇਰੇ ਤੋਂ ਤੇਰੇ ਤੋਂ ਬਿਨਾਂ ਰਹਿ ਨਹੀਂ ਹੋਣਾ, ਏਦਾਂ ਉਦਾਂ, ਮੈਨੂੰ ਇਹ ਗੱਲਾਂ ਕਰਕੇ ਸਿਰਫ ਇਹ ਗੱਲਾਂ ਕਰਕੇ ਮੈਂ ਸੋਚਿਆ ਗਰੀਬ ਵੀ ਆ, ਚਲੋ ਏਦਾਂ ਨਹੀਂ ਕਰਨਾ ਚਾਹੀਦਾ। ਇਹ ਗੱਲਾਂ ਕਰਕੇ ਵਿੱਚ ਫਸਾ ਲਿਆ। ਮੈਂ ਹਰ ਵੇਲੇ ਇਹ ਗੱਲ ਕਹਿੰਦਾ ਵੀ ਜੇ ਭਾਈ ਤੇਰੇ ਕੋਲ ਕੁਝ ਹੋਰ ਹੈਗਾ ਤਾਂ ਤੂੰ ਕਰਾ ਲਾ, ਪਰ ਇਹਨੇ ਕਹਿਣਾ ਨਹੀਂ ਮੈਂ ਹੋਰ ਕਿਸੇ ਨਾਲ ਨਹੀਂ ਕਰਾਉਣਾ, ਮੈਂ ਤੇਰੇ ਨਾਲ ਹੀ ਕਰਾਉਣਾ, ਏਦਾਂ ਉਦਾਂ ਜਿੱਦਾਂ ਗੱਲਾਂ ਕਰਕੇ ਵਿੱਚ ਲੈ ਲਿਆ ਜੀ ਗੱਲ ਦੇ। ਆਈ ਸੀ। ਅੱਛਾ, ਹੁਣ ਤੁਸੀਂ ਇਹਨਾਂ ਨੂੰ ਪੈਸੇ ਕਿੰਨੇ ਦੇਣ ਨੂੰ ਤਿਆਰ ਹੋ? ਪੈਸੇ ਜੀ ਦੇਖੋ, ਰਸੀਦਾਂ ਮੈਨੂੰ 7 ਲੱਖ ਦੀਆਂ ਦਿਖਾ ਦੇਣ, ਮੈਂ 15 ਲੱਖ ਦੇਣ ਨੂੰ ਤਿਆਰ ਆ। ਜਿੰਨੀਆਂ ਰਸੀਦਾਂ ਇਹਨਾਂ ਤੋਂ ਹੈਗੀਆਂ ਮੈਂ ਉਹਨਾਂ ਦੇਣ ਨੂੰ ਤਿਆਰ ਆ ਖਰਚਾ। ਪਰ ਤੁਸੀਂ ਬਿਨਾਂ ਰਸੀਦਾਂ ਤੋਂ ਤੁਹਾਡੇ ਕੋਈ ਐਗਰੀਮੈਂਟ ਹੋਇਆ ਕਿ ਕਿੰਨੇ ਪੈਸੇ ਦੇਣ ਨੂੰ ਤਿਆਰ ਹੋ ਤੇ ਸੋਲਵ ਕਰਨ ਨੂੰ ਤਿਆਰ ਹੋ? ਤੁਸੀਂ ਰੈਡੀ ਹੋ? ਜੀ ਪਹਿਲਾਂ ਇਹ ਕਹਿੰਦੇ ਸੀਗੇ, ਜਿੱਦਾਂ ਪਹਿਲਾਂ 8-10 ਲੱਖ ਦੇ ਵਿੱਚ ਮੰਗਦੇ ਸੀਗੇ, ਹੁਣ ਜਦੋਂ ਰੇਡੀਓ ਤੇ ਆ ਗਏ ਆ ਤਾਂ ਇਹ ਕਹੀ ਜਾਂਦੇ ਆ ਵੀ ਸਾਨੂੰ ਅਸੀਂ ਪਤਾ ਨਹੀਂ ਆਪਣੇ 16 ਲੱਖ ਲੈਣਾ, 15 ਲੱਖ ਲੈਣਾ, ਸਾਡਾ ਖਰਚਾ ਬਹੁਤ ਹੋ ਗਿਆ, ਸਾਡਾ ਏਦਾਂ ਹੋ ਗਿਆ। ਤੁਸੀਂ ਕਿੰਨਾ ਦੇਣ ਨੂੰ ਤਿਆਰ ਹੋ ਇਸ ਵੇਲੇ? ਤੁਸੀਂ ਕਿੰਨਾ ਐਗਰੀ ਕਰ ਚੁੱਕੇ ਹੋ? ਹੁਣ ਤੁਸੀਂ ਕਿੰਨਾ ਕਹਿਣ ਨੂੰ ਤਿਆਰ ਹੋ ਵੀ ਸੌਟ ਆਊਟ ਦਿਸ ਐਂਡ ਵੀ ਸੋਲਵ ਦਿਸ ਇਸ਼ੂ? ਮੈਂ 12 ਦੇਣ ਨੂੰ ਤਿਆਰ ਆ ਜੀ। ਇਹਨਾਂ ਦਾ ਕੋਈ ਖਰਚਾ ਨਹੀਂ ਲੱਗਾ ਹੈਗਾ, ਇਹਨਾਂ ਦਾ ਘਰ ਤੁਸੀਂ ਚੈੱਕ ਕਰ ਲਓ, 5-6 ਲੱਖ ਦਾ ਤਾਂ ਸਿਰਫ ਘਰ ਆ। ਚਲੋ ਜ਼ਿੰਦਗੀ ਦੇ ਵਿੱਚ ਇਹਦੀ ਪੜ੍ਹਾਈ ਤੇ ਜੀ ਕੱਲਾ ਖਰਚਾ ਲਾਇਆ ਹੋਇਆ, ਤਾਂ ਇਹਦੀ ਜਿਹੜਾ ਜੇ ਇਹਦੇ ਡੈਡੀ ਇਹਨੂੰ ਛੱਡਣ ਜਾਂਦੇ ਸੀ ਸਕੂਲ ਦੇ ਵਿੱਚ ਜਾਂ ਕਾਲਜ 'ਚ, ਇਹਨਾਂ ਦੇ 50 ਰੁਪਏ ਤੱਕ ਜਾਂ 100 ਰੁਪਏ ਦੀ ਜੇ ਫਿਊਲ ਪੈਂਦਾ ਸੀਗਾ ਉਹਦੇ ਵਿੱਚ ਮੈਂ ਦਿੰਦਾ ਸੀ, ਜੇ ਚਾਚਾ ਵੀ ਜਾਂਦਾ ਸੀ ਤਾਂ ਵੀ ਮੈਂ ਦਿੰਦਾ ਸੀ। ਇਹ ਕੁੜੀ ਨੂੰ ਪੁੱਛ ਲਓ, ਸਾਰਾ ਕੁਝ ਸੱਚ ਹੈ, ਰਸੀਦਾਂ, ਇਹ ਸਬੂਤ ਹੈ ਗੱਲ ਦਾ। ਇਹ ਵਿਆਹ ਤੋਂ ਪਹਿਲਾਂ ਦਿੰਦੇ ਰਹੇ ਪੈਸੇ ਜਾਂ ਵਿਆਹ ਤੋਂ ਬਾਅਦ? ਪਹਿਲਾਂ ਵੀ ਦਿੰਦੇ ਰਹੇ ਜੀ। ਤੇ ਜੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹਨੂੰ ਪਿਆਰ ਕਰਦੇ ਸੀ? ਹਾਂਜੀ ਜੀ, ਸਿਰਫ ਮੈਂ ਪਿਆਰ ਕਰਦਾ ਸੀ ਇਸ ਕਰਕੇ ਦਿੰਦਾ ਰਿਹਾ, ਪਰ ਇਹਨਾਂ ਨੇ ਸਿਰਫ ਇਸੀ ਗੱਲ ਤੇ ਰੱਖਿਆ ਵੀ ਲਾਲਚ ਵੀ ਮੈਂ ਕੈਨੇਡਾ ਜਾਣਾ। ਸਿਰਫ ਮੇਰੇ ਉੱਥੇ ਬਹਿ ਕੇ ਜੇ ਮੇਰੇ ਨਾਲ ਇੰਨਾ ਕੁਝ ਗਲਤ ਹੋ ਸਕਦਾ ਤੇ ਫਿਰ ਮੈਂ ਸੋਚਿਆ ਵੀ ਮੈਂ ਇੱਥੇ ਕਿਉਂ ਸੱਦਾਂ। ਮੈਂ ਸਾਰਾ ਕੁਝ ਰੈਡੀ ਹੋ ਗਿਆ ਸੀ ਕਰਨੇ ਨੂੰ। ਅਮਰ, ਕਿ ਤੁਹਾਡੀ ਕਿੰਨੀ ਉਮਰ ਕਿੰਨੀ ਤੁਹਾਡੀ ਵੈਸੇ ਜਦ ਸ਼ਾਦੀ ਹੋਈ ਹੈ? 31। ਜਦ ਸ਼ਾਦੀ ਹੋਈ ਉਦੋਂ ਕਿੰਨੀ ਸੀ ਉਮਰ? ਉਦੋਂ ਜੀ 27 ਦੇ ਲੱਗੇ, 28। 28। ਸੋ ਇਹਦਾ ਮਤਲਬ ਕਿ ਤੁਸੀਂ ਪਹਿਲਾਂ ਪਿਆਰ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਪੈਸੇ ਪਿਆਰ ਦੇ ਵਿੱਚ ਦਿੰਦੇ ਰਹੇ ਵਿਆਹ ਤੋਂ ਪਹਿਲਾਂ, ਤੇ ਬਾਅਦ ਵਿੱਚ ਤੁਹਾਡੀ ਕੋਈ ਐਸੀ ਪ੍ਰੋਬਲਮ ਆ ਗਈ, ਤੁਸੀਂ ਹੁਣ ਇਹਨਾਂ ਨੂੰ 12 ਲੱਖ ਨੂੰ ਐਗਰੀ ਕਰਦੇ ਹੋ ਦੇਣ ਨੂੰ? ਹਾਂਜੀ ਬਿਲਕੁਲ ਐਗਰੀ ਕਰਦਾ ਜੀ। ਇਹ 10 ਲੱਖ ਦੇ ਮੰਨਦੇ ਸੀਗੇ, ਮੈਂ 12 ਲੱਖ ਦਿੰਦਾ ਜੀ। ਹੁਣ ਇਹ ਮੰਗਦੇ ਕਿੰਨਾ ਹੈ? ਇਹ ਪਤਾ ਨਹੀਂ ਜੀ, ਹੁਣ ਪਤਾ ਨਹੀਂ ਕਿੰਨਾ ਮੰਗਦੇ ਆ, ਪਤਾ ਨਹੀਂ 15 ਕਹਿੰਦੇ, ਕਿੰਨਾ ਕਹਿੰਦੇ ਜੀ। ਤੁਸੀਂ 12 ਤੋਂ ਥੋੜਾ ਜਿਹਾ ਐਕਸਟੈਂਡ ਕਰ ਸਕਦੇ ਹੋ? ਇਟ ਮੀਨਸ ਕਿ ਤੁਸੀਂ 13 ਤੱਕ ਜੰਪ ਕਰ ਸਕਦੇ ਹੋ? ਜੇ ਤੁਹਾਡਾ ਮੈਂ ਸਮਝੌਤਾ ਕਰਾ ਦਵਾਂ ਤੁਸੀਂ 13 ਦੇਣ ਨੂੰ ਤਿਆਰ ਹੋ? ਹਾਂਜੀ ਤਿਆਰ ਆ ਜੀ। ਆਈ ਸੀ। ਸੋ ਬਟ ਸੇਮ ਟਾਈਮ ਤੇ ਕਿਉਂਕਿ ਸਾਡਾ ਇੱਕ ਲੀਗਲ ਪੈਨਲ ਜਿਹੜਾ ਆਪਣੇ ਆਈ ਹੈਵ ਟੂ ਪ੍ਰੋਸੀਡ ਆਪਣੇ ਓਪੀਨੀਅਨ, ਕਿਉਂਕਿ ਇਹ ਹੁਣ ਐਗਰੀ ਕਰ ਗਏ ਨੇ, ਔਰ ਅਮਨਦੀਪ ਸਿੰਘ ਜੱਸੂ ਆਪਣੇ ਲਾਸਟ ਨੇਮ ਜੱਖੂ ਸਾਹਿਬ ਸਾਡੇ ਸਤਿਕਾਰਯੋਗ ਨੇ, ਔਰ ਦੂਜੇ ਪਾਸੇ ਸਤਿਕਾਰਯੋਗ ਨੇ ਕਿਉਂਕਿ ਵਨ ਸਾਈਡਡ ਸਟੋਰੀ ਸੀਗੀ। ਪਲੀਜ਼ ਹਾਂਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ
ਜੀ ਬਿਲਕੁਲ ਜੀ, ਅਮਨ ਜੀ ਨੇ ਆਪਣਾ ਪੱਖ ਰੱਖਿਆ। ਹੋ ਸਕਦਾ ਇਹ ਜੋ ਕਹਿ ਰਹੇ ਨੇ ਉਹ ਬਿਲਕੁਲ ਸੱਚ ਕਹਿ ਰਹੇ ਨੇ, ਪਰ ਬੜੀ ਇੱਕ ਥੋੜੀ ਜਿਹੀ ਹੈਰਾਨਗੀ ਹੁੰਦੀ ਕਿ ਕਿਵੇਂ ਇੱਕ ਕੁੜੀ ਵਾਲੇ ਧੱਕੇ ਨਾਲ ਮੈਰਿਜ ਕਰਵਾ ਸਕਦੇ ਮੁੰਡੇ ਵਾਲਿਆਂ ਤੇ ਦਬਾਅ ਪਾ ਕੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਖਰਚੇ ਚੱਕਦੇ ਰਹੇ ਹੋ, ਸਾਰਾ ਕੁਝ ਕਰਦੇ ਰਹੇ ਹੋ, ਜਦੋਂ ਤੁਹਾਨੂੰ ਪਤਾ ਸੀ ਪਹਿਲਾਂ ਕਿ ਮੇਰੇ ਨਾਲ ਇੰਨਾ ਕੁਝ ਹੋ ਰਿਹਾ ਹੈ ਨਾ, ਫਿਰ ਤੁਸੀਂ ਵਿਆਹ ਵੀ ਹੋ ਗਿਆ ਜੀ, ਚਲੋ ਤੁਸੀਂ ਮੰਨ ਗਏ ਧੱਕੇ ਨਾਲ ਕਰਵਾ ਲਿਆ, ਫਿਰ ਤੁਸੀਂ ਉਹ ਕੁੜੀ ਨੂੰ 25 ਦਿਨ ਉਹ ਕੁੜੀ ਨਾਲ ਸੌਂਦੇ ਰਹੇ ਹੈ ਨਾ। ਅੱਜ ਆਪਾਂ ਉਹਨਾਂ 15 ਲੱਖ ਦੇ ਕੇ ਉਹਦੇ ਨਾਲ ਸਮਝੌਤਾ ਕਰ ਰਹੇ ਹਾਂ। ਇੱਜ਼ਤ ਦਾ ਮੁੱਲ ਇੱਕ ਕੁਆਰੀ ਧੀ ਦਾ ਕਿਸੇ ਦੀ ਦਾ ਆਪਾਂ ਕਿਵੇਂ 15 ਲੱਖ ਪਾ ਸਕਦੇ ਹਾਂ ਜੀ? ਇਹ ਕਿਵੇਂ ਇੰਨਾ ਪ੍ਰੈਸ਼ਰ ਥੱਲੇ ਤੁਸੀਂ ਕਿਵੇਂ ਆ ਗਏ? ਤੁਸੀਂ ਹੋ ਸਕਦਾ ਕਿ 25 26 30 ਸਾਲ ਦੀ ਉਮਰ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਇਹਦੀ ਬੰਦੇ ਦੀ ਉਮਰ ਛੋਟੀ ਹੁੰਦੀ ਆ, ਪਰ ਕੀ ਤੁਹਾਡੇ ਘਰ ਦੇ ਵੀ ਇਸ ਗੱਲ ਨੂੰ ਸਮਝ ਨਹੀਂ ਸਕੇ? ਜਾਂ ਫਿਰ ਇਹ ਫੈਸਲਾ ਬੰਦਾ ਕਿਵੇਂ ਲੈ ਸਕਦਾ ਜੀ ਕਿ ਇਹ ਗਰੀਬ ਘਰ ਦੀ ਧੀ ਆ? ਕੋਈ ਵੀ ਬੰਦਾ ਨਹੀਂ ਚਾਹੂਗਾ ਜੀ ਕਿ ਮੇਰਾ ਜੇ ਲਾਈਫ ਵਧੀਆ ਚੱਲ ਰਹੀ ਮੈਂ ਕਿਸੇ ਗਰੀਬ ਦੀ ਮਦਦ ਕਰਨ ਖਾਤਰ ਉਹਨੂੰ ਯੂਜ਼ ਕਰ ਜਾਂ ਫਿਰ ਆਪਦਾ ਘਰ ਪੱਟ ਕੇ ਉਹ ਕਰ ਲੈ। ਅਮਨ ਤੁਸੀਂ ਬੜੀ ਚੰਗੀ ਸੋਚ ਰੱਖਦੀ ਹੋ ਕਿ ਗਰੀਬ ਘਰ ਦੀ ਲੜਕੀ ਹੈ ਤੇ ਮੈਂ ਸ਼ਾਦੀ ਕਾਲੇ ਮੈਂ ਮੰਗਾਉਣਾ ਚਾਹੁੰਦਾ ਆ, ਤਾਂ ਫਿਰ ਤੁਸੀਂ ਇਹਨੂੰ ਸਪਾਂਸਰ ਕਰ ਦੇਣਾ ਸੀਗਾ ਜੀ। ਸਪਾਂਸਰ ਫਿਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਇਹ ਪਹਿਲਾਂ ਤੋਂ ਇੰਨਾ ਲਾਲਚ ਵੱਧ ਗਿਆ। ਫਿਰ ਇਹ ਮੈਨੂੰ ਕਹਿੰਦੇ ਸੀ ਵੀ ਜਿਹੜੇ ਭੈਣ ਦੇ ਵਿਆਹ ਦੇ ਪੈਸੇ ਲੱਗੇ ਉਹ ਮੋੜਾਂਗੇ, ਅਸੀਂ ਚਾਚੇ ਦੇ ਵਿਆਹ ਵਾਲੇ ਲੱਭਾਂਗੇ। ਫਿਰ ਗੱਲ ਇਹ ਮਤਲਬ ਇਦਾਂ ਦੀ ਗੱਲਾਂ ਕਾਂਡਾ ਪਏ ਵੀ ਪੈਸੇ ਪੂਸੇ ਦੀ ਬਾਅਦ ਚ ਦੇ ਦਾਂਗੇ ਹਨਾ ਜੀ। ਇਹਨਾਂ ਦੀ ਫਿਰ ਇਦਾਂ ਸਾਡੇ ਨਾਲ ਵਿਗੜ ਗਈ ਜੀ। ਮੈਂ ਤੁਹਾਨੂੰ ਰਸੀਦਾਂ ਸਾਰੀਆਂ ਭੇਜੀਆਂ ਹੋਈਆਂ ਜੀ, 2 ਸਾਲ ਦੇ ਵਿੱਚ ਮੈਂ ਇੰਨੇ ਪੈਸੇ ਭੇਜ ਸਕਦਾ। ਜੋ ਤੁਸੀਂ ਕਹਿ ਰਹੇ ਹੋ ਇਹ ਸੱਚ ਕਹਿ ਰਹੇ ਹੋ? हाँ जी बिल्कुल सच कह रहे हैं जी। और सच तो कुछ नहीं कह रहे। और मेरे पास एक 2 कॉलर्स ने, क्योंकि अमनदीप जखू साहब कल बिजी सीगे, अज मेरी बेनती कबूल करके आए नहीं और मेरा सत्कार करदा ते 13 लाख रुपए देने नूं तैयार आ। कम्युनिटी की फैसला करदी है। अमनदीप वेरी रिस्पैक्टेड बॉय आ और दूजे पासे दूजे साडे सत्कारयोग ने। हाँ जी, नंबर 4 ते तुसीं प्लीज प्रोसीड करोगे क्योंकि अमन जी सच कह रहे ने। की कहंदे ने तुसीं पब्लिक ओपीनियन है। कॉलर की कहना चाहते अमन जी 13 लाख रुपया देने नूं एग्री हो गए ने जी, क्योंकि चाहते कि काम खत्म हो जाए। कॉलर की कहना चाहते हो? कॉलर तुसीं की कहना चाहते हो? सो सब व्हाट इज दिस नॉनसेंस जी की हो रहा है? क्योंकि कॉलर्स जिहड़े ने वैसे बेनती कि सर डोंट वेस्ट टाइम क्योंकि वी डोंट हैव टाइम। एनीवे मैं प्रोसीड करदा अपने अमनदीप। आई विल मेक श्योर क्योंकि जिहड़ा मेरा लीगल पैनल है मेरी लाइन च 1 सेकंड यू हैव टू रिकॉग्नाइज दी वॉइस। और मनवीर तुसीं लाइन ते हो? मनवीर तुसीं लाइन ते हो? हाँ जी सर बिल्कुल मैं लाइन ते हां। सो तुहाडे पति परमेश्वर तुहाडा डिवोर्स साले नहीं होया, लाइन ते तुसीं पहचान रहे हो ये अपने जखू साहब ने तुहाडे? हाँ जी सर बिल्कुल सर, मैं बहुत चंगी तरह पहचान दी इन्हां। तुसीं सत श्री अकाल बुलाना हेलो करनी चाहते हो? नो सर, जो जी मेरे से एलिगेशन लाया टोटली रॉन्ग लाया सर। जरा मैंने कहता है ना कि मेरे तो ब्याह तो बस सिर्फ 25 दिन रह के गया सर। सैकेंड मैरिज होने के बावजूद भी 2019 ਵਿੱਚ ਮੇਰੇ ਕੋਲ ਆਇਆ 10 ਦਿਨ ਰਹਿ ਕੇ ਗਿਆ, ਮੇਰੇ ਪੈਰੀ ਹੱਥ ਲਾ ਕੇ ਗਿਆ ਕਿਉਂਕਿ ਇਹਨੂੰ ਪਤਾ ਸੀ ਇਹਨੇ ਮੈਨਾਂ ਫਰਾਡ ਕੀਤਾ ਆ। ਹੈਲੋ, ਜਿਹੜਾ ਇਹ ਗੱਲ ਕਰਦਾ ਮੇਰੀ ਸਿਸਟਰ ਦੀ ਕਿ ਮੇਰੀ ਸਿਸਟਰ ਨੇ ਮਤਲਬ ਫੇਸਬੁੱਕ ਤੇ ਮੁੰਡੇ ਨਾਲ ਮੈਰਿਜ ਕਰਿਆ, ਬਿਲਕੁਲ ਟੋਟਲੀ ਰੋਂਗ ਆ। ਇਹਦੀ ਸੱਚੀ ਵੱਡੇ ਭਰਾ ਨੇ 2 ਵਿਆਹ ਕਰਾਏ ਆ। ओके एक्सक्यूज मी प्लीज मनवीर होल्ड ऑन। मनवीर होल्ड ऑन। मनवीर होल्ड ऑन। मनवीर होल्ड ऑन। ਵੱਡੀ ਸਿਸਟਰ ਸ਼ਰਨਜੀਤ ਦਾ ਵੀ 2 ਵਾਰ ਵਿਆਹ ਹੋ ਚੁੱਕਿਆ, ਸੰਦੀਪ ਦਾ ਵੀ 2 ਵਾਰ ਹੋ ਚੁੱਕਿਆ। ओके एक्सक्यूज मी प्लीज मनवीर ਰਿਫਿਊਜ਼ ਹੀ ਗਈ ਸੀ ਕੈਨੇਡਾ। स्टॉप इट प्लीज। ਜਿਹਦੀ ਮਮ ਗਈ ਸੀ। स्टॉप इट। Stop it please, stop it. You must stop. You must stop please. You can't go further. तेरी प्रॉब्लम तेरे हस्बैंड ना ना के ना रिलेटिव्स नाल है। You must learn the manners. मेरी सिस्टर वाली गल I don't care. No, you must this okay. I give you time to talk but not that way. ਤੁਸੀਂ ਉਹਨਾਂ ਨੂੰ can you say sorry to me please? Sorry sir, sorry. Yeah, रीजन यही है कि ਤੁਸੀਂ ਬੋਲ ਬੜਾ ਕੇ ਜਾ ਰਹੇ ਜਿਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ, ਤੁਸੀਂ ਖੁਦ ਜ਼ਿੰਮੇਵਾਰ ਮੈਨੂੰ ਲੱਗ ਰਹੇ ਹੋ ਇਸ ਵੇਲੇ। No, sir, I know, but you don't listen to me. You must listen what I'm saying. Okay, sir. Okay, sir. You say sorry to Jakku. Sorry, sir. Sorry. ਤੁਸੀਂ ਕਹੋ ਜੱਖੂ ਸਾਹਿਬ I'm sorry. I'm sorry. ਨਹੀਂ ਜੱਖੂ ਸਾਹਿਬ ਨੂੰ ਕਹੋ sorry ਆਪਣੇ ਮਨਵੀਰ। I will be solve your problem. ਮਨਵੀਰ ਜੀ ਆਪ ਜੀ ਦੇ ਹਸਬੰਡ ਨੂੰ ਕਹੋ ਕਿ ਮੈਂ sorry ਤੁਹਾਡੇ ਨਾਲ ਗੱਲ ਕਰੂੰਗੀ ਨਾ ਕਿ ਫੈਮਿਲੀ ਦੀ ਗੱਲ ਕਰੂੰਗੀ ਪਲੀਜ਼। ਮਨਵੀਰ ਜੀ मैं सॉरी क्यों कहां सर? उन्होंने इतना बड़ा एलिगेशन लाता। दिस ओके एलिगेशन लाता बहुत हर्ट हुई है ना, झूठा एलिगेशन में लाता। ओके उन्होंने भी सॉरी कहता है, यू कैन से सॉरी टू। और वो कहंदा आई एम सॉरी कि मैं क्या कैन यू से सॉरी टू हिम? कैन यू से सॉरी आल्सो मनवीर? मैंने सुनिया नहीं, उन्होंने सॉरी किया, मैंने सुनिया नहीं। मैं जो कहंदा कि उन्हें क्या है यू मस्ट लिसन टू मी। ओके सर, सॉरी सर। ओके सर, आई से आई एम सॉरी। ओके फाइन, वेरी गुड। ओके हुण दसो कि ਤੁਸੀਂ ਇਹ ਕਹਿੰਦੇ ਕਿ ਅਸੀਂ ਕੋਈ ਪੈਸਾ ਨਹੀਂ ਲਿਆ ਤੇ ਪੈਸਾ ਤੁਹਾਡਾ ਨਹੀਂ ਲਵਾਇਆ। ਮਨਵੀਰ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ? ਬੋਲੋ ਬੇਟਾ। ਸਰ ਮੇਰੇ ਕੋਲ
ਮੇਰਾ ਬੈਂਕ ਜੋ ਬੈਲੈਂਸ ਦਾ ਜੋ ਵੀ ਮੇਰੇ ਕੋਲ ਕਾਪੀ ਆ, ਮੈਂ ਤੁਹਾਨੂੰ ਹਰ ਇੱਕ ਚੀਜ਼ ਸੈਂਡ ਕਰਨ ਨੂੰ ਤਿਆਰ ਆ। ਤੁਸੀਂ ਦੇਖ ਲਓ ਮੇਰੇ ਬੈਂਕ 'ਚ ਕਿੰਨੇ ਇਹਨਾਂ ਨੇ ਪੈਸੇ ਟ੍ਰਾਂਸਫਰ ਕੀਤੇ ਆ, ਤੇ ਮੇਰੀ ਮੈਰਿਜ 'ਚ ਇਹਨਾਂ ਨੇ ਕਿੰਨਾ, ਮੈਨੂੰ ਇੱਕ ਵੀ ਚੀਜ਼ ਮੈਨੂੰ ਇਹਨਾਂ ਨੇ ਮੇਰੇ ਫਾਦਰ ਸਾਹਿਬ ਤੇ ਐਲੀਗੇਸ਼ਨ ਲਾਇਆ ਕਿ ਅਸੀਂ 5 ਲੱਖ ਇਹਦੇ ਫਾਦਰ ਦੇ ਨਾਮ ਤੇ ਪਾਇਆ। ਮੈਨੂੰ ਉਹ ਵੀ ਰਸੀਦ ਚਾਹੀਦੀ ਇਹਨਾਂ ਦੀ ਵੀ ਕਿੱਥੇ ਮੇਰੇ ਫਾਦਰ ਨਾਮ ਤੇ ਇਹਨਾਂ ਨੇ 5 ਲੱਖ ਪਾਇਆ। ਇਹ ਟੋਟਲੀ ਰੋਂਗ ਕਹਿ ਰਹੇ ਆ। ਮੇਰੇ ਕੋਲ ਹਰ ਇੱਕ ਚੀਜ਼ ਦਾ ਪ੍ਰੂਫ, ਜਿਹੜਾ ਇਹ ਕਹਿੰਦੇ ਕਿ ਮੈਨੂੰ ਇਹਨਾਂ ਨੇ ਪੜਾਇਆ, ਮੇਰੇ ਖਰਚਾ ਮੇਰੀ ਪੜ੍ਹਾਈ ਤੇ ਲਾਇਆ। ਸਰ ਇਹਨੇ ਮੈਨੂੰ ਕਿਹਾ ਸੀਗਾ ਕਿ ਤੂੰ ਪੜ੍ਹ ਲਿਖ ਲੈ, ਮੈਂ ਆਪਣੇ ਘਰ ਨੂੰ ਕਹਿਣ ਜੋਗਾ ਹੋਵਾਂਗਾ ਕਿ ਕੁੜੀ ਪੜ੍ਹੀ ਲਿਖੀ ਆ। ਸਰ ਮੇਰੇ ਕਹਿਣ ਤੇ ਸਟੱਡੀ ਕਰਨ ਲੱਗੀ ਸੀ, ਮੈਨੂੰ ਕੋਈ ਏਦਾਂ ਲਾਲਚ ਨਹੀਂ ਸੀ। ਮੇਰਾ ਤੁਸੀਂ ਕਿਹਾ ਸੀਗਾ ਪ੍ਰਪੋਜ਼ਲ ਜਿਹੜੀ ਆ ਮਨਵੀਰ ਜੀ, ਤੁਸੀਂ ਕਿਹਾ ਸੀ ਪ੍ਰਪੋਜ਼ਲ ਜਿਹੜੀ ਆ ਇਹ ਮੈਨੂੰ ਫੋਨ ਕਰਦਾ ਰਿਹਾ ਆ ਤਾਂ ਮੇਰੇ ਕੋਲ ਫੋਨ ਨਹੀਂ ਸੁਣਦਾ, ਤੇ ਇਹ ਅੱਜ ਕਹਿੰਦੇ ਨੇ ਅਮਨਦੀਪ ਜੱਖੂ ਸਾਹਿਬ ਕਿ ਤੁਸੀਂ ਇਹਨਾਂ ਨੂੰ ਪ੍ਰਪੋਜ਼ ਕੀਤਾ। ਦੱਸੋ ਸਰ। ਮੈਂ ਵਾਹਿਗੁਰੂ ਦਾ ਨਾਮ ਲੈ ਕੇ ਕਹਿੰਦੀ ਆ ਕਿ ਮੈਂ ਇਹਨੂੰ ਕੋਈ ਪ੍ਰਪੋਜ਼ ਨਹੀਂ ਕੀਤਾ ਸੀ। 7ਵੀਂ ਕਲਾਸ ਤੋਂ ਮੈਨੂੰ ਲਾਈਕ ਕਰਦਾ ਸੀ, ਮੈਂ ਤਾਂ ਲਾਈਕ ਵੀ ਨਹੀਂ ਕਰਦੀ ਸੀ। ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਇਹਦੀ, ਜਿਹੜੀ ਫਰੈਂਡਸ਼ਿਪ ਦੀ ਗੱਲ ਆ ਨਾ, ਮੇਰੇ ਕੋਲ ਰਿਕਾਰਡ ਪਈ ਹੋਈ ਆ। ਇਹਨੇ ਕਿਹਾ ਕਿ ਮੈਂ ਤੈਨੂੰ ਲਾਈਕ ਕਰਦਾ ਸੀ, ਪਰ ਮੈਨੂੰ ਡਰ ਸੀ ਤੂੰ, ਮੈਂ ਤੈਨੂੰ ਕਹਾਂਗਾ ਇੰਡੀਆ 'ਚ ਤੂੰ ਮੈਨੂੰ ਮਨਾ ਨਾ ਕਿਤੇ ਕਰ ਦੇ। ਮੈਂ ਕੈਨੇਡਾ 'ਚ ਆ ਕੇ ਤੈਨੂੰ ਆਪਣੀ ਫਿਰ ਸਿਸਟਰ ਨੂੰ ਕਿਹਾ ਮੇਰੀ ਗੱਲ ਕਰਾ ਦੋ। ਮੈਂ ਉਹ ਬੰਦੇ ਮਤਲਬ ਜੋ ਵੀ ਹੈਗੇ ਮੈਂ ਉਹਨਾਂ ਨੂੰ ਪੇਸ਼ ਕਰਨ ਨੂੰ ਤਿਆਰ ਵੀ ਆ ਜਿਨ੍ਹਾਂ ਦੇ ਹੱਥੋਂ ਇਹਨੇ ਮੈਨੂੰ ਮੈਸੇਜ ਕਰ ਲਿਆ ਸੀਗਾ। ਸਰ ਮੈਂ ਉਹਨੂੰ ਮੈਸੇਜ ਕਰ ਲਓ ਬੰਦਿਆਂ ਨੂੰ, ਮੈਸੇਜ ਕਰ ਲਿਆ ਸੀ। ਮੈਂ ਵੀ ਆਪਣੇ ਬੰਦਿਆਂ ਨੂੰ 2011 ਜਦੋਂ 2007 ਵਿੱਚ ਇਹਦੀ ਸਿਸਟਰ ਦੀ ਮੈਰਿਜ ਹੋਈ ਆ, ਇਹ ਇੰਡੀਆ ਆਇਆ। ਮੈਂ ਉਸ ਟਾਈਮ +1 ਵਿੱਚ ਸੀਗੀ, ਇਹਨਾਂ ਸਕੂਲ 'ਚ, ਇਹਨਾਂ ਦੇ ਪਿੰਡ 'ਚ ਸਕੂਲ ਸੀਗਾ। ਮੈਂ ਪੜ੍ਹਨ ਜਾਂਦੀ, ਮੈਂ ਰਸਤੇ ਰੋਕ ਕੇ ਕਹਿ ਰਿਹਾ ਸੀਗਾ ਕਿ ਮੇਰੇ ਨਾਲ ਗੱਲ ਕਰ, ਮੇਰੇ ਨਾਲ ਗੱਲ ਕਰ। ਬਹੁਤ ਸਾਰੇ ਲੋਕੀ ਜਿਹੜੇ ਹੈਗੇ ਇਸ ਗੱਲ ਦੀ ਗਵਾਹੀ ਪਾਉਣ ਨੂੰ ਤਿਆਰ ਆ ਤੇ ਉਹ ਦੇਣਗੇ ਵੀ। ਤੇ ਸਰ ਇਹਨੇ ਮੈਨੂੰ ਕਿਹਾ ਤੂੰ ਪੜ੍ਹ ਕੇ, ਮਤਲਬ ਵੀ ਮੇਰੇ ਘਰ ਦੇ ਕਹਿਣ ਹਾਂ ਕੁੜੀ ਪੜ੍ਹੀ ਲਿਖੀ ਆ, ਹਨਾ। ਮਨਵੀਰ ਜੀ ਜਦੋਂ ਤੁਸੀਂ 11ਵੀਂ 'ਚ ਪੜ੍ਹਦੇ ਸੀਗੇ ਤੇ ਇੰਡੀਆ ਗਏ ਆਪਣੀ ਸਿਸਟਰ ਦੇ ਵਿਆਹ ਤੇ, ਮੈਨੂੰ ਆਪਣੇ ਅਮਨਦੀਪ ਜੀ ਇਹਨਾਂ ਤੋਂ ਰਸਤੇ ਵਿੱਚ ਘੇਰ ਕੇ ਕਿਹਾ ਮੇਰੇ ਨਾਲ ਗੱਲ ਕਰ, ਤੁਸੀਂ ਵੀ ਗੱਲ ਕੀਤੀ ਸੀਗੀ? ਨੋ ਸਰ, ਮੈਂ ਗੱਲ ਕੀਤੀ ਨਹੀਂ। ਅੱਛਾ, ਤੁਹਾਡੀ ਰਿਲੇਸ਼ਨ ਕਦੋਂ ਸ਼ੁਰੂ ਹੋਈ? ਤੁਹਾਡੀ ਰਿਲੇਸ਼ਨ ਕਦੋਂ ਬਿਲਟ ਹੋਇਆ ਫਿਰ? ਮੇਰੀ ਰਿਲੇਸ਼ਨ ਜਦੋਂ ਮੇਰਾ ਸਰ ਦੇਖੋ 2012 ਵਿੱਚ ਇਹਦੀ ਸਿਸਟਰ, ਮੇਰੀ ਹੀ ਰੀਅਲ ਸਿਸਟਰ ਨੂੰ ਇੱਕ ਨਾਲ ਦੇ ਪਿੰਡ 'ਚ ਮਿਲੀ ਸੀ। ਉਹਨੇ ਕਿਹਾ ਵੀ ਮਨਵੀਰ ਦਾ ਨੰਬਰ ਮੈਨੂੰ ਚਾਹੀਦਾ ਤੇ ਮੈਂ ਗੱਲ ਕਰਨੀ ਆ। ਤੇ ਮੇਰੀ ਸਿਸਟਰ ਕਹਿੰਦੀ ਚੱਲ ਇਹਦੀ ਗੱਲ ਕਰਨੀ। ਉਸ ਟਾਈਮ ਮੈਂ ਪੜ੍ਹ ਕੇ ਹਟ ਚੁੱਕੀ ਸੀ, ਮੈਂ ਜੌਬ ਕਰਦੀ ਸੀ ਸਕੂਲ ਵਿੱਚ। ਤੇ ਮੇਰੀ ਸਿਸਟਰ ਤੋਂ ਉਹਨੇ ਨੰਬਰ ਲੈ ਲਿਆ ਤੇ ਸਰ ਇਹਦੀ ਸਿਸਟਰ ਨੇ ਨੰਬਰ ਨਾ ਅਮਨ ਨੂੰ ਦੇ ਦਿੱਤਾ। ਮੈਨੂੰ ਅਚਾਨਕ ਹੀ ਫੋਨ ਆਇਆ ਕੈਨੇਡਾ ਤੋਂ, ਕਹਿੰਦਾ ਮੈਂ ਅਮਨ ਬੋਲਦਾ। ਤੇ ਮੈਂ ਬਹੁਤ ਸ਼ੌਕ ਹੋਈ। ਮੈਂ ਕਿਹਾ ਕਿ ਮੇਰੀ ਸਿਸਟਰ ਤਾਂ ਮੈਨੂੰ ਕਿਹਾ ਕਿ ਉਹ ਸੋਨਾ ਨੇ ਇਹਦੀ ਕਜ਼ਨ ਹੀ ਮੇਰੇ ਨਾਲ ਗੱਲ ਕਰਨੀ ਹੈ। ਤੇ ਕਹਿੰਦਾ ਮੈਂ ਤੁਹਾਨੂੰ 7th ਕਲਾਸ ਤੋਂ ਲਾਈਕ ਕਰਦਾ ਹਾਂ ਤੇ ਤੁਹਾਡੇ ਪਿੰਡ ਮੇਰੀ ਮਾਸੀ ਦੀ ਕੁੜੀ ਵੀ, ਮੈਂ ਉਹਨੂੰ ਕਿਹਾ ਸੀਗਾ ਵੀ ਮੇਰੀ ਗੱਲ ਕਰਾ ਦੇ, ਹਨਾ। ਤੇ ਕਹਿੰਦਾ ਉਹ ਮਾਸੀ ਦੀ ਕੁੜੀ ਕਹਿੰਦੀ ਵੀ ਮਤਲਬ ਅਮਨ ਤੂੰ ਸ਼ੋਰ ਆ ਵੀ ਉਹ ਕੁੜੀ ਇਹੋ ਜਿਹੀ ਹੈ ਨਹੀਂ ਵੀ ਉਹਨੇ ਤੇਰੇ ਨਾਲ ਗੱਲ ਨਹੀਂ ਕਰਨੀ ਹੈਗੀ, ਤੂੰ ਮੇਰੇ ਕੁੱਟ ਨਾ ਪਵਾ ਲਈ, ਹਨਾ। ਤੇ ਸਰ ਇਹਨੇ ਮੈਨੂੰ ਏਦਾਂ ਕਿਹਾ ਤੇ ਮੈਨੂੰ ਸਰ ਫਿਰ ਮੈਨੂੰ ਅੱਧਾ ਰਿਹਾ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ, ਤੂੰ ਬਹੁਤ ਨਾਈਸ ਆ, ਵੀ ਮੈਂ ਤੈਨੂੰ ਸਕੂਲ ਟਾਈਮ 'ਚ ਬਹੁਤ ਲਾਈਕ ਕਰਦਾ ਸੀ, ਤੂੰ ਬਹੁਤ ਚੰਗੀ ਆ, ਹਨਾ। ਨਥਿੰਗ ਰੌਂਗ ਜੇ ਤੂੰ ਕਹਿ ਵੀ ਤੱਕ ਇਸ ਮੁੰਡੇ ਨੇ ਕਿ ਮੈਨੂੰ ਚੰਗੀ ਲੱਗਦੀ ਆ, ਚੰਗੀ ਸਿਆਣੀ ਕੁੜੀ ਆ, ਕਰੈਕਟਰ ਵਾਲੀ ਆ, ਹਰ ਇੱਕ ਮੁੰਡਾ ਚਾਹੁੰਦਾ ਕਿ ਮੈਨੂੰ ਇਹੋ ਜਿਹੀ ਕੁੜੀ ਮਿਲਣੀ ਚਾਹੀਦੀ ਆ। ਸੋ ਨਥਿੰਗ ਰੌਂਗ ਵਿਦ ਦੈਟ ਜੀ, ਨਥਿੰਗ ਰੌਂਗ ਜੇ ਕਹਿ ਤੱਕ। ਹਾਂ ਸਰ ਜਿਹੜਾ ਇਹ ਬੰਦਾ ਕਹਿ ਰਿਹਾ ਸਰ, ਫਿਰ ਮੈਂ ਰਿਕਾਰਡਿੰਗ ਵੀ ਸੈਂਡ ਕੀਤੀ ਸਿੱਧੂ ਭਾਜੀ ਨੂੰ ਕਿ ਇਹਦੀ ਸਿਸਟਰ ਕਹਿ ਰਹੀ ਹੈ ਕਿ ਅਮਨ ਜਦੋਂ ਕਹਿੰਦੀ ਅਮਨ ਕੈਨੇਡਾ ਆਇਆ ਤਾਂ ਮੈਨੂੰ ਕਿਹਾ ਦੇਖੋ ਇੰਡੀਆ ਵੀ ਕਿਸੇ ਕੋਲ ਲਾਈਕ ਕਰਦਾ ਹੈ ਮਨਵੀਰ ਨੂੰ, ਤੇ ਤੂੰ ਇੱਥੇ ਵੀ ਹੁਣ ਕੁੜੀ ਲਾਈਕ ਕਰ ਬੈਠਾ ਆ, ਵੀ ਤੂੰ ਦੋਨਾਂ ਚੋਂ ਤੈਨੂੰ ਨਾ ਕਲੀਅਰ ਆਊਟ ਕਰ ਲਾ ਤੂੰ ਕਿਹਨੂੰ ਨਾ ਰੱਖਣਾ ਆ, ਹਨਾ। ਤੇ ਸਰ ਇਹ ਕਹਿੰਦੀ ਮੈਨੂੰ ਕਹਿਣ ਲੱਗਾ ਕਿ ਮੈਂ ਦੋਨੇ ਰੱਖਣੀਆਂ ਆ, ਠੀਕ ਹੈ ਸਰ। ਤੇ ਸਰ ਜਿਹੜਾ ਬੰਦਾ ਇਹ ਕਹਿ ਰਿਹਾ ਆ ਕਿ ਮੇਰਾ ਵਿਆਹ ਹੀ ਨਹੀਂ ਹੋਇਆ, ਮੇਰੇ 10 ਮਹੀਨੇ ਦਾ ਬੱਚਾ ਹੀ ਨਹੀਂ ਹੈਗਾ, ਇੰਨਾ ਝੂਠ ਬੋਲਦਾ। ਉਸ ਨੇ ਨਹੀਂ, ਇਹ ਬੱਚਾ ਤੇ ਵਿਆਹ ਦੂਜਾ ਤਾਂ ਤੁਹਾਡੀ ਸ਼ਾਦੀ ਤੋਂ ਬਾਅਦ ਹੋਇਆ ਨਾ, ਪਹਿਲਾਂ ਤੁਹਾਡੇ ਨਾਲ ਸ਼ਾਦੀ ਹੋਈ ਫਸਟ ਹੋਇਆ। ਬਟ ਉਹਨੇ ਮਨਾ ਤਾਂ ਕੀਤਾ ਨਾ, ਸਿੱਧੂ ਬਾਈ ਜੀ ਨੂੰ ਪਤਾ ਆ, ਤੁਸੀਂ ਕੱਲ ਆਪਾਂ ਸੋਚ ਕਹਿ ਚੁੱਕੇ ਆ ਵੀ ਇਹਨੇ ਮਨਾ ਸਾਫ਼ ਹੀ ਕਰਤਾ ਵੀ ਮੇਰਾ ਵਿਆਹ ਹੀ ਨਹੀਂ ਹੋਇਆ, ਹਨਾ। ਤੇ ਸਰ ਜਦੋਂ ਮੈਰਿਜ ਹੋ ਗਈ ਸੀ ਅੱਛਾ ਸੁਣੋ ਮਨਵੀਰ, ਸੁਣੋ ਕੀ ਕਹਿੰਦੇ ਨੇ। ਅਮਨ ਬੋਲੋ, ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਇਹ ਮੈਨੂੰ ਇਦਾਂ ਧਮਕੀਆਂ ਦੇ ਰਹੀ ਜੀ। ਫਿਰ ਮੈਨੂੰ ਲੱਗਦਾ ਸੀ ਵੀ ਇਹ ਰਿਕਾਰਡਿੰਗ ਕਰ ਰਹੇ, ਕਿਉਂਕਿ ਇਹ ਸ਼ੁਰੂ ਤੋਂ ਰਿਕਾਰਡਿੰਗ ਕੋਈ ਨਾ ਕੋਈ ਕਰ ਰਹੇ ਸੀ ਸਾਡੀ। ਅੱਛਾ, ਇਸ ਕਰਕੇ ਮੈਂ ਕਹਿ ਰਿਹਾ ਸੀਗਾ ਜੀ। ਅੱਛਾ ਅਮਨ, ਜਦੋਂ ਤੁਸੀਂ ਗਏ ਆ ਸ਼ਾਦੀ ਕਰਨ, ਆਪਣੇ ਮਨਵੀਰ ਹੈ ਜਦੋਂ ਹੀ ਕੈਨੇਡਾ, ਤੁਹਾਡੀ ਸ਼ਾਦੀ ਜਿਹੜੀ ਆ ਕਿੰਨੇ ਮਹੀਨੇ ਪਹਿਲਾਂ ਤੈਅ ਹੋ ਚੁੱਕੀ ਸੀ ਕਿ ਇੰਨੀ ਤਰੀਕ ਨੂੰ ਸ਼ਾਦੀ ਕਰਨੀ ਆ, ਔਰ ਜਿਸ ਕਰਕੇ ਸਾਰਾ ਪਰਿਵਾਰ ਕੈਨੇਡਾ ਤੋਂ ਆਇਆ ਸੀ? ਇਹ ਪਹਿਲਾਂ ਹੀ ਹੈ ਜਾਂ ਫਿਰ ਇੰਡੀਆ ਆਇਆ ਤੇ ਸ਼ਾਦੀ ਤੁਸੀਂ ਪੱਕੀ ਕੀਤੀ ਆ? ਨਹੀਂ ਸਰ, 2016 ਨੂੰ ਸਤੰਬਰ ਵਿੱਚ ਮੈਨੂੰ ਫੋਨ ਆਇਆ ਸੀਗਾ, ਉਦੋਂ ਉਹਨਾਂ ਨੇ ਕੰਟੈਕਟ ਕੀਤਾ ਸੀ ਮੇਰੀ ਫੈਮਿਲੀ ਨਾਲ। ਇਹਨਾਂ ਨੇ ਉਦੋਂ ਮੈਰਿਜ ਦੀ ਗੱਲ ਕੀਤੀ ਸੀ ਤੇ ਮੈਨੂੰ ਲਗਾਤਾਰ ਸਾਰੀ ਹੀ ਫੈਮਿਲੀ ਮੈਨੂੰ ਕਾਲ ਕਰਦੀ ਸੀ ਤੇ ਮੈਨੂੰ ਮਤਲਬ ਬਹੁਤ ਜ਼ਿਆਦਾ ਫੋਨ ਕਰਨਾ, ਵੀਡੀਓ ਕਾਲ ਕਰਨੀਆਂ ਤੇ ਮੈਨੂੰ ਕਹਿਣਾ ਤੂੰ ਮਤਲਬ ਬਹੁਤ ਨਾਈਸ ਕੁੜੀ ਆ, ਹਨਾ, ਵੀ ਸਾਡੀ ਵੱਡੀ ਭਰਜਾਈ ਨਾਲ ਗੱਲ ਨਾ ਕਰੀ, ਉਹਨੇ ਤੇਰਾ ਘਰ ਨਹੀਂ ਪਸੰਦ ਦੇਣਾ, ਹਨਾ। ਤੇ ਮੈਨੂੰ ਬਹੁਤ ਦੀਆਂ ਗੱਲਾਂ ਕਰਦੀ ਸੀਗੀ, ਬਹੁਤ ਮੈਨੂੰ ਨਾਈਸਲੀ ਸੀਗੇ, ਹਨਾ। ਮੇਰਾ ਸਵਾਲ ਇਹ ਹੈ ਤੁਹਾਨੂੰ ਕਿ ਇਹ ਜਦੋਂ ਕੈਨੇਡਾ ਤੋਂ ਆਏ ਆ ਆਲਰੇਡੀ ਇਹਨਾਂ ਨੂੰ ਪਤਾ ਸੀ ਕਿ ਤੁਹਾਨੂੰ ਵੀ ਅਸੀਂ ਸ਼ਾਦੀ ਸਾਡੀ ਇੰਨੀ ਤਰੀਕ ਨੂੰ ਹੋਣੀ ਆ? ਹਾਂਜੀ ਸਰ, ਉਹਨੂੰ ਪਤਾ ਸੀਗਾ। ਮੈਰਿਜ ਦੀ ਡੇਟ ਫਿਕਸ ਇਹਨਾਂ ਨੇ ਕੀਤੀ ਸੀ। ਮੈਰਿਜ ਦੀ ਡੇਟ ਫਿਕਸ ਕਰਕੇ ਫੇਰ ਕੈਨੇਡਾ ਤੋਂ ਵਿੱਚੋਂ ਆਏ ਆ ਇਹ? ਹਾਂਜੀ। ਇਹ ਅਮਨ ਸਹੀ ਗੱਲ ਹੈ ਇਹ? ਹਾਂਜੀ ਬਿਲਕੁਲ ਸਹੀ ਹੈ ਜੀ, ਪਰ ਇਹਨਾਂ ਨੇ ਸਾਨੂੰ ਦੱਸਿਆ ਸੀ ਕਿਹੜੇ ਵਿਚੋਲੇ ਪਾਉਣੇ ਆ, ਕਿਹੜੇ ਸਾਡੇ ਪਿੰਡ ਨੂੰ ਕਹਿਣਾ
ਕਿਹੜੀ ਗੱਲਬਾਤ ਕਰਨੀ ਆ। ਫਿਰ ਜਦੋਂ ਆਏ ਸੀ ਅਸੀਂ, ਇਹਨਾਂ ਨੇ ਇਦਾਂ ਸਾਡੇ ਜਦੋਂ ਘਰੇ ਆਏ ਸੀ ਇਹ ਗੱਲ ਕਹਿ ਰਹੇ ਸੀ ਵੀ ਅਸੀਂ ਨਹੀਂ ਹੁਣ ਕਰਨਾ, ਅਸੀਂ ਵਾਪਸ ਚਲ ਜਾਣਾ ਜੀ। ਇਹ ਗੱਲ ਹੋਈ ਸੀ ਜੀ। ਬਾਸੀ ਸਾਹਿਬ, ਮੈਨੂੰ ਸਾਰੀ ਸਟੋਰੀ ਸੁਣ ਕੇ ਜਿਹੜਾ ਮੇਰਾ ਨਜ਼ਰੀਆ, ਮੈਨੂੰ ਇਹ ਲੱਗਦਾ ਕਿ ਅਮਨ ਜੀ ਬਿਲਕੁਲ ਸਾਰੀ ਗੱਲ ਸੱਚ ਕਹਿ ਰਹੇ ਨੇ, ਪਰ ਉਹ ਸੱਚਾਈ ਦੇ ਵਿੱਚ ਗੇਮ ਥੋੜੀ ਜੀ ਐਂ ਘੁੰਮੀ ਹੈ ਜੀ। ਹੋ ਸਕਦਾ ਜਿਹੜੀ ਇੱਥੇ ਅਮਨ ਜੀ ਕਿਤੇ ਇਹ ਤਾਂ ਨਹੀਂ ਸੀ ਕਿ ਜਿਨ੍ਹਾਂ ਨਾਲ, ਜਿਹੜੇ ਭੈਣ ਜੀ ਨਾਲ ਤੁਸੀਂ ਇੱਥੇ ਵਿਆਹ ਕਰਵਾਇਆ ਕੈਨੇਡਾ ਦੇ ਵਿੱਚ, ਇੱਕ ਮਨਵੀਰ ਜੀ ਨਾਲ ਕਰਾਇਆ, ਜਿਹੜਾ ਦੂਜਾ ਵਿਆਹ ਕਰਵਾਇਆ, ਕਿਤੇ ਇਹ ਤਾਂ ਨਹੀਂ ਸੀ ਕਿ ਵਿਆਹ ਤੋਂ ਪਹਿਲਾਂ ਤੁਸੀਂ ਸੋਚਿਆ ਵਾ ਕਿ ਇਹਨਾਂ ਨੂੰ ਮੈਂ ਧੋਖਾ ਦੇ ਕੇ ਪੰਜਾਬ ਜਾ ਕੇ ਵਿਆਹ ਕਰਵਾ ਲੈਣਾ। ਜਦੋਂ ਤੁਸੀਂ ਪੰਜਾਬ ਜਾ ਕੇ ਵਿਆਹ ਕਰਵਾ ਲਿਆ ਤੇ ਬਾਅਦ ਚੋਂ ਤੁਹਾਨੂੰ ਜਿਹੜੀ ਇੱਥੋਂ ਵਾਲੀ ਵਾਈਫ ਜਿਹਦੇ ਨਾਲ ਇੱਥੇ ਆ ਕੇ ਕਰਾਇਆ, ਉਹਨੇ ਕਹਿਤਾ ਹੋਵੇ ਕਿ ਮੈਂ ਤੈਨੂੰ ਹੁਣ ਚਾਰਜ ਕਰਵਾ ਦੂੰ, ਫਿਰ ਤੁਸੀਂ ਡਰ ਖੁਣੋ ਕਿਹਾ ਹੋਊਗਾ ਵੀ ਇੱਥੇ ਨਾ ਮੈਂ ਫਸ ਜਾ, ਇੱਥੇ ਨਾ ਮੇਰੇ ਤੇ ਕੇਸ ਹੋ ਜੇ, ਪੰਜਾਬ ਵਾਲੀ ਨੂੰ ਆਪਾਂ ਛੱਡ ਦਿੰਦੇ ਆ, ਇੱਥੋਂ ਵਾਲੀ ਨੂੰ ਸਾਂਭ ਲੈਂਦੇ ਆ। ਕਿਉਂਕਿ ਤੁਹਾਡੀ ਇੱਕ ਰਿਕਾਰਡਿੰਗ ਵੀ ਮੈਂ ਪਬਲਿਸ਼ ਕਰਨੀ ਚਾਹੂੰਗਾ, ਉਹਦੇ 'ਚ ਤੁਸੀਂ ਕਹਿ ਰਹੇ ਹੋ ਮੈਂ ਦੋਨੇ ਹੀ ਰੱਖਣੀਆਂ। ਆਏ ਆਪਾਂ ਆਪਣੇ ਧਰਮ ਦੇ ਅਨੁਸਾਰ ਵੀ ਆਪਾਂ ਰੱਖ ਨਹੀਂ ਸਕਦੇ ਕੁਛ, ਨਾਲੇ ਫਿਰ ਡਿਵੋਰਸ ਵੀ ਨਹੀਂ ਹੋਇਆ। ਮੈਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਇਹਦੇ ਵਿੱਚ ਤੁਸੀਂ ਅਮਨ ਨੇ ਇਹ ਵੀ ਕਿਹਾ ਸੀਗਾ ਆਪਣੀ ਵਾਈਫ ਨੂੰ। ਯਾਰ ਹਾਂਜੀ ਸਰ, ਸੌਰੀ ਸਰ, ਵੀ ਇਹ ਕਿਤੇ ਉਦਾਂ ਗੱਲਬਾਤ ਕਿਤੇ ਗੁੱਸੇ 'ਚ ਜਾਂ ਕੋਈ ਇਦਾਂ ਕਹੀ ਹੋਊਗੀ ਜਿੱਦਾਂ ਗੱਲਾਂ ਕਰਦੇ ਆ ਜਾਂ ਇਹ ਕੁਝ ਕਹਿੰਦੇ ਆ ਜਾਂ ਇਦਾਂ ਹੋਈ ਹੋਊ। ਅੱਛਾ, ਬਣ ਸਕਦਾ ਮੈਂ ਤੁਸੀਂ ਕਿਤੇ ਇਹ ਵੀ ਕਿਹਾ ਸੀਗਾ ਆਪਣੀ ਵਾਈਫ ਨੂੰ ਕਿ ਤੂੰ ਕਿਸੇ ਸ਼ਹਿਰ ਰਹਿ ਲਾ ਆਪਾਂ 3 ਮਹੀਨੇ ਔਰ ਚਲ ਜਾ ਉੱਥੋਂ, ਫਿਰ ਘਰ ਚਲ ਜੀ, ਤੂੰ ਕਿ ਮੈਨੂੰ ਕੈਨੇਡਾ ਨਹੀਂ ਪਸੰਦ ਆ ਤੇ ਮੈਂ ਵਾਪਸ ਆ ਜਾਊਂ, ਵਾਪਸ ਆ ਜਾਣਾ, ਇਦਾਂ ਕੁਝ ਹੋਇਆ ਸੀਗਾ? ਬਿਲਕੁਲ ਮੇਰੀ ਇਦਾਂ ਅੱਧੀ ਤੁਸੀਂ ਫੋਟੋ ਲਾਤੀ ਮੇਰੀ, ਮੈਂ ਨਹੀਂ ਤੁਹਾਡੀ ਫੋਟੋ ਨਹੀਂ ਲੱਗੀ ਹੋਈ, ਬਿਲਕੁਲ ਨਹੀਂ ਲੱਗੀ ਹੋਈ ਤੁਹਾਡੀ ਫੋਟੋ। ਚੈੱਕ ਕਰੋ ਤਾਂ ਇੱਕ ਵਾਰੀ। ਨੋ ਆਈ ਚੈੱਕ ਆਲਰੇਡੀ, ਤੁਹਾਡੀ ਫੋਟੋ ਬਿਲਕੁਲ ਲੱਗੀ ਸੀ, ਲਾ ਸਕਦੇ ਪਰ ਨਹੀਂ ਲਾਈ, ਤੁਹਾਡਾ ਮੂੰਹ ਬਿਲਕੁਲ ਬੰਦ ਹੈ। ਠੀਕ ਹੈ ਜੀ। ਹਾਂਜੀ ਨੋ ਆਪਣੇ ਹਾਂਜੀ ਕੀ ਕੁਐਸਚਨ ਪੁੱਛਦੇ ਜੀ, ਮੈਨੂੰ ਸਮਝ ਨਹੀਂ ਲੱਗੀ। ਹਾਂਜੀ, ਮੇਰਾ ਕੁਐਸਚਨ ਆਪ ਜੀ ਨੂੰ ਇਹ ਆ ਕਿ ਤੁਸੀਂ ਆਪਣੀ ਵਾਈਫ ਨੂੰ ਇਹ ਕਿਹਾ ਸੀ ਕਿ ਤੂੰ ਕੀ ਕਰ ਲੈ, ਮੈਂ ਤਾਂ ਸੱਦਣਾ ਨਹੀਂ ਗਾ, ਤੂੰ ਕਿਤੇ, ਮੈਂ ਸਮਝੂਗਾ ਮੈਂ ਦੁਬਈ ਬੈਠਾ ਹੈ, ਤੂੰ ਕਿਤੇ ਕਿਸੇ ਸ਼ਹਿਰ ਚਲ ਜਾ 3 ਮਹੀਨੇ, 3 ਮਹੀਨੇ ਬਾਅਦ ਪਿੰਡ ਆ ਜੀ, ਤੂੰ ਕਿ ਮੇਰੇ ਦਿਲ ਨਹੀਂ ਲੱਗਾ ਮੈਂ ਵਾਪਸ ਆ ਗਈ ਆ, ਇਦਾਂ ਕੁਝ ਕਿਹਾ ਸੀਗਾ? ਮੈਂ ਬਿਲਕੁਲ ਜੀ, ਇਹ ਜਦੋਂ ਮੈਨੂੰ ਇਹ ਵਿਆਹ ਤੋਂ ਬਾਅਦ ਫੋਰਸ ਕਰਨ ਡੈ ਪਏ ਸੀਗੇ ਕਿ ਤੂੰ ਕੈਨੇਡਾ ਨਹੀਂ ਸਾਦਾ, ਕੈਨੇਡਾ ਨਹੀਂ, ਇਹਦੀ ਟੱਬਰ ਨੇ ਮੈਨੂੰ ਲਾਲਚ ਜਿਹਾ ਸ਼ੁਰੂ ਕਰ ਦਿੱਤਾ। ਫਿਰ ਮੈਂ ਇਹਨੂੰ ਉਦਾਂ ਇਹ ਸੁਜੈਸ਼ਨ ਦਿੱਤੀ ਸੀ ਵੀ ਤੁਸੀਂ ਤਾਂ ਇਦਾਂ ਵੀ ਕਰ ਸਕਦੇ, ਤੁਸੀਂ ਇਦਾਂ ਵੀ ਕਹਿ ਸਕਦੇ ਆ ਜੀ। ਨਹੀਂ ਉਹ ਤਾਂ ਫਿਰ ਤੁਸੀਂ ਤੁਹਾਡਾ ਫਰਜ਼ ਬਣਦਾ ਸੱਦਣਾ, ਜਦ ਸ਼ਾਦੀ ਹੋ ਗਈ ਆ ਤੇ ਪਰ ਸ਼ਾਦੀ ਜਦੋਂ ਜਿੱਦਾਂ ਇਹ ਮੈਨੂੰ ਫੋਰਸ ਕਰਨ ਡੈ ਪਏ ਵੀ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਲਾਲਚ ਵੱਧ ਚੁੱਕਾ, ਜਦੋਂ ਮੈਨੂੰ ਫੋਰਸ ਕਰਨ ਡੈ ਪਏ ਮੈਨੂੰ ਲੱਗਦਾ ਲਾਲਚ ਜਿਹੜਾ ਕਿਸ ਰੂਪ ਦੇ ਵਿੱਚ ਵੱਧ ਚੁੱਕਾ, ਲਾਲਚ ਕਿਹੜਾ ਸੀਗਾ ਕਿ ਕਹਿਣਗੇ ਵੀ ਸਾਡੀ ਧੀ ਨੂੰ ਤੂੰ ਹੁਣ ਭਾਈ, ਅਸੀਂ ਕੈਨੇਡਾ ਵਾਲਾ ਸਾਡਾ ਪ੍ਰਾਹੁਣਾ, ਕੈਨੇਡਾ ਵਾਲਾ ਵੀਰ ਸਾਡਾ ਜਿਹੜਾ ਘਰ ਵਾਲਾ ਲੱਭਿਆ ਪਿਆ ਸਾਡੀ ਕੁੜੀ ਵਾਸਤੇ, ਉਹ ਸਾਡੀ ਕੁੜੀ ਨੂੰ ਹੁਣ ਸੱਦੇ, ਇਹ ਲਾਲਚ ਨਹੀਂਗਾ, ਇਹ ਲਾਲਚ ਹੀ ਇੱਕ ਤਾਂ ਇਹ ਸੂਸਾਦ ਦੀ ਨਹੀਂ ਅਮਨ ਜੀ, ਇਹ ਲਾਲਚ ਨਹੀਂ ਹੈਗਾ। ਫਿਰ ਤੁਸੀਂ ਉਹਨਾਂ ਨੂੰ ਇਹ ਵੀ ਕਹਿ ਰਹੇ ਹੋ, ਤੂੰ ਸਮਝ ਲੈ ਕਿ ਮੈਂ ਦੁਬਈ ਗਿਆ ਜਾਂ ਮੈਂ ਫੌਜੀ ਆ, ਫਿਰ ਉੱਥੇ ਇਹ ਕਿਸ ਰੂਪ ਦੇ ਵਿੱਚ ਉਹਨਾਂ ਦਾ ਲਾਲਚ ਕਿਵੇਂ ਹੈ ਜੀ? ਇਹ ਮੈਨੂੰ ਐਵਰੀਡੇ ਇੱਕ ਤਾਂ ਸੂਸਾਈਡ ਦੀਆਂ ਧਮਕੀਆਂ ਮਿਲਦੀਆਂ ਸੀ। ਤੁਸੀਂ ਦੇਖ ਲਓ ਇੰਨੇ ਪੈਸੇ ਖਾਦੇ ਹੋਏ, ਇਹਨਾਂ ਨੇ ਕੁਝ ਇਹ ਨਹੀਂ, ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਵੀ ਮੈਂ ਤੁਹਾਨੂੰ ਅਸੀਂ ਰਿਟਰਨ ਕਰਾਂਗੇ ਜਾਂ ਕੁਝ ਕਵਾਂਗੇ। ਫਿਰ ਇਸ ਕਰਕੇ ਮੈਂ ਜਦੋਂ ਮੈਨੂੰ ਲੱਗਦਾ ਸੀ ਜੇ ਮੈਂ ਕੈਨੇਡਾ ਦਾ ਕੰਮ ਬਣਾਇਆ ਤੇ ਇਹਨਾਂ ਨੇ ਮੇਰੀ ਏਦਾਂ ਮੇਰੇ ਨਾਲ ਇੱਥੇ ਆ ਕੇ ਵੀ ਇੱਦਾਂ ਧੋਖਾ ਕਰਨਾ। ਤੁਸੀਂ ਡਰ ਗਏ ਕਿ ਮਤਲਬ ਕੁੜੀ ਇੱਥੇ ਆਣ ਕੇ ਮੈਂ ਤੁਹਾਨੂੰ ਖਰਾਬ ਕਰੂਗੀ, ਤੁਹਾਡੇ ਕਹਿਣ ਦਾ ਭਾਵ ਇਹ ਕਰਕੇ ਮੈਂ ਇਹ ਗੱਲਾਂ ਕਹੀਆਂ ਹੋਈਆਂ ਸੀਗੀਆਂ ਜੀ, ਤੇ ਇਹਨਾਂ ਨੇ ਉਹੀ ਗੱਲਾਂ ਕਿਤੇ ਰਿਕਾਰਡ ਕਰ ਲਈਆਂ, ਮੈਨੂੰ ਨਹੀਂ ਪਤਾ ਕਦੋਂ ਕਰ ਲਈਆਂ ਜੀ। ਆਈ ਸੀ। ਹਾਂ ਹੋਲਡ ਔਨ 1 ਸੈਕਿੰਡ, ਮੈਂ ਤਾਂ ਕੋਈ ਰਿਕਾਰਡਿੰਗ ਨਹੀਂ ਕਰ ਰਿਹਾ ਸੀਗਾ, ਮੇਰੇ ਤੋਂ ਆਹੀ 2 ਰਿਕਾਰਡਿੰਗਾਂ। ਅੱਛਾ, ਤੁਹਾਡੇ ਪਾਸ ਮੈਨੂੰ ਪਤਾ ਬੈਠੀ ਆ, ਤੁਸੀਂ ਵੀਡੀਓ ਭੇਜੀ ਆ, ਆਈ ਵਿਲ ਮਾਈਟ ਆਈ ਹੈਵ ਟੂ ਵੀ ਟੈਲੀਕਾਸਟ, ਬਟ ਮੇਰੇ ਪਾਸ ਕੁਝ ਕਾਲਰਸ ਨੇ ਜਿਹੜੇ ਕਿ ਜਸਟਿਸ ਦੇਣਗੇ, ਪਬਲਿਕ ਓਪੀਨੀਅਨ ਜਿਹੜੀ ਆ। ਅਮਨ ਜੱਖੂ ਸਾਹਿਬ ਸਾਡੇ ਸਤਿਕਾਰਯੋਗ ਨੇ ਔਰ ਸਤਿਕਾਰਯੋਗ ਸਾਡੇ ਮਨਵੀਰ ਵੀਰ ਜੀ ਨੇ। ਅੱਛਾ, ਪਬਲਿਕ ਓਪੀਨੀਅਨ ਕੀ ਆ, ਵੀ ਡੋਂਟ ਨੋ, ਲੈਟਸ ਸੀ। ਸਿੱਧੂ ਸਾਹਿਬ ਪਲੀਜ਼ ਮੈਨੂੰ ਕਾਲ ਦਿਓ, ਪ੍ਰੋਸੀਡ ਕਰੋ, ਟੈਲੀਫੋਨ ਕਾਲਸ ਪਲੀਜ਼ ਕਾਈਂਡਲੀ। ਹਾਂਜੀ ਕਾਲਰ, ਤੁਸੀਂ ਲਾਈਨ ਤੇ 437 ਕੀ ਕਹਿਣਾ ਚਾਹੁੰਦੇ ਹੋ? ਹੈਲੋ। ਹਾਂਜੀ, ਤੁਹਾਡੇ ਮੁਤਾਬਕ 2 ਹਸਬੈਂਡ ਵਾਈਫ ਨੇ, ਦੋਨੇ ਸਾਡੇ ਸਤਿਕਾਰਯੋਗ ਨੇ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕੀ ਗਲਤੀ ਕੀ ਆ? ਬਸ ਸਾਹਿਬ, ਇਹ ਤਾਂ ਗੱਲ ਹੈਗੀ ਹੈ ਜੀ, ਗਲਤ ਇਦਾਂ ਕਰਨਾ ਨਹੀਂ ਚਾਹੀਦਾ ਨਾ, ਵੀ ਜੇ ਕਿਸੇ ਨਾਲ ਕੀਤਾ ਉਹਨੂੰ ਉਹ ਪੂਰਾ ਉਹਦਾ ਕੰਮ ਕਰੋ ਹਨਾ ਜੀ, ਉਹਨੂੰ ਬੁਲਾਓ ਇੱਥੇ। ਇਦਾਂ ਹੁਣ ਜਿਵੇਂ ਬਾਈ ਕਹੀ ਜਾਂਦਾ ਵੀ ਮੈਂ ਪੈਸੇ ਦੇ ਦਿੰਦਾ ਹਨਾ, ਇਦਾਂ ਦੀ ਦੁਨੀਆ ਬਹੁਤ ਤੁਰੀ ਫਿਰਦੀ ਆ। ਅਗਲਾ ਕਹਿੰਦਾ ਹਾਂ ਭਾਈ ਵੀ ਜਾਂ ਤਾਂ ਹੁਣ ਬਾਈ ਨੂੰ ਪੁੱਛੋ ਵੀ ਕੋਈ ਤੁਹਾਡੇ ਰਿਸ਼ਤੇਦਾਰੀ 'ਚ ਕੋਈ ਹੋਵੇ ਕੁੜੀ ਧੀ ਭੈਣ ਹਨਾ, ਵੀ ਕੋਈ ਉਹਦੇ ਨਾਲ ਇਦਾਂ ਕਰੇ, ਉਹਨੂੰ 6-7 ਮਹੀਨੇ ਰੱਖੇ, ਨਾਲ ਸਾਲ ਰੱਖੇ, ਬਾਅਦ ਚ ਅਗਲਾ ਕਹੇ ਭਾਈ ਮੈਂ ਤਾਂ ਰੱਖਣਾ ਹੀ ਨਹੀਂ ਆ, ਵੀ ਮੈਂ 20 ਲੱਖ ਦਿੰਦਾ, ਤੇ ਤੁਸੀਂ ਇਦਾਂ ਮੰਨੋਗੇ? ਬਾਈ ਨਾਲ ਇਹ ਗੱਲ ਕਰੋ, ਬੁਲਾਏ, ਪੁੱਛੋ ਬੁਲਾਏ ਬਾਈ ਨੂੰ ਪਹਿਲਾਂ, ਤੁਸੀਂ ਇਦਾਂ ਮੰਨੋਗੇ? ਮੰਨ ਲਓ ਵੀ ਅਮਨਦੀਪ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦੇ ਕਿ ਪੈਸੇ ਦੇ ਨਾਲ ਜਿਹੜੀ ਜ਼ਿੰਦਗੀ ਆ ਉਹ ਇਦਾਂ ਨਹੀਂ ਤੁਰ ਸਕਦੀ, ਸ਼ਾਦੀ ਕਰਕੇ ਤੁਸੀਂ ਪੈਸੇ ਦੇ ਦਿਓ, ਫੀਸ ਕਰ ਲਓ ਸ਼ਾਦੀ। ਕੀ ਕਹਿਣਾ ਚਾਹੁੰਦੇ ਅਮਨ, ਤੁਹਾਡੇ ਮਨ ਦੇ ਵਿੱਚ ਕੀ ਆ? ਤੁਸੀਂ ਮੇਰੇ ਸਤਿਕਾਰਯੋਗ ਹੋ। ਸਹੀ ਗੱਲ ਹੈ ਇਹਨਾਂ ਦੀ, ਪਰ ਇਹ ਗੱਲ ਇਹ ਹੈ ਕਿ ਜਦੋਂ ਕਿਸੇ ਦੀ ਨਹੀਂ ਪ੍ਰੋਪਰ ਬਣਦੀ ਜਾਂ ਕਿਸੇ ਨਾਲ ਨਹੀਂ ਸਹੀ ਇੱਕ ਦੂਜੇ ਨਾਲ ਰਹਿੰਦੇ, ਫਿਰ ਉਹਦਾ ਹੱਲ ਤਾਂ ਜੀ ਇਦਾਂ ਹੀ ਹੋ ਸਕਦਾ ਜੀ। ਨਾਈਸ, ਵੈਰੀ ਗੁੱਡ। ਅਗਲੀ ਕਾਲ ਹੈ ਜੀ, ਪ੍ਰੋਸੀਡ ਕਰੋ, ਨੈਕਸਟ ਕਾਲ ਪਲੀਜ਼।
ਆਓ ਸਰ ਪਬਲਿਕ ਓਪੀਨੀਅਨ ਸਾਨੂੰ ਦਿਓ। ਹਾਂਜੀ ਕਾਲਰ ਗੋ ਹੈਡ। ਹੈਲੋ, ਸਤਿ ਸ਼੍ਰੀ ਅਕਾਲ ਜੀ ਬੋਲੋ। ਹਾਂਜੀ ਅਮਨ, ਤੁਹਾਡੀ ਜਿਹੜੀ ਫਰਸਟ ਮੈਰਿਜ ਸੀਗੀ ਇਹ ਲਵ ਮੈਰਿਜ ਸੀਗੀ ਕਿ ਜਿਹੜੀ ਸੈਕੰਡ ਸੀਗੀ? ਕਿਉਂਕਿ ਤੁਸੀਂ ਕਨਫਿਊਜ਼ ਆ, ਤੁਸੀਂ ਪਹਿਲੀ ਮੈਰਿਜ ਵੀ ਲਵ ਮੈਰਿਜ ਦੱਸ ਰਹੇ ਆ, ਦੂਸਰੀ ਵੀ। ਤੁਸੀਂ ਜਵਾਬ ਦੇਣਾ ਚਾਹੋਗੇ ਮੈਨੂੰ? ਹਾਂਜੀ ਜੀ, ਦੂਸਰੀ ਜਿਹੜੀ ਹੋਈ ਸੀਗੀ ਉਹ ਲਵ ਮੈਰਿਜ। ਤੁਸੀਂ ਕਦੋਂ ਮਿਲੇ ਸੀ? ਆਪਾਂ ਉਸ ਚੀਜ਼ ਬਾਰੇ ਗੱਲ ਕਰਦੇ ਹਾਂ। ਤੁਸੀਂ ਉਸ ਕੁੜੀ ਨੂੰ ਕਦੋਂ ਮਿਲੇ ਸੀ? ਕਿਹੜੇ ਈਅਰ 'ਚ ਮਿਲੇ ਸੀ? ਜਾਂ ਤਾਂ ਉਹ ਪਹਿਲਾਂ ਤੋਂ ਤੁਹਾਡੀ ਗਰਲਫ੍ਰੈਂਡ ਸੀਗੀ, ਤੁਸੀਂ ਉਹਦੇ ਨਾਲ, ਤੁਹਾਨੂੰ ਵੀ ਖੁਦ ਪਤਾ ਹੈ ਕਿ ਤੁਸੀਂ ਜਦੋਂ ਉਹਦੇ ਨਾਲ ਮੈਰਿਜ ਕੀਤੀ ਆ ਉਹਦੀ ਫੈਮਿਲੀ ਨਹੀਂ ਮੰਨ ਰਹੀ ਸੀਗੀ ਕਿਉਂਕਿ ਉਹ ਕੁੜੀ ਦੀ ਕਾਸਟ ਡਿਫਰੈਂਟ ਸੀ ਤੁਹਾਡੇ ਤੋਂ। ਬਾਅਦ ਵਿੱਚ ਤੁਸੀਂ ਇੰਡੀਆ ਜਾ ਕੇ ਇਹਦੇ ਨਾਲ ਵਿਆਹ ਕਰਵਾਇਆ ਤੇ ਉਹ ਕੁੜੀ ਆ ਕੇ ਤੁਹਾਨੂੰ ਕਹਿਣ ਲੱਗੀ ਕਿ ਮੈਂ ਵੀ ਤੇਰੇ ਨਾਲ ਰਹਿਣਾ ਚਾਹੁੰਦੀ ਆ। ਤੁਸੀਂ ਸੱਚ ਦੱਸੋਗੇ? ਹਾਂਜੀ ਬਿਲਕੁਲ ਦੱਸਾਂਗੇ ਜੀ। ਹਾਂਜੀ, ਤੁਸੀਂ ਪਲੀਜ਼ ਸੱਚ ਦੱਸੋ। ਤੁਸੀਂ ਕਿਸੇ ਕੁੜੀ ਦੀ ਜ਼ਿੰਦਗੀ ਨਾਲ ਏਦਾਂ ਨਾ ਕਰੋ ਕਿਉਂਕਿ ਰੱਬ ਸਭ ਕੁਝ ਦੇਖਦਾ ਆ। ਤੁਸੀਂ ਸੱਚ ਬੋਲੋ। ਤੁਸੀਂ ਹੁਣ ਇਸ ਕੁੜੀ ਨਾਲ ਜਿਹੜੀ ਕੁੜੀ ਨਾਲ ਤੁਸੀਂ ਹੁਣ ਹੈਗੇ ਤੁਸੀਂ ਰਹਿ ਸਕਦੇ, ਪਰ ਤੁਸੀਂ ਕਿਸੇ ਕੁੜੀ ਦੀ ਜ਼ਿੰਦਗੀ ਖਰਾਬ ਨਾ ਕਰੋ। ਉਹਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਸੀਗਾ। ਰਵੀਨ ਮੈਂ ਜਿੰਨਾ ਗੱਲ ਹਾਂਜੀ, ਤੇ ਤੁਸੀਂ 12 ਲੱਖ ਦੀ ਗੱਲ ਕਰਦੇ, ਇਹ ਕੋਈ ਇੱਜ਼ਤ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਕੁੜੀ ਨੂੰ ਯੂਜ਼ ਕਰੋਗੇ, ਰੱਖੋਗੇ ਤੇ ਬਾਅਦ ਚ ਉਹਨੂੰ ਛੱਡ ਕੇ ਕਿਸੇ ਹੋਰ ਨਾਲ ਚਲ ਜਾਓਗੇ? ਤੁਸੀਂ ਉਸ ਕੁੜੀ ਦੇ ਮਾਪਿਓ ਬਾਰੇ ਸੋਚੋ, ਉਸ ਕੁੜੀ ਦੇ ਬਾਰੇ ਸੋਚੋ ਕਿ ਉਹ ਕਦੀ ਜ਼ਿੰਦਗੀ 'ਚ ਕਦੀ ਕਿਸੇ ਹੋਰ ਨੂੰ ਟਰਸਟ ਕਰ ਪਾਏਗੀ? ਮੈਂ ਚੰਗੀ ਤਰ੍ਹਾਂ ਸੋਚਦਾ। ਅਸੀਂ ਤਾਂ ਬਹੁਤ ਟਾਈਮ ਤੋਂ ਉਹਨਾਂ ਦੀਆਂ ਮਿਹਨਤਾਂ ਕਰ ਰਹੇ ਹਾਂ। ਤੁਸੀਂ ਮਿਹਨਤਾਂ ਕਰਦੇ ਸੀ ਪਰ ਤੁਸੀਂ ਪਲੈਨਿੰਗ ਵੀ ਕਰ ਰਹੇ ਸੀਗੇ ਕਿ ਇੰਡੀਆ ਵਾਲੀ ਇੰਡੀਆ ਰਹੂਗੀ, ਇੱਥੇ ਵਾਲੀ ਇੱਥੇ ਰਹੂਗੀ। ਅਸੀਂ ਕੋਈ ਪਲੈਨਿੰਗ ਨਹੀਂ ਕੀਤੀ ਜੀ ਇਦਾਂ ਦੀ। ਉਹ ਤਾਂ ਰੱਬ ਵੀ ਜਾਣਦਾ ਹੈ ਅਮਨ। ਹਾਂਜੀ ਠੀਕ ਹੈ ਜੀ। ਓਕੇ ਅਗਲੀ ਕਾਲ ਪਲੀਜ਼। ਮੈਨੂੰ ਪਤਾ ਕੌਣ ਬੋਲਦੇ ਜੀ। ਹਾਂਜੀ ਅਮਨ ਕੌਣ ਨੇ ਇਹ ਵੈਸੇ ਤੁਸੀਂ ਦੱਸ ਸਕਦੇ ਹੋ? ਇਹ ਜੀ ਆਪਣੇ ਸਾਡੇ ਬੇਸਮੈਂਟ ਦੇ ਵਿੱਚ ਰਹਿੰਦੇ ਹੁੰਦੇ ਸੀ ਜੀ। ਇਹ ਨਾਲ ਰਲੇ ਹੋਏ ਆ ਜੀ। ਇਹਨਾਂ ਨੇ ਸਾਰਾ ਕੰਮ ਖਰਾਬ ਕੀਤਾ। ਇਹਨਾਂ ਨੇ ਕਿਰਾਇਆ ਵੀ ਨਹੀਂ ਸਾਡਾ ਦਿੱਤਾ ਜੀ। ਆਈ ਸੀ। ਅੱਛਾ ਜੀ, ਇੱਕ ਤੁਹਾਡੇ ਬੇਸਮੈਂਟ ਤੁਹਾਨੂੰ ਤਰ ਜਾਣਦੇ ਨੇ? ਹਾਂਜੀ, ਇਹਨਾਂ ਬੇਸਮੈਂਟ ਦੇ ਥਰੂ ਜਾਣਦੇ ਜੀ। ਇਹਨਾਂ ਨੇ ਸਾਡਾ ਕਿਰਾਇਆ ਨਹੀਂ ਦਿੱਤਾ ਸੀਗਾ ਤੇ ਇਹਨਾਂ ਕੋਲ ਕਿਰਾਇਆ ਮੰਗਿਆ ਤੇ ਇਹ ਵੇਚਦਾਂ ਪੈ ਗਏ। ਆਈ ਸੀ। ਦੇਖ ਲਓ ਸਿੱਧੂ ਸਾਹਿਬ ਜਲਦੀ ਕਰੋ, ਹੁਣ ਮੈਨੂੰ ਕਾਲ ਦਿਓ ਪਲੀਜ਼ ਕਾਈਂਡਲੀ। ਕਾਲਰ ਗੋ ਹੈਡ ਜੀ। ਹਾਂਜੀ ਬਸ ਸਤਿ ਸ਼੍ਰੀ ਅਕਾਲ ਜੀ। ਜੀ ਅਮਨ ਭਾਈ, ਤੁਸੀਂ ਪੈਸਿਆਂ ਦੀ ਗੱਲ ਕਰਦੇ ਆ। ਮੈਂ 12 ਲੱਖ ਮੈਂ 15 ਲੱਖ ਤੇ ਦੇਣ ਨੂੰ ਤਿਆਰ ਆ। ਬਾਸੀ ਸਾਹਿਬ ਦੇ ਨਾਲ ਇਸ ਜਿਹੜਾ ਇਹਦਾ ਮਸਲੇ ਦਾ ਕੋਈ ਹੱਲ ਕਰੋ। ਇਹ ਨਹੀਂ ਹੈਗਾ ਵੀ ਹਾਂ ਜਿਹੜੀ ਜੇ ਗਲਤੀ ਹੋਈ ਆ ਭਾਜੀ ਗਲਤੀ ਨੂੰ ਮੰਨੋ। ਜੇ ਕੁੜੀ ਵੱਲੋਂ ਹੋਈ ਆ ਤਾਂ ਕੁੜੀ ਗਲਤੀ ਮੰਨੇ। ਮੈਂ ਇੰਨੇ ਪੈਸੇ ਭੇਜੇ ਆ, ਮੈਂ ਇੰਨੇ ਪੈਸੇ ਨਹੀਂ ਭੇਜੇ ਹੈਗੇ। ਆਪਾਂ ਦੋ ਪਾਸੇ ਆਪਾਂ ਮੈਰਿਜ ਕਰਵਾ ਰਹੇ ਆ। ਤੁਸੀਂ ਸਿੰਗਲ ਆ। ਦੋਨਾਂ ਕੁੜੀਆਂ ਦੀ ਲਾਈਫ ਖਰਾਬ ਹੋਈ ਪਈ ਆ ਭਾਜੀ। ਤੁਸੀਂ ਇੱਧਰ ਰਹਿੰਦੇ ਪਏ ਕਰਕੇ ਜਿਹੜੀ ਇੱਧਰਲੀ ਵਾਈਫ ਹੈਗੀ ਜਦੋਂ ਤੁਹਾਡੇ ਨਾਲ ਹੈਗੀ ਆ ਉਹ ਕੁੜੀ ਇੰਡੀਆ ਦੇ ਵਿੱਚ ਆ, ਉਹਦੀ ਤਾਂ ਲਾਈਫ ਭਾਜੀ ਖਰਾਬ ਹੋਈ ਹੋਆ ਨਾ। ਅਸੀਂ ਉਹ ਟਰੱਕ ਡਰਾਈਵਰ ਆ, ਟਰੱਕ ਆਪਾਂ ਡਰਾਈਵ ਕਰਦੇ। ਇਟ ਮੀਨਸ ਅਸੀਂ 40 ਸਾਲ ਬਾਅਦ ਇੰਡੀਆ ਜਾ ਕੇ ਫੇਰ ਵਿਆਹ ਆਪਾਂ ਕਰਵਾ ਲਵਾਂਗੇ। ਆਪਾਂ ਇੰਡੀਆ ਜਾ ਕੇ ਫੇਰ ਧੋਖਾ ਦੇਵਾਂਗੇ ਕਿਸੇ ਨੂੰ? ਇੰਡੀਆ ਬਿਲਕੁਲ ਭਾਜੀ, ਤੁਹਾਡੀ ਗੱਲ ਸਹੀ ਆ। ਅਸੀਂ ਪੂਰਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਉਹ ਸਾਨੂੰ ਬਾਰ-ਬਾਰ ਕਹਿ ਰਹੇ ਆ ਕਦੀ ਹਫ਼ਤੇ ਬਾਅਦ ਆ ਜਾਓ, ਕਦੀ 2 ਹਫ਼ਤਿਆਂ ਬਾਅਦ ਆ ਜਾਓ, ਕਦੀ ਅਮਨ ਭਾਜੀ ਤੁਸੀਂ ਸਾਰੇ ਜਾਣੇ ਤੁਸੀਂ ਦੋਨੋਂ ਫੈਮਲੀਆਂ ਰਿਕਾਰਡਿੰਗਾਂ ਕਰੀ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ। ਤੁਸੀਂ ਕਹੀ ਜਾਂਦੇ ਆ ਵੀ ਹਾਂ ਅਸੀਂ ਧੋਖਾ ਦਿੰਦੇ ਹੁੰਦੇ ਸੀਗੇ, ਸਾਨੂੰ ਪਹਿਲੇ ਪਾ ਸੀਗਾ। ਭਾਜੀ ਇੰਨੀਆਂ ਲੰਬੀਆਂ ਗੱਲਾਂ ਵਧਣੀਆਂ ਹੀ ਨਹੀਂ ਸੀਆਂ। ਤੁਸੀਂ ਇੱਧਰ ਤੁਸੀਂ ਮੈਰਿਜ ਕਰਨੀ ਸੀ ਨਾ, ਤੁਸੀਂ ਪਹਿਲਾਂ ਉਹਨਾਂ ਦਾ ਹੱਲ ਕਰ ਲੈਂਦੇ। ਇਸੇ ਕਰਕੇ ਮੈਂ ਗਰੀਬ ਪਰਿਵਾਰ ਸੋਚ ਕੇ ਮੈਂ ਸਿਰਫ ਇਹੀ ਸੋਚਿਆ ਕਿ ਮੈਂ ਉਹਨਾਂ ਦਾ ਇੱਥੇ ਦਾ ਕੰਮ ਬਣਾ ਦੂੰਗਾ ਜੀ। ਸਿਰਫ ਇਸ ਕਰਕੇ ਵੀਰ ਜੀ ਤੁਸੀਂ ਕੰਮ ਬਣਾ ਦੂੰਗੇ ਕਹਿੰਦੇ ਆ, ਤੁਸੀਂ ਦੂਜੇ ਪਾਸੇ ਕਹੀ ਜਾਂਦੇ ਆ ਕੁੜੀ ਨੂੰ ਲਾਲਚ ਸੀਗਾ। ਭਾਜੀ ਮੈਂ ਵੀ ਇੰਡੀਆ ਵਿਆਹ ਕਰਵਾਇਆ। ਮੈਂ ਤਾਂ ਇਹੀ ਚਾਹੁੰਦਾ ਸੀਗਾ ਮੇਰਾ ਲਾਈਫ ਪਾਰਟਨਰ, ਮੈਂ ਆਪਣੇ ਮਾਪਿਆਂ ਨਾਲ ਰਹਿਣਾ, ਆਪਣੀ ਸਿਸਟਰ ਨਾਲ ਰਹਿਣਾ। ਜੇ ਮੈਂ ਵਿਆਹ ਕਰਾਇਆ ਮੇਰਾ ਲਾਈਫ ਪਾਰਟਨਰ ਜਲਦੀ ਤੋਂ ਜਲਦੀ ਆਵੇ। ਜੇ 1 ਸਾਲ ਲੱਗਦਾ ਮੈਂ ਸੱਚੇ ਪਾਤਸ਼ਾਹ ਕੋਲ ਇਹ ਅਰਦਾਸ ਕੀਤੀ ਸੀ ਵੀ 3 ਮਹੀਨਿਆਂ 'ਚ ਮੇਰੀ ਵਾਈਫ ਆ ਜਾਵੇ। ਇਹ ਸਾਡਾ ਕੋਈ ਲਾਲਚ ਥੋੜੀ ਆ ਭਾਜੀ। ਇਹ ਪਲੀਜ਼ ਭਾਜੀ ਮੈਨੂੰ ਪਤਾ ਤੁਸੀਂ ਰੇਡੀਓ ਤੇ ਗੱਲ ਕਰ ਰਹੇ ਆ, ਥੋੜਾ ਜਿਹਾ ਵੀਰ ਮੇਰੇ ਆਪਣੇ ਦਿਮਾਗ ਨੂੰ ਫਰੈਸ਼ ਕਰਕੇ ਜਵਾਬ ਦਿਓ। ਬਾਸੀ ਸਾਹਿਬ ਨੇ ਜਿਹੜਾ ਡਿਸੀਜਨ ਲੈਣਾ ਉਹ ਬਾਸੀ ਸਾਹਿਬ ਨੇ ਲੈਣਾ। ਦੋਨੋਂ ਪਾਸੇ ਪੈਰ ਰੱਖ ਕੇ ਤੁਸੀਂ ਇੱਧਰ ਵੀ ਵਾਈਫ ਕੋਲ ਡਰ ਰਹੇ ਆ, ਉੱਧਰ ਆਲਰੇਡੀ ਗੱਲਬਾਤ ਤੁਹਾਡੀ ਹੋਈ ਹੈਗੀ ਆ। ਤੁਹਾਡੀ ਜਵਾਨ ਕੰਬ ਰਹੀ ਆ ਭਾਜੀ। ਨਹੀਂ ਜੀ ਬਿਲਕੁਲ ਨਹੀਂ ਕੰਬ ਰਹੀ ਜਵਾਨ ਤਾਂ ਮੇਰੀ ਜੀ। ਆਈ ਸੀ। ਅਗਲੀ ਕਾਲ ਪਲੀਜ਼। ਹਾਂਜੀ ਪ੍ਰੋਸੀਡ ਕਰੋ ਨਾ। ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ ਤੁਹਾਡੇ ਮੁਤਾਬਕ ਕੌਣ ਲੜਕੀ ਗਲਤ ਹੈ ਜਾਂ ਲੜਕਾ ਗਲਤ ਹੈ? ਤੁਹਾਡੀ ਜੱਜਮੈਂਟ ਕੀ ਹੈ? ਸਾਡੇ ਪਾਸ 2 ਮਿੰਟ ਨੇ, ਕਾਲ ਕਰ ਲਓ ਪਲੀਜ਼। ਜੱਜਮੈਂਟ ਦਿਓ ਆਪਣੀ ਕਾਲਰਸ। ਜੀ ਬੋਲੋ ਜੀ। ਮੈਂ ਇਹੀ ਕਹਿਆ ਤਾਂ ਅਮਨ ਵੈਸੇ ਤਾਂ ਮੈਨੂੰ ਬਹੁਤ ਸਹੀ ਲੱਗਦਾ, ਭੈਣ ਵੀ ਚਲੋ ਠੀਕ ਲੱਗਦੀ ਹੈ, ਬਟ ਮੈਂ ਇਹਨਾਂ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਵੀ ਇਹ ਆਪਦੀ ਭੈਣ ਦਾ ਰਿਸ਼ਤਾ ਮੇਰੇ ਨਾਲ ਕਰ ਸਕਦੇ ਆ 12 ਲੱਖ ਰੁਪਏ 'ਚ? ਮੈਂ 25 ਦਿਨ ਰੱਖ ਕੇ ਛੱਡ ਦੂੰ ਉਹਨਾਂ ਨੂੰ। ਜਵਾਬ ਦੇਣ ਮੈਨੂੰ। ਭਾਜੀ ਜੇ ਇਦਾਂ ਤੁਸੀਂ ਪਹਿਲੀ ਤਾਂ ਗੱਲ ਇਹ ਬਿਲਕੁਲ ਗੱਲ ਗਲਤ ਕਰ ਰਹੇ ਆ ਨਾ। ਨਹੀਂ ਤੁਸੀਂ ਵੀ ਤਾਂ ਕਿਸੇ ਦੀ ਭੈਣ ਨੂੰ ਰੱਖ ਕੇ 25 ਦਿਨ ਤੁਸੀਂ ਆ ਗਏ ਹੋ ਤੇ ਤੁਸੀਂ ਹੁਣ 12 ਲੱਖ ਜੋਤਾਂ ਨੇ ਭੇਜ ਦੋ। ਮੈਂ ਮੇਰਾ ਤੁਹਾਡੀ ਭੈਣ ਨਾਲ ਕਰਾ ਦੋ, ਮੈਂ ਤੁਹਾਨੂੰ 15 ਲੱਖ ਦਿੰਦਾ। ਮੈਂ ਕਿਹਾ ਮੈਂ ਤੁਹਾਨੂੰ 50 ਲੱਖ ਦਿੰਦਾ ਜੀ। ਤੁਸੀਂ ਤਾਂ ਮੰਗਦੇ ਹੋ, ਤੁਸੀਂ ਦਿੰਨੇ ਥੋੜੋ। ਸ਼ਰੇਆਮ ਝੂਠ ਬੋਲੀ ਜਾਂਦਾ ਭਰਾਵਾ ਤੂੰ। ਅਸੀਂ ਵੀ ਕੈਨੇਡਾ ਤੋਂ ਬੋਲਦੇ ਆ, ਅਸੀਂ ਵੀ ਵਿਆਹ ਕਰਾਇਆ ਇੰਡੀਆ। ਕੁੜੀ ਚੰਗੀ ਭਲੀ ਸੱਚੀ ਬੰਦਾ ਕਦੇ ਕੰਬਦਾ ਨਹੀਂ ਹੈਗਾ ਵੀਰੇ। ਤੇਰੀ ਜਵਾਨ ਥੜ ਕੰਬਦੀ ਆ।
ਉਹ ਯਾਰ ਤੁਸੀਂ ਦੋ ਰੱਖ ਕੇ ਲੈਂਦੇ ਹੋ ਨਜ਼ਾਰੇ, ਤੇ ਤੁਸੀਂ ਆਪਦੀਆਂ ਭੈਣਾਂ ਬਾਰੇ ਜਾਂ ਸੁਣ ਕੇ ਤੁਹਾਨੂੰ ਗੁੱਸਾ ਚੜਦਾ। ਨੈਕਸਟ ਕਾਲ ਪਲੀਜ਼। ਹਾਂਜੀ ਕਾਲ ਟੋਰਾਂਟੋ ਕਾਲਰ, ਗੋ ਹੈਡ ਪਲੀਜ਼। ਕਾਲਰ ਬੋਲੋ। ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਜੀ ਬੋਲੋ ਅਮਨ ਜੀ ਲਾਈਨ ਨੇ ਸਾਡੇ ਸਤਿਕਾਰ। ਮੈਂ ਅਮਨ ਨੂੰ ਪੁੱਛਣਾ ਚਾਹੁੰਦਾ ਵੀ ਇਹ ਕੁੜੀ ਨੂੰ ਕਹਿੰਦਾ ਆ ਵੀ ਇਹ ਕੁੜੀ। ਹਾਂਜੀ ਲਾਈਨ ਤੁਸੀਂ ਤੁਹਾਡੇ ਕੋਲ ਘੱਟ ਹੋ ਗਈ ਸਿੱਧੂ ਸਾਹਿਬ, ਲਾਈਨ ਸਿੱਧੂ ਸਾਹਿਬ ਤੋਂ ਘੱਟ ਹੋ ਗਈ। ਆਈ ਐਮ ਸੌਰੀ। ਅਮਨ ਇਹਦਾ ਹੱਲ ਕੀ ਹੈ ਫਿਰ? ਅਮਨ ਤੁਹਾਡੇ ਕੋਲ ਸੋਲੂਸ਼ਨ ਤੁਹਾਡੇ ਕੋਲ ਹੈ ਇਸ ਵੇਲੇ, ਔਰ ਬਾਲ ਤੁਹਾਡੇ ਹੱਥ ਵਿੱਚ ਹੈ। ਤੁਸੀਂ ਬਾਲ ਨੂੰ ਕਿੱਧਰ ਭੇਜਦੇ ਹੋ, ਕਿੱਧਰ ਨਹੀਂ ਭੇਜਦੇ, ਇਹ ਤੁਹਾਡੇ ਹੱਥ ਵਿੱਚ ਆ। ਮੇਰੇ ਖਿਆਲ ਕਿ ਜੱਖੂ ਸਾਹਿਬ ਤੁਸੀਂ ਇੱਕ ਚੰਗੇ ਘਰਾਣੇ ਨਾਲ ਸੰਬੰਧਿਤ ਹੋ, ਔਰ ਇਹਦਾ ਹੱਲ ਜਿਹੜਾ ਤੁਸੀਂ ਕਰ ਸਕਦੇ ਹੋ। ਔਰ ਅਸੀਂ ਸਿੱਧੂ ਸਾਹਿਬ ਪਲੀਜ਼ ਮੈਨੂੰ ਤੁਸੀਂ ਕਾਲ ਦੇਣ ਚ ਕੀ ਹੋ ਰਿਹਾ ਅੱਜ? ਹਾਂਜੀ ਹੈਲੋ ਹਾਂਜੀ ਜੀ ਵੀ ਕੀ ਕਹਿਣਾ ਚਾਹੁੰਦੇ, ਬੋਲੋ। ਬਾਸੀ ਸਾਹਿਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਮੁੰਡਾ ਸਰਾਸਰ ਝੂਠ ਬੋਲ ਰਿਹਾ। ਪਹਿਲੀ ਗੱਲ, ਇਹ ਕਦੇ ਕਹਿ ਦਿੰਦਾ ਮੈਂ ਪੈਸੇ ਭੇਜੇ ਸੀ, ਜੇ ਉਹ ਕੁੜੀ ਨੂੰ ਪਸੰਦ ਨਹੀਂ ਕਰਦਾ ਸੀ ਤੇ ਪੈਸੇ ਕਦੇ ਭੇਜੇ ਨੇ। ਦੂਜਾ ਨੰਬਰ, ਇਹ ਕਹਿੰਦਾ 15 ਲੱਖ ਦੇ ਦਿਆਂਗੇ। ਜੇ ਇਹਦੀ ਸਿਸਟਰ ਨਾਲ ਏਦਾਂ ਹੋਇਆ ਹੁੰਦਾ, ਇਹ 15 ਲੱਖ ਲੈ ਕੇ ਘਰ ਬੈਠ ਜਾਂਦਾ। ਪੈਸਾ ਕੋਈ ਵੀ ਚੀਜ਼ ਨਹੀਂ ਹੁੰਦੀ, ਇੱਜ਼ਤ ਸਭ ਤੋਂ ਵੱਡੀ ਚੀਜ਼ ਹੁੰਦੀ ਬਾਸੀ ਸਾਹਿਬ। ਆਈ ਸੀ। ਅਗਲੀ ਕਾਲ ਪਲੀਜ਼, ਨੈਕਸਟ ਕਾਲ। ਸਾਡਾ ਨੰਬਰ ਹੈ 416 902 7500 ਤੇ ਕਾਲ ਕਰ ਸਕਦੇ ਹੋ 416 785 0680। ਕਾਲਰ ਕੀ ਕਹਿਣਾ ਚਾਹੁੰਦੇ, ਬੋਲੋ। ਕਾਲਰ ਤੁਸੀਂ ਲਾਈਨ ਤੇ ਹੋ ਜੀ? ਹੈਲੋ, ਹਾਂਜੀ ਬੋਲੋ ਜੀ, ਬੋਲੋ ਬੇਟਾ। ਹਾਂਜੀ ਆ ਮੁੰਡੇ ਨੂੰ ਸ਼ੇਮ ਆ, ਪਹਿਲੇ ਨੰਬਰ ਤੇ ਤਾਂ ਸ਼ਰਮ ਆਉਣੀ ਚਾਹੀਦੀ ਹੈ ਇਹਨੂੰ। ਨੋ ਡੋਂਟ ਸੇ ਦੈਟ, ਤੁਸੀਂ ਕਮੈਂਟ ਕਰੋ ਪ੍ਰੋਪਰ ਪਲੀਜ਼। ਹਾਂ, ਕਮੈਂਟ ਮੇਰਾ ਇਹ ਆ ਕਿ ਆਈ ਹੋਪ ਹੀ ਡਿਜ਼ਰਵਸ ਵਾਟ ਹੀ ਡਿਡ। ਵਾਟ ਹੀ ਡਿਜ਼ਰਵ, ਵਾਟ ਹੀ ਡਿਡ, ਕੀ ਕਹਿਣਾ ਚਾਹੁੰਦੇ ਹੋ? ਡਿਜ਼ਰਵ ਤੇ ਡਿਡ ਕੀ? ਮੈਂ ਇਹ ਚਾਹੁੰਦੀ ਆ ਵੀ ਜਿਵੇਂ ਕੁੜੀ ਇੰਡੀਆ ਬੈਠੀ ਹੈ ਨਾ, ਆਈ ਹੋਪ ਕਿਸੇ ਵੇ ਨਾਲ ਇਹ ਵੀ ਉੱਥੇ ਜਾ ਕੇ ਬੈਠੇ ਤੇ ਇਹਨੂੰ ਪਤਾ ਲੱਗੇ ਕਿ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਕਰਕੇ ਤੇ ਕਿੱਦਾਂ ਬੈਠੀ ਦਾ ਆ ਕੇ ਵਾਪਸ ਕਿੰਨੇ ਦੁਖੀ ਹੋਈਦਾ ਆ। ਇਹਦੀ ਖੁਦ ਦੀ ਸਿਸਟਰ ਵੀ ਜਿੱਦਾਂ ਕੱਲ ਉਹ ਦੱਸ ਕੇ ਗਏ ਸੀ ਕਿ ਚਾਚੇ ਦੇ ਨਾਲ ਵਿਆਹ ਕਰਾ ਕੇ ਇੱਥੇ ਆਈ ਆ। ਆਈ ਵਾਂਟ ਟੂ ਆਸਕ ਹਿਮ, ਇਜ਼ ਇਟ ਟਰੂ ਔਰ ਨਾਟ? Did she sleep with him or something like this? Did she did or no? Thank you. No, she never did. ਜੀ ਆਈ ਸੀ। ਅਮਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਤਲਬ ਤੁਹਾਡੇ ਮਨ ਦੇ ਵਿੱਚ ਕੀ ਹੈ? ਕਿਉਂਕਿ ਇਸ ਪ੍ਰੋਬਲਮ ਦੇ ਵਿੱਚ ਆਪਾਂ ਡੰਗਾਈ ਵਿੱਚ ਨਹੀਂ ਜਾਣਾ ਚਾਹੁੰਦੇ। ਇਹਦਾ ਹੱਲ ਕੀ ਹੈ ਤੁਹਾਡੇ ਮੁਤਾਬਕ? ਕੀ ਹੱਲ ਕੀ ਹੋ ਸਕਦਾ ਇਹਦੇ ਬਾਰੇ ਵਿੱਚ? ਸਾਡੇ ਟਰੰਟ ਦੇ ਇਹਨਾਂ ਨੂੰ ਪੁੱਛ ਲਓ ਤੁਸੀਂ। ਇਹ ਮਤਲਬ ਹੱਲ ਤਾਂ ਇਹੀ ਹੈ ਜੀ। ਇਹ ਮਤਲਬ ਨਾ ਤਾਂ ਉਹ ਕਿਸੇ ਗੱਲ ਤੇ ਆ ਰਹੇ, ਨਾ ਸਾਨੂੰ ਕੋਈ ਪ੍ਰੋਪਰਲੀ ਕੋਈ ਮਤਲਬ ਦੱਸ ਰਹੇ ਗੱਲ। ਆਈ ਸੀ। ਮਨਵੀਰ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਚਾਹੁੰਦੇ ਕੀ ਹੋ ਮਨਵੀਰ ਹੁਣ ਤੁਸੀਂ? ਸਰ ਮੈਂ ਤਾਂ ਇਹ ਚਾਹੁੰਦੀ ਕਿ ਮੈਨੂੰ ਜਿਹੜਾ ਕਹਿੰਦੇ ਮੈਨੂੰ ਪੈਸੇ ਦਾ ਲਾਲਚ ਹੈ, ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ। ਮੈਨੂੰ ਚਾਹੇ 50 ਪੈਸਾ ਤੱਕ ਨਾ ਮਿਲੇ, 50 ਰੁਪਏ ਪੈਸਾ ਤੱਕ ਨਾ ਮਿਲੇ, ਇਹਨਾਂ ਨੂੰ ਜੇਲ੍ਹ ਹੋਵੇ, ਇਹ ਡਿਪੋਰਟ ਹੋਣ, ਇਹਨਾਂ ਨੂੰ ਪਤਾ ਲੱਗੇ ਕਿ ਤੜਫ ਕੀ ਹੁੰਦੀ ਆ। ਮੈਂ ਕਿੱਦਾਂ ਤੜਫੀ ਆ, ਮੇਰੇ ਪੇਰੈਂਟਸ ਕਿੱਦਾਂ ਤੜਫੇ ਤੇ ਕਿੱਦਾਂ ਭੁੱਖੇ ਪਿਆਸੇ ਰੋ ਕੇ ਕੋਰਟ ਕਚਹਿਰੀਆਂ ਥਾਣੇ ਚੱਕਰ ਲਾ ਰਹੇ ਆ। ਤਾਂ ਜਿਹੜਾ ਇਹ ਕਹਿੰਦੇ ਸੀ ਇਹਨਾਂ ਨੂੰ ਕਿਹਾ ਕਿ ਸਮਝੌਤਾ ਕਰ ਲਓ। ਸਰ ਪੰਚਾਇਤਾਂ ਵੀ ਹੋਈਆਂ, ਥਾਣੇ 'ਚ ਵੀ ਮੈਨੂੰ ਬਾਰ-ਬਾਰ ਤਰੀਕਾ ਤੇ ਬੁਲਾਇਆ ਜਾ ਰਿਹਾ ਸੀ, ਮੇਰਾ ਮੁੱਲ ਪਾਇਆ ਜਾਂਦਾ ਸੀ। ਪਹਿਲਾਂ ਇਹ ਕਹਿੰਦੇ ਸੀ ਕਿ ਹਾਂ ਅਸੀਂ ਤਿਆਰ ਆ, ਅਸੀਂ ਆਪਣੇ ਪਿੰਡ ਪੰਚਾਇਤ 2 ਵਾਰ ਹੋ ਚੁੱਕੀ, ਬਹੁਤ ਵਧੀਆ ਮੋਹਤਵਾਰ ਪਿੰਡ ਦੇ ਮੈਂਬਰ ਬੈਠੇ ਸੀ ਤੇ ਇਹਨਾਂ ਨੇ ਮੇਰਾ ਮੁੱਲ ਪਾਇਆ ਵੀ 2 ਲੱਖ ਲੈ ਲਓ। ਫਿਰ ਕਹਿੰਦੇ ਨਹੀਂ 3 ਲੱਖ ਲੈ ਲਓ। ਸਰ ਮੇਰਾ ਮੁੱਲ ਪਾ ਰਹੇ ਸੀ ਮੇਰੀ ਇੱਜ਼ਤ ਦਾ। ਇਹ ਗੱਲ ਅਮਨ ਸੱਚੀ ਹੈ? ਤੁਹਾਡੇ ਸ਼ਾਇਦ ਨਾ ਪਤਾ ਹੋਵੇ, ਤੁਹਾਡੇ ਜਾਣ ਵਾਲੇ ਲੋਕ ਇਸ ਤਰ੍ਹਾਂ ਕੀਤਾ ਜੀ ਉਹਨਾਂ ਨੇ? ਦੇਖੋ ਜੀ, ਇੱਕ ਤਾਂ ਇਹ ਮੈਨੂੰ ਸੁਸਾਈਡ ਦੀਆਂ ਧਮਕੀਆਂ ਦੇ ਰਹੇ ਸੀ। ਇੱਕ ਇਹ ਚੱਕਰ ਹੈ ਕਿ ਜਦੋਂ ਸਾਰੀ ਗੱਲਾਂ ਬਾਤਾਂ ਕਰਦੇ ਆ, ਜਦੋਂ ਇਹ ਆਪਣਾ ਪੱਖ ਰੱਖਦੇ ਆ, ਸਾਰੀ ਕਹਿੰਦੇ ਆ ਵੀ 6-7 ਲੱਖ ਤੋਂ ਸਟਾਰਟ ਕੀਤਾ ਸੀ। ਪਰ ਗੱਲ ਇਹ ਆ ਵੀ ਇਹਨਾਂ ਨੇ ਕੋਈ ਨਾ ਤਾਂ ਇਹੀ ਦਾਨਾ ਕਰਦੇ ਆ, ਸਾਨੂੰ ਦੱਸਦੇ ਨਹੀਂ ਹੈਗੇ। ਉੱਪਰ ਦੀ ਕਹੀ ਜਾਂਦੇ, ਕਦੀ ਥਾਣੇ 'ਚ ਚਲ ਜਾਂਦੇ, ਕਦੀ ਪੰਚਾਇਤ 'ਚ ਕਹਿੰਦੇ ਅਸੀਂ ਫੈਸਲਾ ਕਰਨਾ, ਫਿਰ ਆਉਂਦੇ ਨਹੀਂ ਹੈਗੇ। ਪਤਾ ਨਹੀਂ ਜੀ, ਸਾਨੂੰ ਸਮਝ ਨਹੀਂ ਲੱਗਦੀ। ਆਈ ਸੀ। ਨੰਬਰ 5 ਕਾਲਰਸ ਪਲੀਜ਼ ਮੈਨੂੰ। ਹਾਂਜੀ ਕਾਲਰ ਗੋ ਹੈਡ ਜੀ। ਬਾਸੀ ਸਾਹਿਬ ਗੱਲ ਏਦਾਂ ਜੀ, ਲੋਕ ਆਪਣੇ ਪਤਾ ਕੀ ਕਰ ਰਹੇ ਨੇ ਜੀ, ਲੋਕ ਆਪਣੇ ਕੁੜੀ ਵੱਲੋਂ ਹਮਦਰਦੀ ਜਤਾ ਕੇ ਨਾ ਮੁੰਡੇ ਨੂੰ ਗਲਤ ਕਹਿ ਰਹੇ ਨੇ ਜੀ। ਗੱਲ ਕੀ ਆ, ਮੈਂ ਮੁੰਡੇ ਦੇ ਪਰਿਵਾਰ ਨੂੰ ਪਰਸਨਲੀ ਜਾਣਦਾ, ਇਹ ਬਹੁਤ ਵਧੀਆ ਟੱਬਰ ਆ ਜੀ ਤੇ ਇਹਨਾਂ ਦੇ ਇਹ ਲੋਕਾਂ ਦੀ ਮਦਦ ਕਰਦੇ ਨੇ ਬਹੁਤ ਜ਼ਿਆਦਾ। ਮੈਂ ਇਹਨਾਂ ਨੂੰ ਪਰਸਨਲੀ ਜਾਣਦਾ। ਇਹਨਾਂ ਦੇ ਨਾ ਜਿਹੜੀ ਬਾਈ ਦੀ ਭੈਣ ਨੇ ਆਪਣੇ ਸਕੇ ਚਾਚੇ ਨੂੰ ਵਿਆਹ ਕਰਾ ਕੇ ਇੱਥੇ ਬਾਹਰ ਕੱਢਿਆ ਜੀ। ਹਾਂਜੀ ਬਾਈ ਦੀ ਜਿਹੜਾ ਅਮਨ ਹੈ ਇਹਦੀ ਭੈਣ ਨੇ ਆਪਣੇ ਸਕੇ ਚਾਚੇ ਨਾਲ ਵਿਆਹ ਕਰਾ ਕੇ ਉਹਨਾਂ ਨੂੰ ਵੀ ਬੁਲਾ ਲਿਆ ਕੈਨੇਡਾ। ਆਈ ਹੈਵ ਨੋ ਐਨੀ ਮਦਦ ਕੀਤੀ ਆ। ਨਹੀਂ ਜੀ, ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ। ਕਾਲਰ ਉਹ ਕਹਿੰਦੇ ਕਿ ਐਲੀਗੇਸ਼ਨ। ਹਾਂਜੀ ਅਗਲੀ ਕਾਲ ਪਲੀਜ਼। ਹੈਲੋ ਕਾਲਰ ਗੋ ਹੈਡ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਮੈਂ ਇਹੀ ਪੁੱਛਣਾ ਜੀ, ਵਿਚਾਰੀ ਤੁਸੀਂ ਭੈਣ ਦੀ ਫੋਟੋ ਤਾਂ ਲਾਤੀ, ਇਹ ਭਰਾ ਦੀ ਫੋਟੋ ਤੋਂ ਕਿਉਂ ਡਰਦਾ? ਜੇ ਬੰਦਾ ਸੱਚਾ ਹੋਵੇ ਤਾਂ ਫੋਟੋ ਲਾਓ ਇਹਦੀ ਜੀ। ਜੇ ਇੰਨਾ ਹੀ ਸੱਚਾ ਤਾਂ ਫੋਟੋ ਕਿਉਂ ਨਹੀਂ ਲਵਾਉਂਦਾ? ਉਹ ਕੁੜੀ ਹੋ ਕੇ ਉਹ ਬੰਦੀ ਡਰਦੀ ਨਹੀਂ, ਕਿਉਂਕਿ ਉਹ ਸੱਚੀ ਆ, ਉਹਨੇ ਆਪਦੀ ਫੋਟੋ ਲਵਾਈ ਆ। ਜੇ ਮੁੰਡਾ ਹੋ ਕੇ ਇੱਜ਼ਤ ਤੇ ਲਾਈਵ ਫੋਟੋ ਤੋਂ ਕਿਉਂ ਡਰਦਾ? ਕਿਉਂਕਿ ਫਿਰ ਕੈਨੇਡਾ ਵਾਲੇ ਨੇ ਹੁਣ ਚੱਕ ਲੈਣੀ ਜੁੱਤੀ ਇਹਦੇ ਤੇ, ਇਹ ਤਾਂ ਡਰਦਾ ਹੁਣ।
ਕਿਉਂਕਿ ਆਂਡੀਆਂ ਗਵਾਂਡੀਆਂ ਨੇ ਦੇਖਣਾ ਜੀ ਆ ਸਾਡਾ ਗਵਾਂਢੀ ਅਮਨ ਅੱਛੇ ਨਹੀਂ ਆ ਕੀਤਾ ਪਤਾ ਲੱਗਿਆ ਵਧੀਆ ਦੁਨੀਆ ਨੂੰ ਤੇ ਕੈਨੇਡਾ ਜਿੱਥੇ ਚੌੜੇ ਹੋ ਕੇ ਫਿਰਦੇ ਆਏ। ਮਨਵੀਰ ਤੁਸੀਂ ਇਸ ਲੜਕੇ ਦੀ ਆਵਾਜ਼ ਪਛਾਣ ਰਹੇ, ਪੂਰਾ ਨਾਮ ਕਿਸ ਲੜਕੇ ਦਾ? ਸਰ ਅਮਨ ਜੱਖੂ। ਅਮਨਦੀਪ ਸਿੰਘ ਜੱਖੂ। ਜੱਖੂ ਓਕੇ। ਟੇਕ ਨੰਬਰ 5 ਕਾਲ ਪਲੀਜ਼। ਹਾਂਜੀ ਕਾਲਰ ਕੀ ਕਹਿਣਾ ਚਾਹੁੰਦੇ ਬੋਲੋ। ਸਾਨੂੰ ਪਬਲਿਕ ਜਿਹੜੀ ਕਾਲ ਕਰੇ ਕਿ ਤੁਹਾਡੇ ਮੁਤਾਬਕ ਕੌਣ ਸੱਚਾ ਕੌਣ ਝੂਠਾ, ਕੀ ਲੜਕੀ ਵਿੱਚ ਲੱਗਦਾ ਤੁਹਾਨੂੰ ਜਾਂ ਲੜਕੇ ਵਿੱਚ ਤੁਹਾਡੀ ਫੀਲਿੰਗ ਕੀ ਨੇ? ਹਾਂਜੀ ਕਾਲਰ ਬੋਲੋ। ਕਾਲਰ ਤੁਸੀਂ ਲਾਈਨ ਤੇ ਹੋ ਜੀ। ਸਿੱਧੂ ਸਾਹਿਬ ਜਦ ਤੁਸੀਂ ਕਾਲ ਤੇ ਲਿਆਉਂਦੇ ਪੁੱਛ ਲਓ ਕਿ ਬੋਲੋ ਜਾਂ ਨਹੀਂ। ਹਾਂਜੀ ਸੁਖਵਿੰਦਰ ਬੋਲੋ ਜੀ। Hello. ਹਾਂਜੀ ਬੋਲੋ ਭੈਣ ਜੀ। I agree with the boy said, like, why ਜਿਹੜਾ ਜੱਕੂ ਆ ਆਪਣੀ ਪਿਕਚਰ ਸ਼ੋ ਕਰਾਉਣ ਤੋਂ ਹਾਈਡ ਕਾਤੇ ਕਰਨਾ ਚਾਹੁੰਦੇ if he is right? why ਆਪਣੀ ਪਿਕਚਰ ਕਿਉਂ ਨਹੀਂ ਸ਼ੋ ਕਰਨਾ ਦੇਣਾ ਚਾਹੁੰਦੇ? ਇੱਕ ਕੁੜੀ ਆ ਉਹ ਕਰਨ ਡਈ ਆ। ਦੇਖੋ ਜੀ ਇਹ ਜਿਹੜੇ ਨਿਊ ਇਨ-ਲਾਜ਼ ਆ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ, ਇਸ ਕਰਕੇ ਮੈਂ ਸ਼ੋ ਨਹੀਂ ਕਰਨਾ ਚਾਹੁੰਦਾ ਸੀਗਾ। why ਇਹਨਾਂ ਨੂੰ ਕਾਹਦਾ ਡਰ ਆ? ਉਹਨਾਂ ਨੂੰ ਆਪਣੀ ਇੱਜ਼ਤ ਦਾ ਡਰ ਆ ਜੀ। ਉਹ ਕੋਈ ਵੀ ਇੱਦਾਂ ਚਾਹੂਗਾ। he is 100% wrong. he is 100% wrong. ਉਹਨਾਂ ਨੂੰ ਕੁਝ ਨਹੀਂ ਇੱਦਾਂ ਦਾ ਪਤਾ ਸੀ ਜੀ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਇਹ ਗੱਲ ਦੇ ਨਾਲ। ਤੇ ਤੇਰੀ ਇੱਜ਼ਤ ਬਾਹਲੀ ਜਾਂਦੀ ਆ, ਜਿਹੜੀ ਤੂੰ ਕਿਸੇ ਦੀ ਕੁੜੀ ਦੀ ਇੱਜ਼ਤ ਖਰਾਬ ਕੀਤੀ, ਉਹਨਾਂ ਦੀ ਇੱਜ਼ਤ ਨਹੀਂ ਸੀ। ਉਹ ਕੁੜੀ ਨੇ ਜੀ ਸੁਸਾਈਡ ਦੀਆਂ ਧਮਕੀਆਂ ਦਿੱਤੀਆਂ। ਨਾਲੇ ਦੇਖੋ ਤੁਸੀਂ ਇੰਨਾ ਮੈਂ ਪੈਸਾ ਭੇਜਿਆ। ਅਮਨ ਸਵਾਲ ਇਹ ਪੈਦਾ ਹੁੰਦਾ ਕਿ ਲੋਕ ਇਹ ਕਹਿੰਦੇ ਕਿਸੇ ਮੰਨਣ ਨੂੰ ਤਿਆਰ ਹੈ ਕਿ ਤੂੰ ਸੱਚ ਬੋਲਦਾ ਹੈ, ਤੂੰ ਪੈਸੇ ਭੇਜ ਸਭ ਕੁਝ ਭੇਜਿਆ। ਉਹ ਕਹਿੰਦੇ ਕਿ ਤੂੰ ਸਾਨੂੰ ਅਲਾਓ ਕਿਉਂ ਨਹੀਂ ਕਰ ਰਿਹਾ ਆਪਣੀ ਫੋਟੋ ਦਿਖਾ ਲੈਣ ਨੂੰ ਜਦ ਕਿ ਤੇਰੇ ਵਿੱਚ ਨੁਕਸ ਨਹੀਂ ਹੈ। ਤਾਂ ਤੁਸੀਂ ਰੀਜ਼ਨ ਕੀ ਹੈ ਫੋਟੋ ਆਪਣੀ? ਤੁਸੀਂ ਲੋਕ ਪੁੱਛ ਰਹੇ ਨੇ, ਸਾਨੂੰ ਬਾਰ-ਬਾਰ ਈਮੇਲ ਆ ਰਹੇ ਨੇ, ਟੈਕਸ ਆ ਰਹੇ ਨੇ। ਸਿੱਧੂ ਸਾਹਿਬ ਤੁਹਾਨੂੰ ਕਿੰਨੇ ਈਮੇਲ ਆ ਰਹੇ ਨੇ ਕਿ ਫੋਟੋ ਨੂੰ ਮੈਂ ਫੋਟੋ ਨਹੀਂ ਕਰਨੀ ਜੀ। ਮੇਰੇ ਸਾਡੀ ਪਰਸਨਲ ਲਾਈਫ ਦਾ ਸਵਾਲ ਹੈ ਜੀ। ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਾਰੇ ਪਰਿਵਾਰ ਨੂੰ ਨਾ ਪਤਾ ਲੱਗੇ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਹੈ? ਹਾਂਜੀ ਬਿਲਕੁਲ। ਉਹਦੇ ਕਰਕੇ ਤੁਸੀਂ ਨਹੀਂ ਲਾਉਣਾ। ਓਕੇ ਅਗਲੀ ਕਾਲ ਜੀ। ਹਾਂਜੀ ਨੰਬਰ 5 ਕਾਲ ਦਿਓ ਪਲੀਜ਼। ਹਾਂਜੀ ਬੋਲੋ ਜੀ। ਹੈਲੋ। ਹਾਂਜੀ ਬੋਲੋ ਭੈਣ ਜੀ ਬੋਲੋ। ਹੈਲੋ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਇਸ ਮੁੰਡੇ ਨੂੰ ਇਹ ਪੁੱਛਣਾ ਚਾਹੁੰਦੀ ਆ ਤੇ ਜੇ ਪਿਆਰ ਨਹੀਂ ਸੀ ਕਰਦਾ ਤੇ ਇਹਨੇ ਪੈਸੇ ਦਿੱਤੇ, ਇਹਨੇ ਸ਼ਾਦੀ ਕਰਵਾਈ ਤੇ 20 ਦਿਨ ਉਹਦੇ ਨਾਲ ਰਹਿ ਕੇ ਆਇਆ ਤੇ ਉੱਥੋਂ ਆ ਕੇ ਇਹਨੇ ਵਾਪਸ ਸ਼ਾਦੀ ਕਰਵਾ ਲਈ ਬਿਨਾਂ ਡਿਵੋਰਸ ਕੀਤੇ। ਪਹਿਲਾਂ ਤਾਂ ਉਹਦੇ ਨਾਲ ਫਰਾਡ ਕਰਕੇ ਆਇਆ, ਫਿਰ ਇੱਥੇ ਆ ਕੇ ਇਹਨੇ ਦੂਸਰੀ ਕੁੜੀ ਨਾਲ ਵਿਆਹ ਕਰਵਾ ਕੇ ਗਵਰਨਮੈਂਟ ਨਾਲ ਵੀ ਫਰਾਡ ਕੀਤਾ। ਇਹਨੂੰ ਚਾਹੀਦਾ ਨਹੀਂ ਸੀ ਪਹਿਲਾਂ ਮੈਂ ਡਿਵੋਰਸ ਕਰਾਂ, ਜੇ ਨਹੀਂ ਬਣਦੀ ਚਲੋ ਕੋਈ ਗੱਲ ਨਹੀਂ, ਬਹੁਤ ਲੋਕਾਂ ਦੀ ਨਹੀਂ ਬਣਦੀ। ਉਹ ਕੁੜੀ ਨੂੰ ਇਨਸਾਫ ਤਾਂ ਦਿੰਦਾ ਨਾ, ਪਹਿਲਾਂ ਡਿਵੋਰਸ ਕਰਦਾ। ਹੁਣੇ 12 ਲੱਖ ਦੇਣ ਨੂੰ ਤਿਆਰ ਹੋ ਗਿਆ ਜਦੋਂ ਇਹ ਰੇਡੀਓ ਤੇ ਲਿਆਉਂਦਾ। ਤੇ ਇਹ ਤਾਂ ਸਰਾਸਰ ਝੂਠ ਬੋਲ ਰਿਹਾ ਜੀ, ਇਹ ਤਾਂ ਗਲਤ ਗੱਲ ਆ ਕਿਸੇ ਦੀ ਜ਼ਿੰਦਗੀ ਬਰਬਾਦ ਕਰਨਾ। ਮੈਂ ਬਿਲਕੁਲ ਜੀ ਤੁਹਾਡੀ ਗੱਲ ਸਹੀ। ਮੈਂ ਨੋਟੀਫਿਕੇਸ਼ਨ ਭੇਜਿਆ ਤੇ ਮੈਂ ਸਿਰਫ ਇਹ ਚਾਹੁੰਦਾ ਸੀ ਵੀ ਉਹ ਜਿੱਦਾਂ ਕਹਿੰਦੇ ਸੀ ਵੀ ਕੈਨੇਡਾ ਆਉਣਾ। ਮੈਂ ਸੋਚਿਆ ਸੀਗਾ ਵੀ ਮੈਂ ਕੈਨੇਡਾ ਪਹੁੰਚਾ ਦੂੰਗਾ। ਫਿਰ ਜੇ ਤੇ ਕੈਨੇਡਾ ਆਉਣ ਵਾਸਤੇ ਕਰਵਾਇਆ ਸੀ ਤੂੰ ਉਹਦੇ ਨਾਲ ਰਿਲੇਸ਼ਨਸ਼ਿਪ ਕਿਉਂ ਬਣਾਏ? ਏਦਾਂ ਤਾਂ ਤੂੰ ਹਰੇਕ ਗਰੀਬ ਦੀ ਧੀ ਨੂੰ 12 ਲੱਖ ਦੇ ਦੇਂਗਾ ਤੇ ਰਿਲੇਸ਼ਨਸ਼ਿਪ ਬਣਾ ਕੇ ਦੇ। ਤਾਂ ਬੇਟਾ ਗਲਤ, ਬਹੁਤ ਵੱਡੀ ਗਲਤੀ ਹੈ ਤੇਰੀ। ਇਹ ਤਾਂ ਸਾਰੀ ਦੁਨੀਆ ਤੈਨੂੰ ਨਫ਼ਰਤ ਕਰਨ ਲੱਗ ਜੂਗੀ ਜਿਹੜੇ ਹਿਸਾਬ ਨਾਲ ਤੂੰ ਕਿਸੇ ਦੀ ਧੀ ਨੂੰ ਯੂਜ਼ ਕੀਤਾ ਤੇ ਸਿੱਟ ਦਿੱਤਾ। ਕੀ ਕਸੂਰ ਸੀ ਉਹਦਾ? ਮੈਨੂੰ ਨਹੀਂ ਪਤਾ ਸੀਗਾ, ਸਿਰਫ ਕੈਨੇਡਾ ਦੀ ਕਰਕੇ ਇਦਾਂ ਆ। ਤੇ ਉਹਨਾਂ ਨੇ ਸਿਰਫ ਉਹ ਸੁਸਾਈਡ ਕਰਦੀ ਸੀ ਤਾਂ ਉਹ ਕਹਿੰਦੇ ਸੀਗੇ ਵੀ ਅਸੀਂ ਬਾਅਦ ਵਿੱਚ। ਇਹ ਤਾਂ ਬਹੁਤ ਲੋਕ ਕਹਿ ਦੇਣਗੇ ਤੈਨੂੰ, ਬਹੁਤ ਗਰੀਬਾਂ ਦੀਆਂ ਕੁੜੀਆਂ ਕਹਿ ਦੇਣਗੀਆਂ ਅਸੀਂ ਸੁਸਾਈਡ ਕਰਾਂਗੇ। ਤੂੰ ਸਾਰੀਆਂ ਨੂੰ ਪੈਸੇ ਭੇਜ ਦੇਂਗਾ ਉੱਥੇ। ਤੂੰ ਕਹਿਣਾ ਮੈਂ ਗਰੀਬ ਘਰ ਦੀ ਕੁੜੀ ਸੀ, ਮੈਂ ਇਹਦੀ ਹੈਲਪ ਕੀਤੀ ਹੈ। ਉੱਥੇ ਲੋਕਾਂ ਤੇ ਤੈਨੂੰ ਪਤਾ ਕਿੰਨੀ ਗਰੀਬੀ ਆਈ ਹੋਈ, ਕਿੰਨੇ ਹੋਰ ਲੋਕਾਂ ਦੀ ਕੁੜੀਆਂ ਨੂੰ ਤੂੰ ਹੈਲਪ ਕੀਤਾ ਤੇ ਇਹੀ ਤੂੰ ਕਿਉਂ ਚੂਜ਼ ਕੀਤੀ? ਬਿਲਕੁਲ ਜੀ। ਮੈਂ ਗੱਲ ਇਦਾਂ ਜਦੋਂ ਬੰਦਾ ਫਸ ਜਾਂਦਾ ਚੀਜ਼ ਦੇ ਵਿੱਚ ਉਹਨੂੰ ਪਤਾ ਨਹੀਂ ਨਾ ਹੁੰਦਾ ਵੀ ਕਿਹੜੀ ਗਰੀਬ ਘਰ ਦੀ ਕੁੜੀ ਨਾਲ। ਨਹੀਂ ਤੂੰ ਫਸਿਆ ਨਹੀਂ ਗਾ ਬੇਟਾ, ਤੂੰ ਝੂਠ ਬੋਲ ਰਿਹਾ। ਤੂੰ ਨਾ ਆਪਣੀ ਗਲਤੀ ਮੰਨ ਲਾ ਹਜੇ ਵੀ ਮਾੜੀ ਮੋਟੀ, ਜੇ ਤੈਨੂੰ ਮਾੜੀ ਮੋਟੀ ਵੀ ਸ਼ਰਮ ਦੀ ਗੱਲ ਹੈਗੀ ਆ। ਤੂੰ ਸਾਡੇ ਬੱਚਿਆਂ ਵਰਗਾ, ਅਸੀਂ ਤੈਨੂੰ ਪਿਆਰ ਨਾਲ ਸਮਝਾਉਂਦੇ ਆ ਤੇ ਇੱਥੋਂ ਬਹੁਤ ਵੱਡੀ ਗਲਤੀ ਹੋਈ ਆ। ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਨ ਦਾ ਤੈਨੂੰ ਕੋਈ ਹੱਕ ਨਹੀਂ ਸੀਗਾ ਤੇ ਪਰ ਤੂੰ ਹੁਣ ਕਰ ਚੁੱਕਿਆ। ਪਰ ਤੂੰ ਹਜੇ ਗਲਤੀ ਵੀ ਐਕਸੈਪਟ ਨਹੀਂ ਕਰਦਾ, ਗਲਤੀ ਦੇ ਉੱਪਰ ਗਲਤੀ ਕਰ ਰਿਹਾ। ਹੁਣ ਜੇ ਕੱਲ ਨੂੰ ਤੈਨੂੰ ਜਿਹੜੀ ਤੇਰੀ ਵਾਈਫ ਨਾਲ ਵਿਆਹ ਹੋਇਆ ਤੈਨੂੰ ਉਹ ਛੱਡ ਦੇਵੇ, ਤੇਰੇ ਨਾਲ ਬੱਚਾ ਵੀ ਆ, ਕੱਲ ਨੂੰ ਤੂੰ ਕਿੱਦਾਂ ਮਹਿਸੂਸ ਕਰੇਗਾ? ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਮੈਂ ਬਿਲਕੁਲ ਨਹੀਂ ਸਹੀ ਮਹਿਸੂਸ ਕਰੂੰਗਾ। ਪਰ ਤੂੰ ਤਾਂ ਇੱਕ ਵਾਰੀ ਵੀ ਗਲਤੀ ਮੰਨ ਹੀ ਨਹੀਂ ਰਿਹਾ। ਤੂੰ ਤਾਂ ਕਹਿ ਰਿਹਾ ਹੈ ਵੀ ਮੈਂ ਉਹਨੂੰ ਸਪੋਰਟ ਕਰਦਾ ਸੀ, ਗਰੀਬ ਫੈਮਿਲੀ ਨੂੰ ਮੈਂ ਆਹ ਕਰਦਾ ਸੀ। ਤੂੰ ਕਿੰਨੇ ਲੋਕਾਂ ਨੂੰ ਹੋਰ ਉਸ ਪਿੰਡ ਦੇ ਵਿੱਚ ਸਪੋਰਟ ਕੀਤਾ? ਤੂੰ ਵੱਡਾ ਸਪੋਰਟਰ ਇਸ ਕੁੜੀ ਦਾ ਕਿਉਂ ਬਣਿਆ? ਜੇ ਤੇਰਾ ਕੋਈ ਰਿਲੇਸ਼ਨ ਸੀਗਾ ਤਾਂ ਹੀ ਬਣਿਆ। ਫਿਰ ਤੂੰ ਵਿਆਹ ਕਰਵਾਇਆ, ਲਾਵਾਂ ਲਈਆਂ ਉਹਦੇ ਨਾਲ, ਫਿਰ ਤੂੰ ਉਹਦੇ ਨਾਲ ਕਿੰਨੇ ਦਿਨ ਸੌਂਦਾ ਰਿਹਾ? 20 ਦਿਨ ਲਾ ਲਾ, 10 ਦਿਨ ਲਾ, ਡਜ਼ਨਟ ਮੈਟਰ। ਕੁੜੀ ਦੀ ਇੱਜ਼ਤ ਇੱਕ ਦਿਨ ਵਿੱਚ ਦੇ ਵਿੱਚ ਚਲੀ ਜਾਂਦੀ ਹੈ। ਤੇਰਾ ਕੀ ਹੱਕ ਸੀ ਇਹ ਕਰਨ ਦਾ? ਇਹਦਾ ਜਵਾਬ ਦੇ ਲੋਕਾਂ ਨੂੰ। ਦੇਖੋ ਜੀ ਕੁੜੀ ਕਹਿੰਦੀ ਸੀ ਮੈਂ ਤੇਰੇ ਬਿਨਾਂ ਸੁਸਾਈਡ ਕਰਦੀ ਆ। ਮੈਨੂੰ ਇਹ ਗੱਲ ਦਾ ਉਸ ਟਾਈਮ ਦੇ ਵਿੱਚ ਨਹੀਂ ਪਤਾ ਸੀਗਾ। ਓਕੇ ਕੱਲ ਨੂੰ ਇੱਥੇ ਕੈਨੇਡਾ ਦੀਆਂ 10 ਕੁੜੀਆਂ ਤੈਨੂੰ ਕਹਿ ਦੇਣਗੀਆਂ ਸੁਸਾਈਡ ਕਰਦੀਆਂ, ਤੂੰ ਵਿਆਹ ਕਰਵਾਉਣ ਨੂੰ ਤਿਆਰ ਹੋਵੇਂਗਾ ਤੇ ਉਹਨਾਂ ਨਾਲ ਸੌਵੇਂਗਾ?
ਮੈਂ ਕਿਉਂ ਸੌਂਗਾ ਜੀ, ਮੈਂ ਕਿਉਂ ਫਿਰ ਤੇਰੇ ਆਪਦੇ ਬ੍ਰੇਨ ਨਹੀਂ ਲੱਗਿਆ ਹੋਇਆ, ਤੇਰਾ ਦਿਮਾਗ ਤਾਂ ਹੋਣਾ ਚਾਹੀਦਾ ਨਾ। ਇਹ ਤੂੰ ਗਲਤ ਝੂਠ ਬੋਲ ਰਿਹਾ। ਉੱਥੇ ਹੋਰ ਦੁਨੀਆ ਦੇ ਵਿੱਚ ਹਜ਼ਾਰਾਂ ਕੁੜੀਆਂ ਵੱਸਦੀਆਂ ਨੇ ਜਿਹੜੀਆਂ ਤੈਨੂੰ ਇਹ ਗੱਲ ਕਹਿ ਸਕਦੀਆਂ ਨੇ, ਤੇ ਇਹ ਬਿਲਕੁਲ ਗਲਤ ਗੱਲ ਕੀਤੀ ਹੈ ਤੂੰ ਹਾਲੇ ਵੀ ਮੰਨ ਜਾ ਬਾਸੀ ਸਾਹਿਬ ਕੋਲੇ। ਤੇ ਤੈਨੂੰ ਡਿਵੋਰਸ ਕਰਕੇ ਫੇਰ ਸੈਕੰਡ ਮੈਰਿਜ ਕਰਨੀ ਚਾਹੀਦੀ ਸੀ। ਤੈਨੂੰ ਕੋਈ ਹੱਕ ਨਹੀਂ ਸੀ ਪਹਿਲੀ ਨੂੰ ਛੱਡ ਕੇ ਦੂਜੀ ਦਾ ਵਿਆਹ ਕਰ। ਹੁਣ ਤੂੰ 12 ਲੱਖ ਝੱਟ ਦੇਣੇ ਕਹਿ ਦਿੱਤਾ। 12 ਲੱਖ ਦੇ ਵਿੱਚ ਉਹਦੀ ਇੱਜ਼ਤ ਮੁੜ ਆਊਗੀ, ਉਹਦੇ ਪੇਰੈਂਟਸ ਦੀ ਇੱਜ਼ਤ ਮੁੜ ਆਊਗੀ। ਤੂੰ ਕੈਨੇਡਾ ਆ ਕੇ ਡਾਲਰ ਕਮਾਉਣ ਲੱਗ ਗਿਆ ਤੇ ਤੂੰ 12 ਲੱਖ ਦੇਣ ਲੱਗ ਪਿਆ। ਏਦਾਂ ਤਾਂ ਜੇ ਤੂੰ ਸੱਚੀ ਤੇਰਾ ਫੇਸ ਦਿਸੇ ਨਾ, ਵਾਕਈ ਇੱਕ ਭਾਜੀ ਨੇ ਕਿਹਾ ਸੀ ਵੀ ਛਿੱਤਰ ਲਾ ਲਾਂਗੇ, ਸੱਚੀ ਤੇਰੀ ਕੋਈ ਇੱਜ਼ਤ ਨਹੀਂ ਰਹਿਣੀ ਇੱਥੇ। Thank you so much. Time is proceeding. Next call, Thank please. you. ਹਾਂਜੀ, caller, go ahead, please. ਹਾਂਜੀ ਬਾਸੀ ਸਾਹਿਬ, ਮੈਂ ਕਹਿਣਾ ਚਾਹੁੰਦਾ ਵੀ ਇਹ ਅਮਨ ਕਹਿੰਦਾ ਵੀ ਉਹਨੂੰ ਕਹਿੰਦਾ ਵੀ ਹੈਲੋ ਹਾਂਜੀ ਬੋਲੋ, ਕੈਰੀ ਔਨ ਪਲੀਜ਼, ਟਾਈਮ ਵੇਸਟਿੰਗ। ਹਾਂਜੀ ਮੈਂ ਅਮਨ ਨੂੰ ਕਹਿਣਾ ਚਾਹੁੰਦਾ ਵੀ ਉਹਨੂੰ ਘੜੀ ਪਿੱਛੋਂ ਕਹੀ ਜਾ ਰਿਹਾ ਵੀ ਇਹ ਮੈਨੂੰ ਸੁਸਾਈਡ ਦੀਆਂ ਧਮਕੀਆਂ ਦਿੰਦੀ ਆ, ਪੈਸੇ। ਉਹ ਵਿਚਾਰੀ ਵੀਡੀਓ ਵਿੱਚ ਜਿਹੜੀ ਰਿਕਾਰਡ ਹੋਈ ਆ ਉਹਦੇ ਵਿੱਚ ਕਹਿ ਰਹੀ ਆ, ਤੇ ਉਹ ਕਹੀ ਜਾ ਰਹੀ ਆ ਵੀ ਮੈਂ ਪੈਸਾ ਨਹੀਂ ਚਾਹੀਦਾ ਮੈਨੂੰ, ਮੈਂ ਤੇਰੇ ਨਾਲ ਗੱਲ ਕਰਨੀ ਆ। ਇਹਦੀਆਂ ਭੈਣਾਂ ਵੀ ਧਮਕੀਆਂ ਦੇ ਰਹੀ ਆ ਉਹਨੂੰ। ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਦੇ ਤੇ ਕਿਉਂ ਬਲੇਮ ਲਾਈ ਜਾ ਰਿਹਾ ਇਹ ਵਿਚਾਰੀ ਕੁੜੀ ਤੇ, ਵੀ ਪੈਸੇ ਨਾਲ 12 ਲੱਖ ਨਾਲ ਤੂੰ ਖਰੀਦ ਲੇਗਾ ਕਿਸੇ ਦੀ ਇੱਜ਼ਤ? ਇਹਨੂੰ ਜੁੱਤੀਆਂ ਦੀ ਘਾਟ ਹੈ, ਇਹਨੂੰ ਬਸ ਹੋਰ ਕਿਸੇ ਗੱਲ ਦੀ ਘਾਟ ਨਹੀਂ। ਐਕਸਕਿਊਜ਼ ਮੀ ਪਲੀਜ਼, ਸ਼ਬਦਾਂ ਦੀ ਸਹੀ ਚੋਣ ਕੀਤੀ ਜਾਵੇ ਪਲੀਜ਼ ਕਾਈਂਡਲੀ। ਮੈਨੂੰ ਕੋਈ ਸੁਣ ਨਹੀਂ ਰਹੀ ਜੀ ਗੱਲ। ਹਾਂਜੀ, ਅਗਲੀ ਕਾਲ ਪਲੀਜ਼। ਰਿਸਪੈਕਟ ਦੇ ਵਰਡਸ ਕੀਤੇ ਮੇਰੇ ਸਤਿਕਾਰਯੋਗ ਨੇ ਦੋਨੇ, ਮਨਵੀਰ ਵੀ ਤੇ ਆਪਣੇ ਅਮਨਦੀਪ ਵੀ, ਦੇ ਰਿਸਪੈਕਟਡ ਫਾਰ ਅਸ। ਹਾਂਜੀ ਕਾਲਰ ਗੋ ਹੈਡ, ਪ੍ਰੋਸੀਡ ਕਰੋ ਤੁਹਾਡੇ ਮੁਤਾਬਕ। ਕਾਲਰ ਗੋ ਹੈਡ। ਲੀਗਲ ਪੈਨਲ ਸਾਨੂੰ ਵਾਰਨਿੰਗ ਦੇ ਰਿਹਾ, ਲੀਗਲ ਪੈਨਲ ਮੈਨੂੰ ਵਾਰਨਿੰਗ ਦੇ ਰਿਹਾ ਕੁਇਕ ਐਕਸ਼ਨ ਲੈਣ ਲਈ। ਪਲੀਜ਼ ਕੁਇਕ ਐਕਸ਼ਨ ਲਾਓ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕਾ ਤੋਂ ਬੋਲਦਾ ਵਾ, ਕੈਲੀਫੋਰਨੀਆ ਤੋਂ ਹੈਰੀ। ਤੇ ਇਹ ਬਾਈ ਦੀ ਗਲਤ ਗੱਲ ਹੈ ਜੀ, ਬਾਈ ਨੇ ਬਹੁਤ ਗਲਤ ਗੱਲ ਕੀਤੀ। ਜਿੱਦਾਂ ਨੇ ਵਿਆਹ ਕਰਾਇਆ ਤੇ ਉਸ ਤੋਂ ਬਾਅਦ ਉਹਦੇ ਨਾਲ 20 ਦਿਨ ਵੀ ਰਿਹਾ ਆ, ਜੇ ਕੁੜੀ ਨੂੰ ਪਿਆਰ ਨਹੀਂ ਕਰਦਾ ਸੀਗਾ ਤੇ ਇਹਨੂੰ ਉਹਦੇ ਨਾਲ ਨਹੀਂ ਰਹਿਣਾ ਚਾਹੀਦਾ ਸੀਗਾ, ਤੇ ਇਹ ਕੁੜੀ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜੀ। ਇਹਨੂੰ ਬਹੁਤ ਇਹਦੀ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਜੀ। ਇਸ ਕਰਕੇ ਇਹਦੇ ਵਿੱਚ ਮੁੰਡੇ ਦੀ ਗਲਤੀ ਆ। ਕੁੜੀ ਗਰੀਬ ਘਰ ਦੀ ਸੀ ਜੀ, ਆਪਾਂ ਮੰਨਦੇ ਹਾਂ, ਬਟ ਇਹਨੂੰ ਉਹਦੇ ਜਜ਼ਬਾਤਾਂ ਨਾਲ ਖੇਲਿਆ ਤੇ ਇਹ ਕਹਿੰਦਾ ਵੀ ਅਸੀਂ ਉਹਨੂੰ ਪੈਸੇ ਭੇਜੇ ਤੇ ਸਭ ਕੁਝ ਕੀਤਾ ਵੀ ਇਹ, ਪਰ ਇਹਦੇ ਮਨ ਦੇ ਵਿੱਚ ਦਇਆ ਸੀਗੀ ਤਾਂ ਇਹਨੇ ਪੈਸੇ ਘੱਲੇ ਜੀ ਉਧਰ। ਨਹੀਂ, ਪੈਸੇ ਕੋਈ ਕਿਸੇ ਨੂੰ ਫੋਰਸ ਨਹੀਂ ਕਰਦਾ ਹੈਗਾ, ਹਰੇਕ ਨੂੰ ਇੱਥੇ ਫ੍ਰੀडम ਹੈਗੀ ਆ ਵੀ ਹਾਂ ਵੀ ਕਿਸੇ ਦੇ ਉਰੇ ਬੰਨਿਆ ਨਹੀਂ ਹੋਇਆ ਵੀ ਹਾਂ ਵੀ ਜੇ ਮੈਂ ਇਹਨੂੰ ਕਹਿੰਦਾ ਵੀ ਜੇ ਕੁੜੀ ਇਹਨੂੰ ਕਹਿੰਦੀ ਮੈਂ ਤੇਰੇ ਬਿਨਾਂ ਮਰ ਜੂਗੀ ਤਾਂ ਤੂੰ ਮੇਰੇ ਨਾਲ ਵਿਆਹ ਕਰਾ। ਇੱਥੇ ਸਭ ਨੂੰ ਫ੍ਰੀडम ਹੈ, ਏਦਾਂ ਤਾਂ ਹੈ ਨਹੀਂਗਾ ਵੀ ਇਹਨੂੰ ਵੀ ਲਾਈਕ ਇਹਨੂੰ ਉਹਦੇ ਨਾਲ ਵਿਆਹ ਕਰਾਉਣਾ ਪੈਣਾ ਸੀਗਾ। ਇਹ ਸਭ ਕੁਝ ਜੋ ਕੀਤਾ ਜੀ ਉਹਨੇ ਝੂਠ ਕੀਤਾ ਆ, ਤੇ ਇਹਦੇ ਵਿੱਚ ਕੁੜੀ ਸੱਚੀ ਹੈ ਜੀ, ਇਹਨੂੰ ਕੁੜੀ ਨੂੰ ਇਨਸਾਫ ਦਿਵਾਇਆ ਜਾਵੇ। ਫ੍ਰੀडम ਆਫ ਸਪੀਚ ਦੇ ਵਿੱਚ ਅਸੀਂ ਨੈਕਸਟ ਕਾਲਰ ਰਹੇ ਹਾਂ। ਫ੍ਰੀडम ਆਫ ਸਪੀਚ ਦੇ ਵਿੱਚ ਅਸੀਂ ਪਬਲਿਕ ਓਪੀਨੀਅਨ ਲੈ ਰਹੇ ਹਾਂ ਜੀ। ਕਾਲਰ ਤੁਸੀਂ ਲਾਈਨ ਤੇ ਬੋਲੋ। 647 241 ਬੋਲੋ ਜੀ। ਹੈਲੋ ਹਾਂਜੀ ਬੋਲੋ ਵੀਰ ਜੀ, ਬੋਲੋ। ਟਾਈਮ ਬਾਈ ਅਮਨ ਬਾਈ ਜੀ, ਮੈਂ ਤੁਹਾਨੂੰ ਕਹਿਣਾ ਸੀ ਨਾ, ਹੁਣ ਜਿਹੜੀ ਤੁਸੀਂ ਗਲਤੀ ਕਰ ਲਈ ਆ ਰਾਈਟ, ਇਹਨਾਂ ਨਾਲ ਨਵੇੜੋ। ਹੁਣ ਤੁਸੀਂ ਆਪਣੀ ਫੋਟੋ, ਮੈਨੂੰ ਲੱਗਦਾ ਤੁਹਾਡੀ ਲੁਕਾਉਣ ਦਾ ਮਤਲਬ ਤਾਂ ਇੱਕ ਹੀ ਆ ਕਿ ਤੁਸੀਂ ਅਗਲੀ ਵਾਰ ਵੀ ਕੋਈ ਗਲਤ ਕੰਮ ਕਰਨਾ ਇੰਡੀਆ ਜਾ ਕੇ ਤੁਹਾਨੂੰ ਲੋਕੀ ਪਛਾਣ ਨਾ ਲੈਣ, ਰਾਈਟ। ਜੇ ਤੁਹਾਡਾ ਕੋਈ ਇਦਾਂ ਦਾ ਮਤਲਬ ਹੈਗਾ ਵੀ ਆ, ਇੱਥੇ $150 ਲੱਗਦਾ ਆ, ਕੁੜੀ ਰਾਤ ਰਹਿ ਜਾਂਦੀ ਆ ਕੇ, ਜੇ ਹੁਣ 12 ਲੱਖ ਉੱਥੇ ਦੇਣ ਨੂੰ ਤਿਆਰ ਹੋਏ ਆ, ਉਹ 150 ਖਰਚ ਲਿਆ ਕਰੋ ਜੇ ਤੁਹਾਡੇ ਦਿਮਾਗ ਦੇ ਵਿੱਚ ਇੰਨਾ ਹੀ ਦੂਜਾ ਕੂੜਾ ਭਰਿਆ ਆ। ਥੈਂਕ ਯੂ। ਅਗਲੀ ਕਾਲ ਪਲੀਜ਼। ਹਾਂਜੀ ਪ੍ਰੋਸੀਡ ਕਰੋ। ਕਾਲਰ ਗੋ ਹੈਡ। ਹਾਂਜੀ ਬਾਸੀ ਸਾਹਿਬ, ਮੈਂ ਤਾਂ ਇਹੀ ਕਹਿਣਾ ਸੀ ਕਿ ਠੀਕ ਹੈ ਮੁੰਡੇ ਦੀ ਗਲਤੀ ਹੋਊਗੀ, ਪਰ ਲੋਕਾਂ ਨੂੰ ਮਾੜੀ ਮੋਟੀ ਬੋਲਣ ਦੀ ਅਕਲ ਸਿਖਾਓ ਕਿ ਜੁੱਤੀਆਂ ਦਾ ਮਤਲਬ ਕੀ ਹੈ। ਤੂੰ ਕਿੱਡਾ ਸ਼ੇਰਾਂ ਵੀ ਜੁੱਤੀਆਂ ਮਾਰ ਲੇਗਾ। ਕੈਨੇਡਾ 'ਚ ਕਿ ਰੂਲ ਰੈਗੂਲੇਸ਼ਨ ਨੇ ਯਾਰ, ਫੋਲੋ ਕਰੋ, ਆਪਣੀ ਪ੍ਰੋਪਰ ਲੈਂਗੁਏਜ ਦਾ ਧਿਆਨ ਰੱਖੋ ਨਾ। ਠੀਕ ਹੈ ਬਾਈ ਦੀ ਗਲਤੀ ਹੋਊਗੀ, ਮੰਨ ਲੈਂਦੇ ਆ, ਚਲੋ ਠੀਕ ਹੈ, ਆਪਣੀ ਲੈਂਗੁਏਜ ਸੁਧਾਰ। ਕੀ ਤੁਸੀਂ ਡੀਸੀ ਲੱਗਿਆ? ਪ੍ਰੋਪਰ ਗੱਲ ਕਹਿ ਰਿਹਾ ਜਿੰਨਾ ਕਰਨੀ ਆ। ਇੱਕ ਵੇਚ ਗੱਲ ਕਰ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਹੁੰਦਾ। ਕੈਨੇਡਾ ਰਹਿੰਦੇ ਹੋ। ਥੈਂਕ ਯੂ ਸੋ ਮਚ ਕਾਲਰ। ਅਸੀਂ ਬੇਨਤੀ ਕਰਦੇ ਹਾਂ, ਇਸ ਵੈਰੀ ਗੁੱਡ ਕਾਲਰ, ਔਰ ਤੁਹਾਡੀ ਬੇਨਤੀ ਆਪ ਚੰਗੇ ਸ਼ਬਦਾਂ ਦੀ, ਥੈਂਕ ਯੂ ਸੋ ਮਚ ਬੰਦ ਸਾਹਿਬ, ਚੰਗੇ ਸ਼ਬਦਾਂ ਦੀ ਚੋਣ ਕੀਤੀ ਜਾਵੇ ਪਲੀਜ਼। ਹਾਂਜੀ ਮਿਹਰਬਾਨੀ। ਥੈਂਕ ਯੂ ਸੋ ਮਚ। ਹਾਂਜੀ ਅਗਲੀ ਕਾਲ ਪਲੀਜ਼ ਪ੍ਰੋਸੀਡ ਕਰੋ। ਕਾਲਰ ਗੋ ਹੈਡ ਜੀ। ਕਾਲਰ ਜੀ ਬੋਲੋ, ਕਾਲਰ ਬੋਲਿਆ ਕਰੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੈਂ ਪਹਿਲੀ ਵਾਰ ਫੋਨ ਕੀਤਾ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਵੀ ਜਿਹੜਾ ਇਹਨਾਂ ਦਾ ਆਪਸ ਵਿੱਚ ਟਾਈਮ ਅੱਛਾ ਨਿਕਲਿਆ ਨਾ, ਉਹਨੂੰ ਥੋੜਾ ਯਾਦ ਕਰਕੇ ਤਰੀਕੇ ਦੇ ਨਾਲ ਆਪਣਾ ਫੈਸਲਾ ਕਰ ਲੈਣਾ ਨਾ, ਕਿਉਂਕਿ ਏਦਾਂ ਦੋਨੇ ਹੀ ਤੇਰਾ ਦੁਖੀ ਹੁੰਦੀਆਂ ਗੱਲਾਂ ਸੁਣ ਕੇ ਨਾ, ਪਬਲਿਕ ਨੂੰ ਸਾਰਾ ਕੁਝ ਤਾਂ ਨਹੀਂ ਪਤਾ ਹੈਗਾ ਨਾ। ਮਿਹਰਬਾਨੀ ਜੀ। ਨੈਕਸਟ ਕਾਲ ਪਲੀਜ਼। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ, ਬੋਲੋ। ਕਾਲਰ ਤੁਸੀਂ ਲਾਈਨ ਤੇ ਹੋ? ਹਾਂਜੀ ਮੈਂ ਲਾਈਨ ਤੇ ਜੀ ਜੀ। ਸੁਧ ਸਾਹਿਬ ਦੱਸੋ ਕਿ ਨੈਕਸਟ ਕਾਲਰ ਲਾਈਨ ਤੇ। ਹਾਂਜੀ ਬੋਲੋ ਬੋਲੋ। ਬਾਸੀ ਸਾਹਿਬ 12 ਲੱਖ ਨਾਲ ਕੁੜੀ ਦੀ ਇੱਜ਼ਤ ਵਾਪਸ ਨਹੀਂ ਆਣੀ।
ਭੈਣ ਜੇ ਗਰੀਬ ਘਰ ਦੀ ਆ, ਮੈਂ ਖਰਚਾ ਚੱਕਣ ਨੂੰ ਤਿਆਰ ਹਾਂ। ਲਹਿਰ ਕਰੇ ਚੰਗਾ ਉੱਥੋਂ ਇੰਡੀਆ ਤੋਂ ਤੇ ਅੱਧੀ ਪ੍ਰਾਪਰਟੀ ਇਹਨੂੰ ਦਿਓ। ਏਦਾਂ ਦੀ ਗੱਲ ਬਣਨੀ ਹੈਗੀ ਕਿ ਕਿਸੇ ਕੁੜੀ ਨਾਲ ਸੌ ਗਿਆ ਤੇ ਆ ਗਿਆ ਇੱਥੇ ਮੂੰਹ ਚੱਕ ਕੇ। ਇਹਦੀ ਫੋਟੋ ਜ਼ਰੂਰ ਮੈਸੇਜ ਕਰਿਓ ਪਲੀਜ਼। ਥੈਂਕ ਯੂ। ਆਈ ਸੀ। ਅਗਲੀ ਕਾਲ ਪਲੀਜ਼। ਹਾਂਜੀ ਕਾਲਰ ਗੋ ਹੈਡ ਪਲੀਜ਼। ਹਾਂਜੀ ਜੀ ਬੋਲੋ ਜੀ, ਬੋਲੋ ਸਰ। ਅਮਨ ਕਾਲੋਂ ਬੋਲਦਾ ਜੀ, ਆਪਣੇ ਸੈਟਲ ਤੋਂ। ਕਾਲਰ ਸਾਹਿਬ ਬੋਲੋ ਨਾ, ਗੱਲ ਕਰੋ ਫਿਰ। ਹਾਂਜੀ ਹਾਂਜੀ, ਜੋ ਇਹਨਾਂ ਦੀ ਸਟੋਰੀ ਦੇਖੀ ਆ ਜੀ, ਸੁਣੀ ਆ ਹੁਣ ਤੱਕ, ਉਹਦੇ ਵਿੱਚ ਕਲੀਅਰ ਆ ਵੀ ਇਹਨਾਂ ਦਾ ਲਵ ਮੈਰਿਜ ਹੋਈ ਆ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਸਟ ਦੀ ਪ੍ਰੋਬਲਮ ਆਈ ਆ। ਫਿਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਪੈਸਿਆਂ ਦਾ ਡਿਸਪਿਊਟ ਹੋਇਆ। ਨਹੀਂ ਕਾਸਟ ਬਿਲਕੁਲ ਸੇਮ ਹੈ। ਆਪਣੇ ਮਨਵੀਰ ਅਤੇ ਅਮਨਦੀਪ ਜੱਖੂ, ਤੁਹਾਡੀ ਕਾਸਟ ਸੇਮ ਹੈ ਦੋਨਾਂ ਦੀ? ਹਾਂਜੀ ਸਰ ਸਾਡੀ ਕਾਸਟ ਸੇਮ ਹੈ, ਪਰ ਜਿਹੜੀ ਦੂਜੀ ਇਹਨਾਂ ਨੇ ਵਿਆਹ ਕਰਾਇਆ ਉਹ ਜੱਟ ਸਿੱਖ ਫੈਮਿਲੀ ਤੋਂ, ਤੇ ਨਿਆਣੇ ਆਪਣੇ ਆਪ ਨੂੰ ਜੱਟ ਦੱਸਿਆ ਹੋਇਆ ਉਹਨਾਂ ਨੂੰ। ਪਲੀਜ਼ ਉਹਨਾਂ ਨੂੰ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਜੱਟ ਨਹੀਂ ਆ, ਐਸੀ ਆ। ਬਟ ਇਦਾਂ ਦੀ ਕੋਈ ਗੱਲ ਨਹੀਂ ਜੀ, ਉਹਨਾਂ ਨੂੰ ਦੱਸਿਆ ਹੋਇਆ, ਪਰ ਰਿਕਾਰਡਿੰਗ ਪਈ ਹੈ ਮੇਰੇ ਕੋਲ। ਆਈ ਸੀ। ਨੈਕਸਟ ਕਾਲ ਪਲੀਜ਼। ਹਾਂਜੀ ਪ੍ਰੋਸੀਡ ਕਰੋ। ਹਾਂਜੀ ਬੋਲੋ ਕਾਲਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਤੇ ਭਾਜੀ ਮੈਂ ਬਾਈ ਨੂੰ ਪੁੱਛਣਾ ਚਾਹੁੰਦਾ ਆ ਕਿ ਜਿੱਦਾਂ ਹੁਣ ਜੇ ਕੈਨੇਡਾ ਜਿਹਨੇ ਵਿਆਹ ਕਰ ਲਿਆ ਦੂਜਾ, ਕਿ ਲੀਗਲ ਹੈਗਾ ਜੇ ਜਿੱਦਾਂ ਹੁਣ ਪਹਿਲੀ ਵਾਈਫ ਨਾਲ ਡਿਵੋਰਸ ਨਹੀਂ, ਹੈਲੋ ਹਾਂਜੀ ਹਾਂਜੀ, ਪਹਿਲੀ ਵਾਈਫ ਨੇ ਡਿਵੋਰਸ ਨਹੀਂ ਕੀਤਾ, ਕਿ ਇੱਥੇ ਆ ਕੇ ਵਿਆਹ ਕਰਾ ਕੇ ਹੈਗਾ ਲੀਗਲ? ਜਿੱਦਾਂ ਹੁਣ ਇੰਡੀਆ 'ਚ ਜਾ ਸਕਦਾ ਕਿੱਦਾਂ ਉੱਥੇ, ਕਿ ਕੁਛ ਵੀ ਕੋਈ ਐਕਸ਼ਨ ਹੈ ਜਾਂ ਕਿੱਦਾਂ ਵੀ ਆ ਕਰ ਸਕਦੇ? ਇਹਨਾਂ ਦੇ ਉੱਪਰ ਆਲਰੇਡੀ ਐਫਆਈਆਰ ਦਰਜ ਹੋ ਚੁੱਕੀ, ਜਿਹੜੀ ਕਿ ਕਾਪੀ ਮੇਰੇ ਕੋਲ ਪੁਲਿਸ ਨੇ ਪਹੁੰਚਾਤੀ ਆ, ਔਰ ਉਹਦੇ ਕਰਕੇ ਮੈਂ ਚਾਹੁੰਦਾ ਇਹਨਾਂ ਨਾਲ ਸਮਝੌਤਾ ਹੋ। ਪਰ ਮੈਨੂੰ ਇਦਾਂ ਲੱਗਦਾ ਜੇ ਬਾਈ ਇੱਥੇ ਕੋਈ ਕੰਮ ਕਰਦਾ ਜਾਂ ਕੁਛ ਵੀ ਵਧੀਆ ਵੀ, ਉਹਨੂੰ ਕਹਿਣਾ, ਉਹ ਕਹਿੰਦਾ ਹੁਣ 20-22 ਆ ਦੇ ਦੋ, ਕੰਮ ਨਿਬੜ ਜਾਊਗਾ। ਇੱਥੇ ਵਾਲਿਆਂ ਨੂੰ ਡਾਲਰ ਦਾ ਕੋਈ ਚੱਕਰ ਬੁੱਕਰ ਹੈ ਨਹੀਂ, ਪਰ ਕੁੜੀ ਮੈਨੂੰ ਸਹੀ ਲੱਗਦੀ ਆ ਕਿਉਂਕਿ, ਪਰ ਇਹ ਤਾਂ ਹੁਣ ਪੈਸੇ ਦਾ ਜੀ ਮੈਨੂੰ ਲੱਗਦਾ ਕਿ ਉਹੀ ਕਿ ਪੈਸੇ ਦਾ ਮੁੱਲ ਪਾਓ ਕੁੜੀ ਦਾ, 10-12 ਲੱਖ ਰੁਪਏ ਕੀ ਹੁੰਦਾ ਇੱਥੇ ਵਾਲੇ ਲਈ, ਰਾਈਟ? ਪਰ ਮੈਨੂੰ ਠੀਕ ਲੱਗਦੀ ਆ ਜੀ ਕੁੜੀ। ਅਮਨ, ਜਿਸ ਲੜਕੀ ਨੇ ਤੁਸੀਂ ਸ਼ਾਦੀ ਕਰਾਈ ਹੈ, ਇਹਦੇ ਨਾਲ ਤੁਹਾਡਾ ਲਵ ਮੈਰਿਜ ਕਰੋ ਦੀ ਚੱਲਦੀ ਆ, ਸੌਰੀ ਲਵ ਕਰੋ ਚੱਲਦਾ ਪਿਆਰ? ਮੇਰਾ ਕੁਐਸਚਨ ਹੈ ਜ਼ਰੂਰੀ। ਹੈਲੋ, ਜਿਸ ਤੁਸੀਂ ਲੜਕੀ ਨਾਲ ਹੁਣ ਸ਼ਾਦੀ ਕਰਾਈ ਹੋਈ ਆ, ਤੁਹਾਡੀ ਮੈਰਿਜ ਹੋਈ ਆ, ਇਹਦੇ ਨਾਲ ਤੁਹਾਡਾ ਪਿਆਰ ਦੇ ਸੰਬੰਧ ਕਿੰਨੇ ਸਾਲਾਂ ਤੋਂ ਚੱਲਦੇ ਆ ਰਹੇ ਆ? ਇਹ ਵਿਆਹ ਤੋਂ ਬਾਅਦ ਜਦੋਂ ਅਸੀਂ ਬਾਅਦ ਵਿੱਚ ਸਾਡੇ ਦੇ ਪ੍ਰੋਬਲਮ ਆਈਆਂ ਉਦੋਂ। ਮਤਲਬ ਤੁਸੀਂ ਇੰਡੀਆ ਵਿਆਹ ਜਦੋਂ ਕਰਕੇ ਆਏ ਆ, ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਪਿਆਰ ਕਰਨਾ ਸ਼ੁਰੂ ਕੀਤਾ ਤੇ ਫਿਰ ਵਿਆਹ ਕਰਾ ਲਿਆ ਸਾਲ ਦੇ ਵਿੱਚ? ਹਾਂਜੀ। ਅੱਛਾ ਜੀ, ਮਿਹਰਬਾਨੀ। ਅਗਲੀ ਕਾਲ ਜੀ, ਪ੍ਰੋਸੀਡ। ਹਾਂਜੀ ਕਾਲ ਗੋ ਹੈਡ ਪਲੀਜ਼। ਹੈਲੋ, ਹਾਂਜੀ ਬੋਲੋ ਜੀ। ਹਾਂਜੀ ਬਾਦਸ਼ਾਹ, ਆ ਰਹੀ ਆਵਾਜ਼? ਭਾਜੀ ਜਲਦੀ ਕਰੋ, ਸਮਾਂ ਘੱਟ ਹੈ, ਜਲਦੀ ਕਰ ਜੋ ਆਂਦੀ ਹੈ। ਹਾਂਜੀ ਬਾਸੀ ਸਾਹਿਬ, ਆ ਜਿਹੜਾ ਕਹਿ ਕੇ ਗਿਆ ਕਿ ਵੀ ਡੀਸੀ ਲੱਗਿਆ, ਪਹਿਲਾਂ ਤਾਂ ਇਹਨੂੰ ਪੁੱਛੋ ਇਹ ਡੀਸੀ ਲੱਗਿਆ ਕਿ ਵੀ ਆ ਮੁੰਡੇ ਦੇ ਕੰਮ ਹੀ ਜੁੱਤੀਆਂ ਖਾਣ ਵਾਲਿਆ ਸੀ। ਇਹ ਪਹਿਲਾਂ ਡਿਵੋਰਸ ਲੈਣਾ ਚਾਹੀਦਾ ਸੀ, ਇਹਨੂੰ ਫੇਰ ਵਿਆਹ ਕਰਾਉਣਾ ਚਾਹੀਦਾ ਸੀਗਾ ਜੀ। ਨੈਕਸਟ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਨੈਕਸਟ ਕਾਲਰ ਗੋ ਹੈਡ ਪਲੀਜ਼। ਕਾਲਰ ਤੁਸੀਂ ਲਾਈਨ ਤੇ ਹੋ? ਹੈਲੋ, ਹਾਂਜੀ ਪਲੀਜ਼ ਸਪੀਕ ਅਪ। ਸਰ ਇਦਾਂ ਦੇ ਲੜਕਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਇਹ ਤਾਂ ਇੰਡੀਆ ਦੀਆਂ ਨੂੰ ਕੁੜੀਆਂ ਨੂੰ ਬੇਵਕੂਫੇ ਸਮਝਦੇ, ਕਿਉਂਕਿ ਮੈਂ ਇਹ ਚੀਜ਼ਾਂ ਫੇਸ ਕੀਤੀਆਂ ਆ, ਹਨਾ। ਮੇਰਾ ਹਸਬੈਂਡ ਮੇਰੀ 2 ਸਾਲ ਦੀ ਬੇਟੀ ਨੂੰ ਛੱਡ ਕੇ ਕੈਨੇਡਾ ਆ ਗਿਆ ਸੀ, ਉਹਨੇ ਇੱਥੇ ਤੀਜਾ ਵਿਆਹ ਕਰਾਇਆ, ਤੀਜੀ ਨੂੰ ਵੀ ਛੱਡਤਾ, ਹਨਾ। ਮੈਂ ਕੋਰਟ ਕਚਹਿਰੀਆਂ 'ਚ 10-10 ਸਾਲ ਤੱਕ ਧੱਕੇ ਖਾਦੇ, ਨਾ ਮੇਰੀ ਬੇਟੀ ਨੂੰ ਉਹਨਾਂ ਨੇ ਅੱਜ ਤੱਕ ਕੁਛ ਦਿੱਤਾ, ਨਾ ਉਹਨਾਂ ਨੇ ਮੈਨੂੰ ਦਿੱਤਾ, ਹਨਾ। ਤੁਸੀਂ ਲੜਕਾ ਇੰਡੀਆ ਸੱਦਿਆ ਸੀ? ਲੜਕਾ? ਹਾਂਜੀ, ਲੜਕਾ ਇੰਡੀਆ ਸੀਗਾ, ਹੁਣ ਇੱਥੇ ਕੈਨੇਡਾ ਆ, ਹਨਾ। ਉਹਨੇ ਆਣ ਕੇ ਤੁਹਾਨੂੰ ਛੱਡ ਦਿੱਤਾ, ਉਸ ਤੋਂ ਬਾਅਦ ਹੋਰ ਛੱਡ ਦਿੱਤੀ? ਹਾਂਜੀ, ਉਹਨੇ ਇੱਥੇ ਕੈਨੇਡਾ ਵਿਆਹ ਕਰਾਇਆ, ਮੈਂ ਇੰਡੀਆ ਸੀਗੀ, ਹਨਾ। ਨਹੀਂ ਮੇਰੇ ਸਮਝ, ਤੁਸੀਂ ਕੈਨੇਡਾ ਵਿੱਚ ਤੁਸੀਂ ਸੱਦਿਆ ਸੀ ਆਪਣੇ ਘਰ ਵਾਲੇ ਨੂੰ? ਨਹੀਂ ਜੀ, ਉਹ ਇੱਥੇ ਪਹਿਲਾਂ ਆਇਆ ਸੀ, ਮੈਂ ਇੰਡੀਆ ਸੀਗੀ, ਮੇਰੀ 2 ਸਾਲ ਦੀ ਬੇਟੀ ਸੀਗੀ ਜਦੋਂ ਸਾਨੂੰ ਛੱਡ ਕੇ ਆਇਆ ਸੀ। ਉਸ ਤੋਂ ਬਾਅਦ ਜਿੱਦਾਂ ਮੈਂ ਕੋਰਟ ਕਚਹਿਰੀਆਂ 'ਚ ਧੱਕੇ ਖਾਦੇ, ਮੈਨੂੰ ਪਤਾ ਆ ਨਾ। ਫਿਰ ਤੁਸੀਂ ਕਿਵੇਂ ਆਏ ਕੈਨੇਡਾ ਵਿੱਚ? ਇਸ ਲਈ ਕੈਨੇਡਾ 'ਚ ਆ ਕੇ ਇਹ ਕਹਿੰਦੇ ਆ ਕਿ ਉੱਥੇ ਕੁੜੀਆਂ ਦੀ ਕੋਈ ਲਾਈਫ ਨਹੀਂ, ਉਹ ਕੁੜੀਆਂ ਨੂੰ ਜੋ ਸਰਵਾਈਵ ਉੱਥੇ ਕਰਨਾ ਪੈਂਦਾ ਨਾ, ਇਹ ਤਾਂ ਇੱਥੇ ਆ ਕੇ ਸੈਟਲ ਹੋ ਜਾਂਦੇ ਤਾਂ ਕਹਿ ਦਿੰਦੇ ਸਾਡੇ ਤੋਂ ਪੈਸਾ ਆ ਤਾਂ ਅਸੀਂ ਸਭ ਕੁਝ ਖਰੀਦ ਲੈਂਦੇ ਆ ਨਾ। ਮੇਰਾ ਸਵਾਲ ਤੁਹਾਨੂੰ ਇਹ ਆ ਕਿ ਤੁਹਾਡੀ ਸ਼ਾਦੀ ਹੋ ਗਈ, ਤੁਹਾਡੇ ਹਸਬੈਂਡ ਨੇ ਤੁਹਾਨੂੰ ਸੱਦ ਲਿਆ ਬਾਅਦ ਵਿੱਚ ਜਾਂ ਨਹੀਂ? ਨਹੀਂ ਸਰ, ਉਹਨੇ ਇੱਥੇ ਆ ਕੇ ਹੋਰ ਮੈਰਿਜ ਕਰਾਈ ਸੀ, ਤੀਸਰੀ। ਤੁਸੀਂ ਕਿਵੇਂ ਐਂਟਰ ਹੋਏ ਫਿਰ ਕੈਨੇਡਾ ਵਿੱਚ? ਹਾਊ ਯੂ ਕੇਮ ਟੂ ਕੈਨੇਡਾ? ਸਰ ਮੈਂ ਦੁਬਾਰਾ ਮੈਂ ਮੈਰਿਜ ਕਰਵਾਈ ਹੁਣ ਨਾ। ਤੁਸੀਂ ਹੋਰ ਕਿਸੇ ਨਾਲ ਸ਼ਾਦੀ ਕਰਾ ਕੇ ਆਏ ਹੋ? ਹਾਂਜੀ, ਹੋਰ ਮੈਂ ਮੈਰਿਜ ਕਰਵਾ ਕੇ ਇੱਥੇ ਆਈ ਹਾਂ। ਵੈਰੀ ਸੈਡ ਪਾਰਟ। ਹਾਂਜੀ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਕਾਲਰ ਗੋ ਹੈਡ। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਬੋਲੋ ਜੀ। ਹਾਂਜੀ ਸਰ, ਮੈਂ ਕੱਲ ਵੀ ਸਟੋਰੀ ਸੁਣੀ ਸੀ, ਅੱਜ ਵੀ ਸਟੋਰੀ ਸੁਣੀ ਆ, ਹਨਾ। ਤੁਸੀਂ ਸਰ ਐਜ਼ ਹਨਾ ਤੁਸੀਂ ਜ਼ਿਆਦਾ ਵਾਈਜ਼ ਹੋ ਡਿਸੀਜਨ ਲੈਂਦੇ, ਪਰ ਮੈਨੂੰ ਇਹ ਸਟੋਰੀ ਲੱਗ ਰਹੀ ਕਿਉਂਕਿ ਉਹ ਪਹਿਲਾਂ ਹੀ
ਅਮਨ ਨੇ ਇਹ ਗੱਲ ਕਹਿਤੀ ਵੀ ਹਨਾ ਮੈਂ ਤੁਸੀਂ ਮੇਰਾ 13 ਲੱਖ ਦੇਣ ਨੂੰ ਤਿਆਰ ਆ ਹਨਾ ਵੀ ਤੁਸੀਂ ਉਹ ਕਰਾ ਦਿਓ ਕਿਉਂਕਿ No, he said 12 ਮੈਂ ਕਿ ਤੁਸੀਂ ਜੰਪ ਕਰਕੇ 13 ਜਾ ਸਕਦੇ ਹੋ। he said yes ਕਿਉਂਕਿ ਸਮਝੌਤਾ ਜਿਹੜਾ ਹੈ ਹੁਣ ਕਿਸੇ ਨਾ ਕਿਸੇ ਪਾਸੇ ਹੋਣਾ। ਮੈਂ ਅਮਨ ਨੂੰ ਇਹ ਵੀ ਕੱਲ ਕਿਹਾ ਸੀਗਾ ਕਿ ਵਾਈ ਨਾਟ ਕਿ ਤੁਸੀਂ ਉਸ ਲੜਕੀ ਨੂੰ ਇੱਥੇ ਸਪਾਂਸਰ ਕਰਕੇ ਸੱਦਦੇ। ਇਹ ਕਹਿੰਦੇ ਜੀ ਮੇਰੇ ਸੱਦਣ ਦਾ ਨਾ ਕਾਰਨ ਕੀ ਆ ਇਹ ਤੁਹਾਨੂੰ ਦੱਸ ਦਿੰਦੇ ਫਿਰ ਦੁਬਾਰਾ। ਇਹ ਕਹਿੰਦੇ ਆਈ ਐਮ ਸੋ ਸਕੇਅਰਡ ਕਿ ਇੱਥੇ ਆਣ ਕੇ ਮੈਨੂੰ ਟਰਬਲ ਨਾ ਦਿੰਦੀ। ਅਮਨ ਆਈ ਐਮ ਰਾਈਟ? ਹਾਂਜੀ ਬਿਲਕੁਲ ਸਹੀ ਹੈ ਜੀ। I see. ਨਹੀਂ ਬਾਸੀ ਸਰ ਇਹ ਨਾ ਕਿਉਂਕਿ ਖੁਦ ਜਦ ਬੰਦਾ ਡਰਿਆ ਹੁੰਦਾ ਨਾ ਉਹਨੇ ਫਸ ਗਏ ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣ ਬਰੈਂਪਟਨ 'ਚ ਤੁਹਾਨੂੰ ਪਤਾ ਕਿੰਨੀ ਬਦਨਾਮੀ ਹੋਏਗੀ ਹਨਾ ਕਿਉਂਕਿ ਇਹਨਾਂ ਦੀ ਫੋਟੋ ਵੀ ਡਿਸਪਲੇ ਸਾਰਾ ਕੁਝ ਹੋ ਚੁੱਕਿਆ ਹਨਾ। ਤੇ ਮੈਨੂੰ ਲੱਗਦਾ ਇਹ ਗਲਤ ਨੇ ਜੋ ਇਹਨਾਂ ਨੇ ਕੀਤਾ ਹੈ ਤਾਂ ਬਹੁਤ ਗਲਤ ਕੀਤਾ ਤੇ ਇਹ ਇਹਨਾਂ ਨੂੰ ਇੱਕ ਲੈਸਨ ਤਾਂ ਹੋਣਾ ਚਾਹੀਦਾ ਵੀ ਅੱਗੇ ਨਾ ਹੋਵੇ ਕਿਉਂਕਿ ਇਹਨਾਂ ਦੇ ਦੇਖੋ ਕਈ ਕਾਲਰਸ ਤਾਂ ਮੈਂ ਸੁਣਿਆ ਹਨਾ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਸਿਸਟਰ ਨੇ ਜੋ ਕੀਤਾ ਆਈ ਡੋਂਟ ਨੋ ਵੀ ਹਨਾ ਕੀ ਹੈ ਬਟ ਇਹ ਜੋ ਹੋ ਰਿਹਾ ਵੀ ਗਲਤ ਹੋ ਰਿਹਾ ਇਹ ਐਂ ਤਾਂ ਕੋਈ ਵੀ ਕਿਸੇ ਨੂੰ ਕਰ ਸਕਦਾ ਜੀ। I see. ਅਮਨ ਆਪਣੀ ਮਨਵੀਰ ਦੂਸਰੇ I'm just taking 2 more calls। ਹਾਂਜੀ ਪ੍ਰੋਸੀਡ ਕਰੇ ਕਾਲਰ ਗੋ ਹੈਡ ਜੀ। ਹੈਲੋ ਜੀ ਬੋਲੋ ਸਰ। ਹਾਂਜੀ ਬਸ ਜੀ ਇਹ 13-14 ਲੱਖ ਦੇਣ ਨੂੰ ਤਾਂ ਤਿਆਰ ਆ ਨਾ। ਇਹ 13-14 ਲੱਖ ਦੇ ਨਾਲ ਜੀ ਆਪਣੀ ਭੈਣ ਵੀ ਕੁੜੀ ਦੇ ਭਰਾ ਕੋਲ 25 ਦਿਨ ਛੱਡੇ। ਅਮਨ ਤੁਸੀਂ ਸੁਣ ਰਹੇ ਹੋ ਲੋਕ ਕੀ ਕਹਿ ਰਹੇ ਨੇ? ਜੀ ਮੈਂ ਸੁਣਿਆ ਨਹੀਂ ਜੀ ਦੁਬਾਰਾ ਕੀ ਕਾਲਰ ਕੀ ਕਹਿੰਦੇ ਦੁਬਾਰਾ ਮੈਂ ਨਹੀਂ ਸਮਝਿਆ ਕੀ ਕਹਿੰਦੇ ਤੁਸੀਂ ਬੋਲੋ। ਬਸ ਜੀ ਇਹ 13-14 ਲੱਖ ਦੇਣ ਨੂੰ ਤਿਆਰ ਆ ਬਾਈ ਤੇ 25 ਦਿਨ ਕੁੜੀ ਨਾਲ ਰਹਿ ਕੇ ਆਇਆ ਉੱਥੇ ਇਹ ਇੰਡੀਆ ਦੇ ਵਿੱਚ। ਇਹ 25 ਦਿਨ ਆਪਣੀ ਭੈਣ ਆ ਕੁੜੀ ਦੇ ਭਰਾ ਕੋਲ ਛੱਡੇ ਜੀ ਫਿਰ ਇਨਸਾਫ ਮਿਲਣਾ ਕੁੜੀ ਨੂੰ। ਅਮਨ ਕੀ ਕਹਿਣਾ ਚਾਹੁੰਦੇ ਹੋ ਜੇ ਹਾਲਾਤਾਂ ਵਿੱਚ ਆਈ ਕਾਂਟ ਹੈਂਡਲ ਦਿਸ ਕੇਸ? ਤੁਸੀਂ ਜਾਣ ਦਿਓ ਜੀ ਮੈਂ 50 ਲੱਖ ਦੀ ਇੰਨਾ ਇਦਾਂ ਦਾ ਸੀ ਵੀ ਮੇਰੀ ਵੀ ਭੈਣ ਦਾ ਵਿਆਹ ਹੋਇਆ ਸੀ ਪਰ ਅਸੀਂ ਇਦਾਂ ਤਾਂ ਨਹੀਂ ਕੀਤੀ। ਅਗਲਿਆਂ ਨੂੰ ਬਹੁਤ ਹੈ ਹੀ ਨਹੀਂ ਆਪਣੇ ਪਿਓ ਦਾ ਮੰਗਿਆ ਜਿਹੜੀ ਗੱਲ ਹੋ ਗਈ ਤੂੰ ਆਪਣੇ ਪਿਓ ਦਾ ਨਹੀਂ ਹੈਗਾ ਜਿਹੜੀ ਗੱਲ ਪ੍ਰੋਪਰ ਆਪਣਾ ਡੀਐਨਏ ਟੈਸਟ ਕਰਾ ਤੂੰ ਹਰਾਮ ਰਿਹਾ ਤੂੰ ਉੱਥੇ ਕੁੜੀਆਂ ਦੀ ਇੱਜ਼ਤ ਖਰਾਬ ਪਲੀਜ਼ ਸਟਾਪ ਦ ਲੈਂਗੁਏਜ। ਅਗਲੀ ਕਾਲ ਪਲੀਜ਼। ਹੈਲੋ ਹਾਂਜੀ ਬੋਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੈਨੂੰ ਤੂੰ ਕਹਿੰਦੀ ਆ ਮੈਂ ਦੋਨਾਂ ਜਣਿਆਂ ਦੀ ਸਟੋਰੀ ਸੁਣੀ ਪਰ ਜਿੰਨੀ ਕੁ ਗਲਤੀ ਮੁੰਡੇ ਦੀ ਹੈ ਰਾਈਟ ਉਨੀ ਕੁ ਕੁੜੀ ਦੀ ਵੀ ਆ। ਜਦੋਂ ਕੁੜੀ ਨੂੰ ਪਤਾ ਸੀ ਵੀ ਵਿਆਹ ਤੋਂ ਪਹਿਲਾਂ ਰੌਲਾ ਪੈ ਗਿਆ ਰਾਈਟ ਅਗਰ ਇਹ ਪੜ੍ਹੀ ਲਿਖੀ ਸੀ ਇਹਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਉਹ ਬੰਦਾ ਮੈਨੂੰ ਅੱਜ ਹੀ ਇਹ ਗੱਲ ਕਹਿ ਰਿਹਾ ਤੇ ਕੱਲ ਨੂੰ ਮੇਰੇ ਨਾਲ ਕੀ ਕਰੂਗਾ ਰਾਈਟ ਕਿਉਂਕਿ ਇੱਕ ਐਜੂਕੇਟਡ ਬੰਦਾ ਇਹ ਚੀਜ਼ਾਂ ਨੂੰ ਮਤਲਬ ਕਿ ਸਮਝਦਾ ਹੈ। ਇਹ ਨਹੀਂ ਹੁੰਦਾ ਕਿ ਵੀ ਮੈਂ ਮੰਨਦੀ ਹਾਂ ਪਰ ਬਾਕੀ ਗੱਲ ਮੈਂ ਇਹ ਵੀ ਕਹੂੰਗੀ ਲੋਕਾਂ ਨੂੰ ਵੀ ਕਿਸੇ ਨੂੰ ਇਹ ਚੀਜ਼ਾਂ ਬੋਲਣ ਦਾ ਹੱਕ ਨਹੀਂ ਹੁੰਦਾ ਜੀ। ਅੱਛਾ ਮਨਵੀਰ ਇੱਕ ਕਾਲਰ ਕਹਿ ਰਹੇ ਨੇ ਤੁਹਾਨੂੰ ਕਿ ਜਦ ਤੁਹਾਡੀ ਪਹਿਲਾਂ ਡਿਸਪਿਊਟ ਸੀਗਾ ਤਾਂ ਤੁਸੀਂ ਸ਼ਾਦੀ ਨਹੀਂ ਸੀ ਕਰਾਉਣੀ। ਮਨਵੀਰ ਬੋਲੋ। ਹਾਂਜੀ ਸਰ ਸਾਡਾ ਡਿਸਪਿਊਟ ਪਹਿਲਾਂ ਤੋਂ ਕੋਈ ਨਹੀਂ ਸੀਗਾ। ਜਦੋਂ ਪਵਨ ਚੀਮਾ ਨਾਮ ਦੀ ਕੁੜੀ ਦਾ ਕੈਨੇਡਾ ਤੋਂ ਫੋਨ ਆਇਆ ਸੀ 5 ਦਿਨ ਪਹਿਲਾਂ ਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਮਤਲਬ ਇਹਦੇ ਫਾਦਰ ਸਾਹਿਬ ਨੇ ਜਦੋਂ ਇਹ ਕਹਿ ਰਹੇ ਸੀ ਪੱਗ ਨਹੀਂ ਰੱਖੀ ਸੀ ਬਟ ਉਸ ਟਾਈਮ ਉਹਨਾਂ ਨੇ ਆਪਣੀ ਪੱਗ ਰੱਖੀ ਹੋਈ ਸੀਗੀ। ਉਹ ਕਹਿੰਦੇ ਕਿ ਮਤਲਬ ਹਨਾ ਵੀ ਮੈਂ ਵਿਆਹ 'ਚ ਪੱਗ ਬੰਨਣੀ ਆ ਤੇ ਉਹ ਮਤਲਬ ਉਹਨਾਂ ਨੇ ਆਪਣੇ ਸਿਰ ਤੇ ਪੱਗ ਰੱਖੀ ਹੋਈ ਸੀਗੀ ਜਦੋਂ ਉਹਨਾਂ ਨੇ ਸਾਨੂੰ ਘਰੇ ਬੁਲਾਇਆ। ਮਨਵੀਰ ਜਦੋਂ ਮੇਰੇ ਫਾਦਰ ਸਾਹਿਬ ਅੱਗੇ ਪੱਗ ਰੱਖਤੀ ਕਿ ਮੇਰੀ ਇੱਜ਼ਤ ਆ ਦੇਖੋ ਅਸੀਂ ਤਿਆਰੀ ਕਰ ਰਹੇ ਹਾਂ ਸਾਡੇ ਘਰੇ ਗੈਸਟ ਆਏ ਹੋਏ ਆ ਤੁਹਾਡੇ ਘਰ ਵੀ ਗੈਸਟ ਆਏ ਹੋਏ ਆ ਅਸੀਂ ਵਿਆਹ ਕਰਨਾ ਹੈ ਅਸੀਂ ਵਿਆਹ ਕਰਕੇ ਹੀ ਜਾਵਾਂਗੇ। ਇਹਨਾਂ ਨੇ ਮੇਰੇ ਪੈਰੈਂਟਸ ਮੇਰੀ ਗੱਲ ਬਹੁਤ ਮੈਂ ਕਿਹਾ ਮੈਂ ਵਿਆਹ ਨਹੀਂ ਕਰਵਾਉਣਾ ਪਰ ਇਹਨਾਂ ਨੇ ਮੇਰੇ ਇਸ ਤੋਂ ਵੱਡੀ ਮੇਰੇ ਲਈ ਕੋਈ ਗੱਲ ਨਹੀਂ ਸੀਗੀ ਜਿਹੜੀ ਇਹਦੇ ਫਾਦਰ ਸਾਹਿਬ ਨੇ ਪੱਗ ਰੱਖ ਕੇ ਪੈਰਾਂ 'ਚ ਰੱਖ ਦਿੱਤੀ ਸੀ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਇੱਕ ਰਿਸਪੈਕਟ ਮਾਣ ਦੀ ਮੈਂ ਇੱਕ ਰਿਸਪੈਕਟ ਦਿੱਤੀ ਉਹਨਾਂ ਨੂੰ ਕਿ ਅਸੀਂ ਮੇਰੀ ਤੇ ਮੇਰੀ ਫੈਮਿਲੀ ਨੇ ਰਿਸਪੈਕਟ ਦਿੱਤੀ। ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ? ਮੇਰੇ ਕਾਲਰ ਨੇ ਪਲੀਜ਼ ਲਿਸਨ ਟੂ ਹੈਲੋ ਸਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦੀ ਠੀਕ ਹੈ ਹਨਾ ਮੈਂ ਮੰਨਦੀ ਹਾਂ ਪਰ ਮੈਨੂੰ ਇਹ ਲੱਗਦਾ ਕਿ ਮੈਂ ਇੱਕ ਹਿਸਟਰੀ ਲੈਕਚਰਰ ਹਾਂ ਰਾਈਟ ਮੈਂ ਇਹ ਗੱਲ ਸੋਚਦੀ ਹਾਂ ਕਿ ਪੱਗ ਰੱਖਣੀ ਨਾ ਇੱਕ ਪੰਜਾਬੀ ਬੰਦੇ ਲਈ ਬਹੁਤ ਵੱਡੀ ਗੱਲ ਆ ਠੀਕ ਹੈ। ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ ਹੈ ਕਿ ਪੱਗ ਲਾ ਕੇ ਕਿਸੇ ਦੇ ਵੀ ਪੈਰਾਂ 'ਚ ਰੱਖ ਦੋ। ਦੂਜੀ ਗੱਲ ਇਹ ਕਿ ਅਗਲਾ ਕੈਨੇਡਾ ਤੋਂ ਗਿਆ ਰਾਈਟ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਹਾਂ ਮੈਂ ਮੰਨਦੀ ਅਗਲੇ ਤੋਂ ਗਲਤੀ ਹੋਈ ਹੈ ਠੀਕ ਹੈ ਹੋਈ ਆ ਪਰ ਉਨੀ ਕੁ ਗਲਤੀ ਮਨਵੀਰ ਦੀ ਵੀ ਆ। ਇਹ ਨਹੀਂ ਹੁੰਦਾ ਕਿ ਇੱਕ ਬੰਦੇ ਨੂੰ ਪੁਸ਼ ਕਰੋ ਤੁਹਾਡੀਆਂ ਭੈਣਾਂ ਆਈਆਂ ਤੁਹਾਡੇ ਫਾਦਰ ਗਲਤ ਆ। ਥੈਂਕ ਯੂ ਸੋ ਮਚ ਥੈਂਕਸ ਯੂਰ ਕੰਸਰਨ। ਅਗਲੀ ਕਾਲ ਪਲੀਜ਼। ਕਾਲਰ ਗੋ ਹੈਡ। ਹਾਂਜੀ ਵਾਸੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਸੀਡ ਕਰੋ ਪਲੀਜ਼ ਸਪੀਕ ਯੂਰ ਮਾਈਂਡ। ਹਾਂਜੀ ਵਾਸੀ ਸਾਹਿਬ ਜੀ ਆਪਾਂ ਲਾਈਕ ਦੋਨੋਂ ਪਾਸਿਆਂ ਦੀਆਂ ਗੱਲਾਂ ਸੁਣ ਰਹੇ ਆ ਸਾਰੇ ਮੁੰਡੇ ਨੂੰ ਗਲਤ ਕਹਿ ਰਹੇ ਆ ਪਰ ਦੋਨਾਂ ਪਾਸਿਆਂ ਦੀ ਹੀ ਸੁਣ ਕੇ ਬੰਦੇ ਨੂੰ ਡਿਸੀਜਨ ਲੈਣਾ ਚਾਹੀਦਾ ਆ। ਕਿਸੇ ਦੀ ਧੀ ਭੈਣ ਤੇ ਉਂਗਲਾਂ ਚੱਕਣ ਦਾ ਮਤਲਬ ਨਹੀਂ ਬਣਦਾ ਮੈਨੂੰ ਲੱਗਦਾ। ਇਹਨਾਂ ਨੂੰ ਸੁਲਝਾ ਲੈਣਾ ਚਾਹੀਦਾ ਆ ਬਹਿ ਕੇ ਆਪਣਾ
ਸੁਲਝਾਉਣਾ ਚਾਹੀਦਾ ਆ, ਬਹਿ ਕੇ ਆਪਣਾ ਸਮੱਸਿਆ ਇਹ ਹੈ ਕਿ ਆਪਣੇ ਅਮਨਦੀਪ ਜੱਖੂ ਜੀ 2017 ਸ਼ਾਦੀ ਕਰਾ ਕੇ ਇਹਨਾਂ ਨੇ 2018 ਵਿੱਚ ਸ਼ਾਦੀ ਕਰਾ ਲਈ ਤੇ ਇਹਨਾਂ ਨੇ ਇੱਕ ਨੰਨਾ 10 ਮਹੀਨੇ ਦਾ ਬੱਚਾ ਵੀ ਹੋ ਚੁੱਕਾ। देयर इज नो एनी स्कोप, देयर इज नो इन फ्यूचर कि ਇਹ ਉਹਨਾਂ ਨੂੰ ਸਪਾਂਸਰ ਕਰਕੇ ਮੰਗਾ ਸਕਦੇ ਆ ਕਿਉਂਕਿ ਇਹ ਆਲਰੇਡੀ ਮੈਰਿਡ ਹੈ ਤੇ ਇਹਨਾਂ ਦੇ ਕੋਲ ਆਲਰੇਡੀ ਬੱਚਾ ਆ। ਹੁਣ ਸਵਾਲ ਹੈ, ਉਹ ਲੜਕੀ ਕਹਿੰਦੀ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਹੈ ਕਿ ਮੈਂ 12-13 ਲੱਖ ਰੁਪਈਆ ਮੇਰਾ ਕੋਈ ਤੁਸੀਂ ਵੈਲਿਊ ਨਹੀਂ ਪਾ ਰਹੇ ਮਾਰਕੀਟ ਵਿੱਚ, ਮੰਡੀ ਵਿੱਚ, ਮੈਨੂੰ ਤੁਸੀਂ ਥਾਣੇ ਵਿੱਚ ਜਾ ਕੇ ਤੈਨੂੰ 2 ਲੱਖ ਦੇਵਾਂਗੇ, 5 ਲੱਖ ਦੇਵਾਂਗੇ, ਉਹ ਇੱਥੇ ਅੜੀ ਹੋਈ ਹੈ ਤੇ ਇਹ 12 ਲੱਖ ਕਹਿ ਰਹੇ ਸੀ, 12 ਲੱਖ 13 ਲੱਖ ਰੁਪਈਆ ਦੇਣ ਨੂੰ ਤਿਆਰ ਆ। ਸੋ ਅਸੀਂ ਚਾਹਾਂਗੇ ਕਮਿਊਨਿਟੀ ਤੋਂ ਕਿ ਐਡਜਸਟ ਕਿੱਥੇ ਹੋ ਸਕਦਾ ਮੈਟਰ। ਸੋ ਹਾਲ ਤੱਕ ਕੋਈ ਵੀ ਐਸੀ ਸਿਆਣੀ ਸੁਧਰੀ ਸਾਡੇ ਪਾਸ ਸਪਸ਼ਟ ਐਸੀ ਪੰਜਾਬੀ ਭਾਸ਼ਾ ਵਿੱਚ ਕੋਈ ਵੀ ਐਸੀ ਸਜੈਸ਼ਨ ਜਿਹੜੀ ਪਹੁੰਚੀ ਜਿਹਦੇ ਵਿੱਚ ਕਹਿ ਸਕਦੇ ਹਾਂ ਕਿ ਲੋਕਾਂ ਦਾ ਸਜੈਸ਼ਨ ਹੋਵੇ ਕਿ ਹੁਣ ਕਰਨ ਕੀ ਇਹ ਪਰਿਵਾਰ ਇਹ ਪੈਸੇ ਦੇਣ ਨੂੰ ਤਿਆਰ ਆ, ਦੂਜਾ ਪਰਿਵਾਰ ਕਹਿੰਦਾ ਕਿ ਅਸੀਂ ਪੈਸੇ ਨਹੀਂ ਲੈਣੇ, ਅਸੀਂ ਚਾਹੁੰਦੇ ਇਨਸਾਫ। ਇਨਸਾਫ ਕੀ ਚਾਹੁੰਦੇ ਆ? ਉਹ ਮਨਵੀਰ ਕਹਿੰਦੇ ਆ ਕਿ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਆ। ਜੇਲ੍ਹ ਜਿਹੜੀ ਆ ਇਹ ਜੱਜਮੈਂਟ ਜਿਹੜੀ ਹੈ ਕੋਰਟ ਦੀ ਆ। ਆਈ ਐਮ ਨਾਟ ਅ ਜੱਜ ਐਂਡ ਜੂਰੀ, ਅਸੀਂ ਸਰ ਅਵੇਅਰਨੈਸ ਦੇ ਰਹੇ ਹਾਂ ਐਂਡ ਆਈ ਐਮ ਨਾਟ ਅ ਪੁਲਿਸ ਆਫਸਰ ਟੂ ਅਰੈਸਟ ਸਮਵਨ, ਬਟ ਅਸੀਂ ਇਹ ਸਟੋਰੀ ਨੂੰ ਡਿਗ ਆਊਟ ਕਰ ਰਹੇ ਹਾਂ, ਸਾਡੇ ਸਮਾਜ ਦੀਆਂ ਜਿਹੜੀਆਂ ਪ੍ਰੋਬਲਮਸ ਲਿਆ ਰਹੇ ਹਾਂ, ਇਹ ਪ੍ਰੋਬਲਮਸ ਦੇ ਅੰਦਰ ਵੱਧਦੀਆਂ ਜਾ ਰਹੀਆਂ ਨੇ। ਇਹਨਾਂ ਪ੍ਰੋਬਲਮਸ ਦਾ ਹੱਲ ਕੀ ਆ? ਇਹ ਤੁਹਾਡੇ ਪਾਸ ਹੈ, ਸਾਡੇ ਪਾਸ ਨਹੀਂ ਹੈ। ਯੂਅਰ ਕਮੈਂਟਸ, ਤੁਹਾਡੇ ਕਮੈਂਟਸ ਦੀ ਵੈਲਿਊ ਆ ਮੋਸਟ ਵੈਲਕਮ ਟੂ ਸ਼ੋ। ਮੇਕ ਸ਼ੋਰ ਕਿ ਤੁਸੀਂ ਗੱਲ ਕਰਨੀ ਆ, ਚਾਹੇ ਅਮਨ ਦੀਪ ਦੇ ਨਾਲ ਕਰਨੀ ਹੈ ਚਾਹੇ ਕਿਸੇ ਨੇ ਕਰਨੀ ਹੈ, ਕਿ ਯੂ ਮਸਟ ਹੈਵ ਵਿਦ ਰਿਸਪੈਕਟ ਜਿਸ ਪਰ ਰਿਕਾਰਡਿੰਗਸ ਲੈ ਕੇ ਜਿਸ ਵਿੱਚ ਮੁੰਡੇ ਦੀ ਭੈਣ ਕਹਿੰਦੀ ਅਮਨ ਨੇ ਤਾਂ ਦੋਵੇਂ ਰੱਖਣੀਆਂ, ਵਿਚ ਇਜ਼ ਨਾਟ ਰਾਈਟ। ਇਹ ਵੀ ਗਲਤ ਚੀਜ਼ ਹੈ ਕਿਉਂਕਿ ਇਹ ਗਲਤ ਵੀ ਇਹ ਟੋਟਲ। ਹਾਂਜੀ ਕਾਲਰ ਗੋ ਹੈਡ ਪ੍ਰੋਸੀਡ ਕਰੋ। ਹਾਂਜੀ ਬਾਸੀ ਸਾਹਿਬ ਜੀ, ਦੇਖੋ ਜੀ ਜੇ ਲਾਈਕ ਇਹਨੂੰ ਪੈਚਅਪ ਕਰਨਾ ਚਾਹੀਦਾ, ਜੋ ਕਿ ਇਹਨੂੰ ਜੇ ਪਹਿਲਾਂ ਪਤਾ ਸੀ ਤੇ ਇਹਨੇ ਵਿਆਹ ਕਿਉਂ ਕਰਾਇਆ ਨਾ। ਦੂਜੀ ਗੱਲ, ਕੈਨੇਡਾ ਤੋਂ ਮੁੰਡਾ ਗਿਆ ਸੀ, ਉਹਦਾ ਪੇ ਆਪਣੀ ਪੱਗ ਇਹਦੇ ਪੇ ਦੇ ਪੈਰਾਂ 'ਚ ਕਿਉਂ ਰੱਖੂਗਾ ਕੋਈ? ਕੁੜੀ ਦੇ ਪਿਓ ਦੇ ਪੈਰਾਂ 'ਚ ਕਿਉਂ ਰੱਖੂਗਾ ਕੋਈ? ਤੇ ਦੂਜੀ ਸੀ ਗੱਲ, ਕੁੜੀ ਦਾ ਪੇ ਆਪਣੀ ਪੱਗ ਲਾ ਕੇ ਮੁੰਡੇ ਦੇ ਪੈਰਾਂ 'ਚ ਰੱਖਦਾ ਤਾਂ ਸੁਣਿਆ, ਮੁੰਡੇ ਦਾ ਪੇ ਆਪਣੀ ਪੱਗ ਲਾ ਕੇ ਕੁੜੀ ਦੇ ਪੇ ਦੇ ਪੈਰਾਂ 'ਚ ਰੱਖਦਾ, ਇਹ ਤਾਂ ਪਹਿਲੀ ਵਾਰ ਸੁਣ ਰਹੇ ਹਾਂ। ਮਨਵੀਰ ਜਵਾਬ ਦੇ ਇਸ ਗੱਲ ਦਾ। ਹਾਂਜੀ ਸਰ, ਬਿਲਕੁਲ ਸਰ, ਅਸੀਂ ਵੀ ਇਸ ਗੱਲ ਤੋਂ ਸ਼ੌਕ ਸੀਗੇ ਵੀ ਕੁੜੀਆਂ ਕੋਲ ਤਾਂ ਪੱਗ ਰੱਖਦੇ ਬਟ ਮੁੰਡੇ ਵਾਲੇ ਪਹਿਲੀ ਵਾਰ ਰੱਖੀ ਆ। ਤੇ ਸਰ ਇਹਦੀ ਸਿਸਟਰ ਸ਼ਰਨਜੀਤ ਬੋਲਦੀ ਪਈ ਆ। ਸਰ ਮੈਂ ਤੁਹਾਨੂੰ ਇਹਦੀ ਰਿਕਾਰਡਿੰਗ ਪਹਿਲਾਂ ਹੀ ਸੈਂਡ ਕਰ ਦਿੱਤੀ ਹੋਈ। ਇਹਨਾਂ ਨੂੰ ਆਪਣਾ ਡਰ ਸੀਗਾ ਵੀ ਸਾਨੂੰ ਮਤਲਬ ਇਹ ਕਿਤੇ ਜੇਲ੍ਹ ਸਾਨੂੰ 420 ਦੇ ਕੇਸ ਤੇ ਫਸਾ ਨਾ ਦੇਣ, ਇਹਨਾਂ ਨੇ ਪੱਗਾਂ ਲਾ ਕੇ ਰੱਖਣਾ ਸ਼ੁਰੂ ਕਰ ਦਿੱਤੀਆਂ। ਇਹ ਮਤਲਬ ਤੁਹਾਨੂੰ ਰਿਕਾਰਡਿੰਗ ਜਿਹੜੀ ਹੈ ਪਹਿਲਾਂ ਭੇਜੀ ਗਈ, ਪਹਿਲਾਂ ਭੇਜੀ ਰਿਕਾਰਡਿੰਗ ਆ ਕਿ ਇਹ ਮਤਲਬ ਤੈਨੂੰ ਪਹਿਲਾਂ ਪਤਾ ਲੱਗ ਗਿਆ ਸੀ ਕਿ ਇਹਦੇ ਕੋਲ ਆਲਰੇਡੀ ਕੁੜੀ ਹੈ? ਨੋ ਸਰ, ਮੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਕਿ ਕੁੜੀ ਹੈਗੀ ਆ, ਕਿਉਂਕਿ ਇਸ ਕੁੜੀ ਨੇ ਮੈਨੂੰ ਇਹ ਕਿਹਾ ਸੀਗਾ ਕਿ ਇਹਦੀ ਵੱਡੀ ਭਰਜਾਈ ਨੇ ਫੋਨ ਕਰਵਾਇਆ ਤਾਂ ਤੁਸੀਂ ਕਹਿੰਦੇ ਪਲੀਜ਼ ਮੇਰਾ ਨਾਂ ਨਾ ਲਿਓ, ਵੀ ਮੇਰੇ ਤੋਂ ਗਲਤੀ ਹੋ ਗਈ। ਸਰ ਇਹ ਜਿਹੜੀ ਸਰਨ ਦੀ ਸਿਸਟਰ ਆ ਮੇਰੇ ਪੈਰਾਂ 'ਚ ਬੈਠੀ ਸੀ, ਮੈਂ ਕਿਹਾ ਮੈਂ ਨਹੀਂ ਵਿਆਹ ਕਰਵਾਉਣਾ, ਕਿ ਸਾਡੀ ਤਾਂ ਇਨਸਲਟ ਅਸੀਂ ਕੈਨੇਡਾ 'ਚ ਕੀ ਮੂੰਹ ਦਿਖਾਵਾਂਗੇ। ਸਰ ਇਹਨਾਂ ਨੇ ਮਤਲਬ ਇਹ ਤੁਸੀਂ ਸਰ ਇਹਦੀ ਇਹ ਗੱਲ ਕਰਦੀ ਪਈ, ਮੈਂ ਰਿਕਾਰਡਿੰਗ ਭੇਜੀ ਸਿੱਧੂ ਸਰ। Okay, let me go through please, proceed ਕਰੋ please। Okay please hold on, ਔਰ ਅਸੀਂ I don't know, let's proceed please second। ਉਸ ਤੋਂ ਬਾਅਦ ਅਸੀਂ ਵਾਈਂਡ ਅਪ ਕਰ ਰਹੇ ਸ਼ੋਅ ਨੂੰ ਕਿਉਂਕਿ ਸ਼ੋਅ ਇਜ਼ ਗੋਜ਼ ਟੂ ਲੈਂਥੀ। ਸਾਡੇ ਲੀਗਲ ਪੈਨਲ ਵੱਲ ਸਾਨੂੰ ਆਈ ਥਿੰਕ ਵੀ ਵੇਟਿੰਗ ਐਨੀ ਸਿਗਨਲ। ਹਾਂਜੀ ਅਸੀਂ ਅਮਨਦੀਪ ਨੂੰ ਵੀ ਮੈਂ ਇਹ ਗੱਲ ਕਹਿੰਦੀ ਸੀ, ਮੈਂ ਕਿਹਾ ਅਮਨਦੀਪ ਜੀ ਇੱਕ ਸੈਕਿੰਡ ਮੈਂ ਫਲਾਈਟ ਮੋਡ ਤੇ ਲਾਇ ਕਰਦਾ ਕਿਉਂਕਿ ਮੈਨੂੰ WhatsApp ਤੇ ਕਾਲਸ ਬਹੁਤ ਜ਼ਿਆਦਾ ਆ ਰਹੀਆਂ ਜੀ। ਹੁਣ ਮੈਂ ਪਲੇ ਕਰਦਾ। ਜੇ ਤੇਰੀ ਕੋਈ ਗੱਲ So the bursts going on। ਅੰਦਰ ਨੂੰ ਦਿਲ ਦਿਮਾਗ ਵਿੱਚ ਗੱਲ ਹੈ ਕਲੀਅਰ ਆ ਸੀ। ਅਮਨਦੀਪ ਨੂੰ ਵੀ ਮੈਂ ਇਹ ਗੱਲ ਕਹਿੰਦੀ ਸੀ, ਮੈਂ ਕਿਹਾ ਅਮਨਦੀਪ ਜੇ ਤੇਰੀ ਕੋਈ ਗੱਲਬਾਤ ਜਾਂ ਜੋ ਵੀ ਤੇਰੇ ਦਿਲ ਦਿਮਾਗ ਵਿੱਚ ਹੈਗਾ ਤੂੰ ਇੱਧਰਲੀ ਨਾ ਰੱਖਣਾ ਜਾਂ ਉੱਧਰਲੀ ਨਾ ਰੱਖਣਾ, ਅੰਦਰ ਨੂੰ ਦਿਲ ਦਿਮਾਗ ਵਿੱਚ ਗੱਲ ਹੈ ਕਲੀਅਰ ਆਊਟ ਕਰਾ ਨਾ। ਹਾਂਜੀ ਮੈਂ ਕਿਹਾ ਉਹ ਕਹਿੰਦਾ ਨਾ ਮੈਂ ਤਾਂ ਦੋਨਾਂ ਨਾਲ ਰੱਖਣੀ ਆ, ਏਦਾਂ ਕਹਿ ਦਿੰਦਾ। ਮੈਂ ਤੇਰੇ ਸਿਰ ਸ਼ੁਕਰ ਤਾਂ ਤੇਰੇ ਉਹਨਾਂ ਦੇ ਭਰਾਵਾਂ ਨੇ ਤਾਂ ਕੀ ਮਾਰਨੇ, ਪਹਿਲਾਂ ਤੇਰੇ ਅਸੀਂ ਮਾਰਨੇ ਆ ਨਾ ਸਿੱਧਰ ਨਾ। ਫਿਰ ਨਾ ਏਦਾਂ ਹੀ ਹਾਸੇ ਮਜ਼ਾਕ ਚ ਉਹਨੇ ਕਹਿ ਦੇਣਾ ਮੈਂ ਤਾਂ ਦੋਨੇ ਰੱਖਣੀਆਂ ਨਾ। ਇਹ ਕਿਹੜੀ ਆਵਾਜ਼ ਹੈ ਜੋ ਕਹਿੰਦੇ ਦੋਨੇ ਰੱਖਣੀਆਂ? ਇਹ ਆਵਾਜ਼ ਕਿਹਦੀ ਹੈ ਮਨਵੀਰ? ਸਰ ਇਹਦੀ ਛੋਟੀ ਸਿਸਟਰ ਆ ਸੰਦੀਪ, ਜਦੋਂ ਉਹਨੇ ਮੈਨੂੰ ਕਾਲ ਕੀਤੀ 16 ਜੁਲਾਈ 2019 ਵਿੱਚ ਕਿ ਇਹਨੇ ਦੂਜਾ ਵਿਆਹ ਕਰਵਾ ਲਿਆ, ਉਸ ਟਾਈਮ ਇਹਨੇ ਸਾਰੀ ਗੱਲ ਦੱਸ ਰਹੀ ਹੈ ਕਿ ਅਮਨ ਨੂੰ ਮੈਂ ਇੰਨੀ ਗੱਲ ਕਹੀ ਸੀ ਤੇ ਅਮਨ ਨੇ ਕਹਿੰਦੇ ਦੋਨੋਂ ਰੱਖਣੀਆਂ ਆ। ਤੇ ਮਨਵੀਰ ਜੀ ਕੀ ਇਹ ਗੱਲ ਵੀ ਸੱਚ ਹੈ ਕਿ ਪਵਨ ਚੀਮਾ ਜੀ ਨੇ ਵੀ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ, ਮਨਵੀਰ ਵੀ ਰਹਿ ਪਵੇ? ਹਾਂਜੀ ਸਰ ਮੈਂ ਤੁਹਾਨੂੰ ਰਿਕਾਰਡਿੰਗ ਸੈਂਡ ਕੀਤੀ ਜੀ, ਇੱਕ ਉਹ ਵੀ ਰਿਕਾਰਡਿੰਗ ਇਹਨਾਂ ਨੇ WhatsApp ਭੇਜੀ ਹੈ ਜੀ। ਹਾਂਜੀ ਆਈ ਸੀ ਕਿ ਇਹਨਾਂ ਦੇ ਦੂਜੀ ਵਾਈਫ ਐਗਰੀ ਕਰਦੇ ਨੇ। ਓਕੇ ਮੈਨੂੰ ਲੱਗਦਾ ਮੇਰੀ ਇਹ ਗੱਲ ਕਹੀ ਹੋਈ ਆ ਵੀ ਜੇ ਤੂੰ ਰੱਖਣੀਆਂ ਰੱਖੀ ਰੱਖ ਉਧਰਲੀ ਵੀ। ਮੈਂ ਤੈਨੂੰ ਇਹ ਨਹੀਂ ਕਹਿੰਦੀ ਜਿੱਦਾਂ ਤੇਰਾ ਮਨ ਹੈਗਾ ਤੂੰ ਉਦਾਂ ਕਰ। ਇਹ ਕਿਸ ਦੀ ਆਵਾਜ਼ ਹੈ? ਤੇ ਉਹ
ਅਮਨਦੀਪ ਨੇ ਗੱਲ ਕੀਤੀ ਹੋਣੀ ਹੈ ਨਾ ਹਾਂਜੀ ਕੁੜੀ ਨੂੰ ਜਾਂ ਕੁਛ ਵੀ ਹੈ ਨਾ ਐਨੀਵੇ ਇਸ ਬੰਦ ਕਰ ਦੋ ਸੋ ਅਮਨਜੀਤ ਅਮਨਜੀਤ ਕੋਈ ਜਾਣੇ ਇਸ ਤਰ੍ਹਾਂ ਦੀ ਗਲਤੀ ਹੋਈ ਤੁਹਾਡੇ ਕੋਲ ਕਿ ਮੈਂ ਦੋਨੋਂ ਹੀ ਵਾਈਫ ਰੱਖ ਲਵਾਂਗਾ ਇਹ ਟਰੂ অর ਨਾਟ ਹਾਂਜੀ ਮੇਰੀ ਰਿਕਾਰਡਿੰਗ ਦੀ ਚਲਾਓ ਜੀ ਇਹ ਮੈਨੂੰ ਨਹੀਂ ਪਤਾ ਇਹ ਗੱਲ ਸੱਚ ਹੈ ਕਿ ਨਹੀਂ ਸੱਚ ਜਾਂ ਕਿਹਦੀ ਆਵਾਜ਼ ਹੈ ਮੈਨੂੰ ਨਹੀਂ ਪਤਾ ਓਕੇ ਜੀ ਓਕੇ ਨੈਕਸਟ ਕਾਲ ਪਲੀਜ਼ ਮੈਨੂੰ ਪ੍ਰੋਸੀਡ ਕਰੋ ਹਾਂਜੀ ਕਾਲਰ ਗੋ ਹੈਡ ਸਤਿ ਸ਼੍ਰੀ ਅਕਾਲ ਭਾਜੀ ਜੀ ਜਲਦੀ ਕਰੋ ਜੀ ਮੈਂ ਜੀ ਸੋਚ ਸੁਣਦੀ ਪਈ ਮੇਰੀ ਅਮਨ ਵਾਸਤੇ ਇੱਕ ਕੁਐਸਚਨ ਹੈਗਾ ਆ ਜਿੱਦਾਂ ਇਹ ਕਹਿੰਦੇ ਆ ਕਿ ਪਹਿਲਾਂ ਕੁੜੀ ਨੇ ਤਾਂ ਕਹਿੰਦੀ ਸੀ ਮੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਕਿ ਮੈਂ ਸੁਸਾਈਡ ਕਰ ਲੂੰਗੀ ਠੀਕ ਹੈ ਨਾ ਹੁਣ ਤਾਂ ਜਿੱਦਾਂ ਇਹ ਵਿਆਹ ਕਰਾ ਕੇ ਆਇਆ ਇਸ ਵੇਲੇ ਤਾਂ ਭਾਜੀ ਤੇ ਸਾਰੀ ਫੈਮਿਲੀ ਮਰਦੀ ਪਈ ਆ ਇਹ ਮੁੰਡਾ ਟੋਟਲੀ ਝੂਠ ਬੋਲਦਾ ਪਿਆ ਹੈ ਦੇਖੋ ਚਲੋ ਠੀਕ ਆ ਮਤਲਬ ਇਹਨੂੰ ਜੇ ਉਹਨੂੰ ਕੈਨੇਡਾ ਨਹੀਂ ਮੰਗਾਉਣਾ ਸੀ ਉਹਨਾਂ ਤੋਂ ਨਾ ਵਿਆਹ ਕਰਾਂਦਾ ਇਹ ਰੋਕੇ ਆ ਅਗਲੀ ਕਾਲ ਹੁਣ ਗੱਲ ਦਾ ਜਵਾਬ ਦੇ ਨਾ ਪਹਿਲਾਂ ਮੇਰੀ ਤੇ ਨਾਲੇ ਅਮਨ ਕੀ ਕਹਿਣਾ ਚਾਹੁੰਦੇ ਸੀ ਆਪਣੇ ਕਾਲਰ ਨੂੰ ਮੈਂ ਸਮਝਿਆ ਨਹੀਂ ਗੱਲ ਕੀ ਇਹਨਾਂ ਨੇ ਦੁਬਾਰਾ ਤੁਸੀਂ ਹੁਣ ਦੱਸਦੇ ਪਏ ਸੀ ਨਾ ਕਿ ਕੁੜੀ ਕਹਿੰਦੀ ਸੀ ਕਿ ਵਿਆਹ ਤੋਂ ਪਹਿਲਾਂ ਜੇ ਤੁਸੀਂ ਮੇਰੇ ਨਾਲ ਵਿਆਹ ਨਹੀਂ ਕਰਾਉਂਗੇ ਤਾਂ ਮੈਂ ਸੁਸਾਈਡ ਕਰ ਲੈਣੀ ਹੈ ਹਾਂਜੀ ਠੀਕ ਹੈ ਇਸ ਵੇਲੇ ਤਾਂ ਭਾਈ ਸਾਹਿਬ ਚ ਬੇਟਾ ਜੀ ਉਹਨਾਂ ਦੀ ਸਾਰੀ ਫੈਮਿਲੀ ਸੁਸਾਈਡ ਕਰਦੀ ਪਈ ਹੈ ਜਿੱਦਾਂ ਤੁਸੀਂ ਗਰੀਬ ਬੰਦੇ ਦੀ ਜ਼ਿੰਦਗੀ ਖਰਾਬ ਕਰਦੇ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਕੈਨੇਡਾ 'ਚ ਆ ਗਏ ਨਾ ਇੰਡੀਆ ਵਾਲਿਆਂ ਨੂੰ ਤਾਂ ਜ਼ਿੰਦਗੀ ਖਰਾਬ ਕੀਤੀ ਪਈ ਤੁਸੀਂ ਉੱਧਰ ਵੀ ਵਿਆਹ ਕਰਾਇਆ ਇੱਧਰ ਵੀ ਕਰਾਇਆ ਤੁਸੀਂ ਉਹਦੀ ਕੀ ਹੈਲਪ ਕੀਤੀ ਫਿਰ ਵੀ ਮੈਂ ਸਾਰੇ ਪੈਸੇ ਜਿਹੜੀ ਆ ਸਾਰਾ ਕੁਝ ਭੇਜਿਆ ਮੈਂ ਰਿਕਾਰਡਿੰਗ ਭੇਜੀ ਜਿਹੜੀ ਵਿਆਹ ਤੋਂ ਪਹਿਲਾਂ ਕਹਿੰਦੀ ਆ ਵੀ ਸੁਸਾਈਡ ਕਰ ਲੂਗੀ ਮੈਂ ਮਰ ਜਾਊਂਗੀ ਹਨਾ ਜੀ ਮੇਰਾ ਭਾਈ ਸਾਹਿਬ ਜੀ ਮੇਰੇ ਇੱਜ਼ਤ ਵਾਲੇ ਜਿਹੜੇ ਹੁੰਦੇ ਮਾਂ-ਬਾਪ ਹੁੰਦੇ ਨਾ ਕੋਈ ਭਾਵੇਂ ਗਰੀਬ ਤੋਂ ਗਰੀਬ ਹੋਵੇ ਨਾ ਆਪਣੀ ਬੇਟੀਆਂ ਦੇ ਸੋਚਦੇ ਨਹੀਂ ਕੋਈ ਕਰਦਾ ਤੁਹਾਡੇ ਵੀ ਧੀਆਂ ਭੈਣਾਂ ਹੈਗੀਆਂ ਆ ਹੁਣ ਮੈਨੂੰ ਸਾਹਮਣੇ ਹੁਣ ਲੇਡੀ ਦਾ ਫੋਨ ਆਇਆ ਉਹ ਦੱਸਦੀ ਪਈ ਹੈ ਕਿ ਲੋਕੀ ਕੈਨੇਡਾ ਤੋਂ ਆ ਕੇ ਕੁੜੀਆਂ ਦੇਖਦੇ ਕੈਨੇਡਾ ਵਾਲੇ ਦੇਖਦੇ ਆ ਤੇ ਇੰਡੀਆ ਵਿੱਚ ਬੰਦੇ ਨਹੀਂ ਬਸਦੇ ਥੈਂਕ ਯੂ ਸੋ ਮਚ ਅਗਲੀ ਕਾਲ ਪਲੀਜ਼ ਲਖਵਿੰਦਰ ਗੋ ਹੈਡ ਪਲੀਜ਼ ਹਾਂਜੀ ਸਰ ਸਤਿ ਸ਼੍ਰੀ ਅਕਾਲ ਹੈਲੋ ਲਖਵਿੰਦਰ ਕੈਰੀ ਔਨ ਪਲੀਜ਼ ਹਾਂਜੀ ਸਰ ਜੀ ਪਹਿਲੀ ਗੱਲ ਹੈ ਮੁੰਡੇ ਨੂੰ ਕੁਝ ਕਹਿਣ ਦਾ ਫਾਇਦਾ ਨਹੀਂ ਸਰ ਜੀ ਇਹ ਤਾਂ ਕਾਲਰਾਂ ਦੀਆਂ ਧੀਆਂ ਭੈਣਾਂ ਪਿੱਛੇ ਪੈ ਗਿਆ ਦੂਜੀ ਗੱਲ ਹੈ ਜੀ ਜੇ ਤਾਂ ਇਹ ਗਲਤ ਹੈ ਜੀ ਜਮਾ ਹੀ ਗਲਤ ਆ ਪਹਿਲੀ ਤਾਂ ਜੇ ਇਹਨੂੰ ਪਤਾ ਸੀਗਾ ਵੀ ਮੇਰੀ ਕੁੜੀ ਨਾਲ ਨਹੀਂ ਬਣਦੀ ਹੈ ਜੀ ਕੁਛ ਵੀ ਹੈ ਨਾ ਵਿਆਹ ਕਰਵਾ ਲਿਆ ਚਲੋ ਠੀਕ ਆ ਓਕੇ ਕਰਾ ਲਿਆ ਇਹਨੂੰ ਚਾਹੀਦਾ ਸੀ ਵੀ ਲੀਗਲੀ ਕੋਈ ਐਕਸ਼ਨ ਲਵੇ ਕੁੜੀ ਨੂੰ ਲੀਗਲੀ ਡਿਵੋਰਸ ਦੇਵੇ ਤੇ ਕਾਨੂੰਨ ਨਾਲ ਗੱਲ ਕਰੇ ਵੀ ਮੈਨੂੰ ਇਦਾਂ ਡਰਾਇਆ ਜਾ ਰਿਹਾ ਜਾਂ ਮੈਨੂੰ ਹਰਾਸ ਕੀਤਾ ਜਾ ਰਿਹਾ ਕੁਛ ਵੀ ਹੋ ਰਿਹਾ ਹੈ ਨਾ ਆਪਣੇ ਵੱਲੋਂ ਮੂੰਹ ਜਿਹਾ ਚੱਕਿਆ ਆ ਕੇ ਕੈਨੇਡਾ 'ਚ ਵੀ ਵਿਆਹ ਕਰਾ ਲਿਆ ਇਹਦਾ ਹੱਕ ਕੀ ਬਣਦਾ ਇਹ ਕਰਨ ਨੂੰ ਅਗਲੀ ਕਾਲ ਹਾਂਜੀ ਬੋਲੋ ਬਰਿੰਦਰ ਜੀ ਬੋਲੋ ਹਾਂਜੀ ਬਾਸੀ ਸਾਹਿਬ ਪਤਾ ਗੱਲ ਕੀ ਹੈ ਜੀ ਦੇਖੋ ਪਹਿਲਾਂ ਤਾਂ ਇਹਨੇ ਕੁੜੀ ਨੂੰ ਮਤਲਬ ਗੱਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਵੀ ਮੇਰੇ ਨਾਲ ਸੈੱਟ ਹੋ ਜੇ ਠੀਕ ਹੈ ਮੁੜ ਕੇ ਉਹਨੂੰ ਪਿਆਰ ਦੇ ਵਿੱਚ ਇਹਨੇ ਲਿਆਂਦਾ ਹਨਾ ਜੀ ਮੁੜ ਕੇ ਜਦੋਂ ਵਿਆਹ ਕਰਾਉਣ ਦੀ ਵਾਰੀ ਆਈ ਉਦੋਂ ਇਹਨੇ ਨਾ ਕਰਤੀ ਹੋਣੀ ਆ ਤਾਂ ਕੁੜੀ ਨੇ ਕਿਹਾ ਹੋਣਾ ਵੀ ਮੈਂ ਸੁਸਾਈਡ ਕਰ ਲੂੰਗੀ ਅਗਲੀ ਨੇ ਤਾਂ ਤਣੋ ਮਣੋ ਇਹਨੂੰ ਹੀ ਅਪਣਾਇਆ ਸੀਗਾ ਜੀ ਬਸ ਇਹ ਹਰਾਮੀ ਨਿਕਲਿਆ ਜੀ ਬਾਸੀ ਸਾਹਿਬ ਬਾਕੀ ਤੁਸੀਂ ਉਹ ਜਿਹੜੀ FIR ਵਾਲੀ ਰਿਪੋਰਟ ਤੁਸੀਂ ਪੁਲਿਸ ਵਾਲਿਆਂ ਤੋਂ ਮੰਗਾ ਲਈ ਹਨਾ ਜੀ ਤੇ ਤੁਸੀਂ ਇੱਕ ਚੀਜ਼ ਭੁੱਲ ਗਏ ਜੀ ਮੰਗਾਉਣੀ ਉਹ ਪਟੇ ਵਾਲੀ ਮਸ਼ੀਨ ਮੰਗਾ ਲੈਣੀ ਸੀ ਜੀ ਪੰਜਾਬ ਪੁਲਿਸ ਤੋਂ ਇਹਦੇ ਚਿੱਤੜ ਕੁੱਟਨੇ ਸੀ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ ਪਲੀਜ਼ ਡੋਂਟ ਸੇ ਦੈਟ ਕਮ ਔਨ ਬੇਬੀ ਨਹੀਂ ਬਾਸੀ ਸਾਹਿਬ ਹੋਰ ਇਹ ਤਾਂ 15 ਦਿਨਾਂ ਲਾਈਨ ਡਿਸਕਨੈਕਟ ਕਰ ਦਿਓ ਪਲੀਜ਼ ਛੱਡ ਲੂੰਗਾ ਲਾਈਨ ਡਿਸਕਨੈਕਟ ਕਰ ਦਿਓ ਪਲੀਜ਼ ਲਾਈਨ ਡਿਸਕਨੈਕਟ ਕਰ ਦਿਓ ਹਮੇਸ਼ਾ ਲਈ ਕਾਲਰ ਗੋ ਹੈਡ ਪਲੀਜ਼ ਬਾਸੀ ਸਾਹਿਬ ਮੈਂ ਕੈਲੀਫੋਰਨੀਆ ਤੋਂ ਬੋਲਦਾ ਮੈਂ ਤੁਹਾਨੂੰ ਸ਼ੋਅ ਦੇਖ ਰਿਹਾ ਸੀ ਬਾਸੀ ਸਾਹਿਬ ਮੈਂ ਭੈਣ ਮਨਵੀਰ ਕੌਰ ਨੂੰ ਇਹੀ ਸਲਾਹ ਦਿੰਦਾ ਵੀ ਭੈਣ ਮੇਰੀ ਹੁਣ ਜੋ ਹੋਇਆ ਹੈ ਉਹ ਤਾਂ ਹੋਇਆ ਹੀ ਆ ਇਹ ਹੋਰ ਕੋਈ ਮਸਲੇ ਦਾ ਹੱਲ ਹੈ ਨਹੀਂ ਕੀਤਾ ਗਲਤ ਝੂਠੀ ਬੋਲੀ ਜਾ ਰਿਹਾ ਆ ਭੈਣ ਮੇਰੀ ਹੁਣ ਪੈਸੇ ਲੈਣਾ ਹੀ ਮਸਲੇ ਦਾ ਹੱਲ ਹੁਣ ਹੋਰ ਕੋਈ ਹੱਲ ਹੈ ਨਹੀਂਗਾ ਮੇਰੀ ਭੈਣ ਓਕੇ ਜੀ ਨੈਕਸਟ ਕਾਲਰ ਗੋ ਹੈਡ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਦੇਖੋ ਜੋ ਵੀ ਹੁਣ ਆਪਾਂ ਸੁਣਦੇ ਪਏ ਆ ਜੀ ਇਹਦੇ ਵਿੱਚ ਮਨਵੀਰ ਦੀ ਗਲਤੀ ਹੈਗੀ ਆ ਆਪਾਂ ਨੂੰ ਪਤਾ ਆ ਪਰ ਮੈਂ ਪਬਲਿਕ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਵੀ ਹਾਂ ਵੀ ਦੇਖੋ ਉਹਦੀ ਫੈਮਿਲੀ ਤੱਕ ਨਾ ਪਹੁੰਚਿਆ ਜਾਵੇ ਉਹਦੀ ਮਾਂ ਭੈਣ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਕਸੂਰ ਹੈਗਾ ਤਾਂ ਮਨਵੀਰ ਦਾ ਕਸੂਰ ਹੈ ਜੀ ਉਹਨੂੰ ਬੋਲਿਆ ਜਾਵੇ ਸਜ਼ਾ ਉਹਨੂੰ ਦਿੱਤੀ ਜਾਵੇ ਜੀ ਮਨਵੀਰ ਤੇ ਕੁੜੀ ਆ ਭੈਣ ਬਾਰੇ ਨਾ ਬੋਲਿਆ ਜਾਵੇ ਮਨਵੀਰ ਤੇ ਕੁੜੀ ਆ ਬਈ ਨਹੀਂ ਮਨਵੀਰ ਨਹੀਂ ਸੱਚ ਅਮਨਦੀਪ ਦੀ ਭੈਣ ਨੂੰ ਅਮਨਦੀਪ ਦੀ ਫੈਮਿਲੀ ਨੂੰ ਸੌਰੀ ਜੀ ਆਈ ਨੋ ਦੈਟ ਆਈ ਟੈਲ ਆਲਰੇਡੀ ਕਿ ਅਮਨ ਦੀ ਤਾਂ ਮਨਵੀਰ ਦੀ ਸਮੱਸਿਆ ਆ ਇਹਨਾਂ ਦੇ ਕਿਸੇ ਹੋਰ ਦੀ ਸਮੱਸਿਆ ਨੂੰ ਵਿੱਚ ਨਾ ਇਨਵੋਲਵ ਕੀਤਾ ਜਾਵੇ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਦਾ ਆਪਸ ਵਿੱਚ ਹੀ ਜਿਹੜਾ ਰਾਜੀਨਾਮਾ ਹੈ ਕਿਵੇਂ ਹੋਣਾ ਹੈ ਸੋ ਜਸਟ ਔਰ ਨਥਿੰਗ ਐਲਸ ਅਗਲੀ ਕਾਲਰ ਗੋ ਹੈਡ ਜੀ ਹੈਲੋ ਜੀ ਬੋਲੋ ਪ੍ਰੋਸੀਡ ਕਰੋ ਹਾਂਜੀ ਬਾਸੀ ਸਾਹਿਬ ਸੁਣ ਰਹੇ ਹੋ ਨਾ ਮੈਨੂੰ ਤੁਸੀਂ ਮੈਂ ਪ੍ਰੋਸੀਡ ਕਰਨ ਨੂੰ ਕਿਹਾ ਮਤਲਬ ਮੈਂ ਹਾਂਜੀ ਬਾਸੀ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹਦੇ ਵਿੱਚ ਨਾ ਮੁੰਡੇ ਦੀ ਗਲਤੀ ਆ ਨਾ ਕੁੜੀ ਦੀ ਗਲਤੀ ਆ ਮੁੰਡੇ ਦੀ ਗਲਤੀ ਇਹ ਆ ਕਿ ਮੁੰਡਾ ਕੈਨੇਡਾ ਬਹਿ ਕੇ ਕੁੜੀ ਨੂੰ ਕਹਿ ਰਿਹਾ ਤੂੰ ਮੇਰੇ ਕੋਲ 12 ਲੱਖ ਲੈ ਲੈ ਜਾਂ 13 ਲੱਖ ਲੈ ਲੈ ਵੀਰ ਮੇਰੇ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਭਾਜੀ ਜੇ ਤੁਸੀਂ 12-13 ਲੱਖ ਰੁਪਇਆ ਦੇਣਾ ਚਾਹੁੰਦੇ ਹੋ ਤੁਸੀਂ ਇੰਡੀਆ ਜਾ ਕੇ ਪੰਚਾਇਤ 'ਚ ਬੈਠ ਕੇ ਗੱਲ ਕਰੋ
ਜੇ ਤੁਹਾਡੇ ਤੇ FIR ਹੋ ਗਈ ਹੈ ਨਾ, ਤੁਸੀਂ ਉਸ FIR ਤੋਂ ਭੱਜ ਨਹੀਂ ਸਕਦੇ। ਤੁਸੀਂ ਗਲਤੀ ਕੀਤੀ ਹੈ। ਜੇ ਤੁਹਾਡੀ ਵਿਆਹ ਤੋਂ ਪਹਿਲੇ ਗਰਲਫ੍ਰੈਂਡ ਸੀਗੀ ਤੇ ਤੁਸੀਂ ਇੰਡੀਆ ਜਾ ਕੇ ਵਿਆਹ ਨਾ ਕਰਾਉਂਦੇ, ਇਹ ਤੁਹਾਡੀ ਗਲਤੀ ਆ, ਨਾ ਕਿ ਕੁੜੀ ਦੀ। ਅੱਜ ਆਪਾਂ ਕੁੜੀ ਨੂੰ ਵੀ ਗਲਤ ਕਹਿ ਰਹੇ ਆ ਕਿ ਕੁੜੀ ਨਾ ਵਿਆਹ ਕਰਾਂਦੀ, ਕੁੜੀ ਨਾ ਵਿਆਹ ਕਰਾਂਦੀ। ਭਾਜੀ ਜਦੋਂ ਕੁੜੀ ਦਾ ਵਿਆਹ ਧਰਤਾ, ਕੁੜੀ ਕਿੱਦਾਂ ਭੱਜ ਸਕਦੀ? ਸਮਾਜ 'ਚ ਕੁੜੀ ਦੇ ਮਾਪਿਆਂ ਨੇ ਕਿਹਨੂੰ ਮੂੰਹ ਦਿਖਾਣਾ ਕਿ ਕੁੜੀ ਦਾ ਰਿਸ਼ਤਾ ਕਿਉਂ ਟੁੱਟਾ? ਉੱਥੇ ਤੇਰੀ ਗਲਤੀ ਨਹੀਂ ਵੀਰ ਮੇਰਾ ਨਿਕਲਣੀ, ਉੱਥੇ ਕੁੜੀ ਦੀ ਨਿਕਲਣੀ ਸੀ ਕਿ ਕੁੜੀ ਗਲਤ ਹੋਏਗੀ ਤਾਂ ਕਰਕੇ ਉਹਨਾਂ ਨੇ ਰਿਸ਼ਤਾ ਤੋੜਤਾ। ਠੀਕ ਹੈ, ਜੇ ਤੇਰਾ ਤੂੰ ਗਲਤ ਆ ਇੱਥੇ, ਮੈਂ ਤੈਨੂੰ ਵੀਰ ਮੇਰਾ ਗਲਤ ਕਹਿਣਾ, ਤੂੰ ਵਿਆਹ ਨਹੀਂ ਤੈਨੂੰ ਕਰਾਉਣਾ ਚਾਹੀਦਾ। ਜੇ ਤੇਰੀ ਬਾਹਰ ਗਰਲਫ੍ਰੈਂਡ ਸੀਗੀ, ਜੇ ਅੱਜ ਆਪਾਂ ਕੈਨੇਡਾ ਅਮਰੀਕਾ 'ਚ ਬੈਠੇ ਆ, ਆਪਾਂ ਇੰਡੀਆ ਜਾ ਕੇ ਵਿਆਹ ਕਰਾਉਂਦੇ ਆ, ਇਹ ਸਾਡੀਆਂ ਗਲਤੀਆਂ। ਜਿੱਥੇ ਸਾਡੇ ਕੋਲ ਗਰਲਫ੍ਰੈਂਡ ਹੈਗੀ ਨਾ, ਤੇ ਅਸੀਂ ਉਸ ਕੁੜੀ ਨਾਲ ਵਿਆਹ ਕਰਾਈਏ ਕਿ ਜਿਹੜੀ ਸਾਡੇ ਕੋਲ ਪਹਿਲੇ ਆਲਰੇਡੀ ਹੈਗੀ ਆ। ਅਸੀਂ ਇੰਡੀਆ ਜਾ ਕੇ ਕੁੜੀਆਂ ਵੇਖਣੀਆਂ ਸ਼ੁਰੂ ਕਰ ਦਿੰਦੇ ਆ, ਵਿਚੋਲੇ ਲੱਭਣੇ ਸ਼ੁਰੂ ਕਰ ਦਿੰਦੇ ਆ। ਅਸੀਂ ਵਿਚੋਲਿਆਂ ਨੂੰ ਕਹਿੰਦੇ ਕਿ ਸਾਨੂੰ ਰਿਸ਼ਤਾ ਕਰਾਓ। ਭਾਈ ਅਸੀਂ ਜ਼ਿਆਦਾ ਹੀ ਵੀ ਨਹੀਂ, ਕੈਨੇਡਾ ਅਮਰੀਕਾ ਕੋਈ ਮਾੜੀ ਮੋਟੀ ਗੱਲ ਹੀ ਏ, ਐਡੀ ਵੱਡੀ ਗੱਲ ਨਹੀਂ। ਇੱਜ਼ਤ ਅੱਗੇ ਕੁਝ ਵੀ ਨਹੀਂ ਹੈਗਾ ਕੈਨੇਡਾ ਅਮਰੀਕਾ। ਅੱਛਾ, ਐਨੀਵੇ ਅਮਨ, ਜਿਹੜੇ ਲੋਕ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਤੁਹਾਡੇ ਤੋਂ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਤੁਹਾਨੂੰ ਕਰਾ ਰਹੇ ਨੇ, ਤੁਸੀਂ ਕਹਿਣ ਨੂੰ ਤਿਆਰ ਹੋ ਕਿ ਤੁਹਾਡੇ ਤੋਂ ਗਲਤੀ ਹੋਈ ਕਿਤੇ? ਜੈਸ ਔਰ ਨੋ? ਹਾਂਜੀ ਬਿਲਕੁਲ ਗਲਤੀ ਹੋਈ ਹੈ ਜੀ, ਪਰ ਬਾਸੀ ਸਾਹਿਬ ਇਹ ਇਹਨਾਂ ਦੇ ਪੋਲੇ ਦੇ ਮੂੰਹ ਨਾਲ ਇਹ ਕਹਿ ਰਹੇ ਨੇ ਕਿ ਹਾਂਜੀ ਮੇਰੇ ਕੋਲ ਗਲਤੀ ਹੋ ਗਈ। ਗਲਤੀ ਹੋ ਗਈ, ਠੀਕ ਆ ਵੀਰ, ਤੇਰੇ ਕੋਲ ਗਲਤੀ ਹੋ ਗਈ, ਮੰਨ ਗਏ ਅਸੀਂ ਗਲਤੀ ਹੋ ਗਈ, ਪਰ ਇਸ ਚੀਜ਼ ਦੇ ਵਿੱਚ ਹੁਣ ਕੁੜੀ ਦੀ ਤੇ ਇੱਜ਼ਤ ਖਰਾਬ ਹੁੰਦੀ ਵੀ ਨਾ। ਇਹ ਹੱਲ ਕੀ ਹੈ? ਇਹਦਾ ਹੱਲ ਕੀ ਹੈ? ਕਮਿਊਨਿਟੀ ਹੱਲ ਕੀ ਚਾਹੁੰਦੀ ਹੈ? ਇਸ ਚੀਜ਼ ਦਾ ਬਾਸੀ ਸਾਹਿਬ ਇੱਕੋ ਇੱਕ ਹੱਲ ਆ। ਮੈਂ ਇਸ ਚੀਜ਼ਾਂ ਚੋਂ ਨਿਕਲ ਚੁੱਕਾ, ਮੇਰੀ ਖੁਦ ਦੀ ਕਜ਼ਨ ਸਿਸਟਰ ਨਾਲ ਹੋ ਚੁੱਕਾ ਇਹ ਸਭ, ਮੈਂ ਨਿਕਲ ਚੁੱਕਾ। ਮੈਨੂੰ ਪਤਾ ਆ ਇਹ ਵੀਰ ਇੰਡੀਆ ਜਾਵੇ, ਬੈਠ ਕੇ ਗੱਲ ਕਰੇ, ਉੱਥੇ ਜਾ ਕੇ ਜੋ ਕੁੜੀ ਦਾ ਲੱਗਾ ਲਾਣਾ, ਜਿੰਨਾ ਵੀ ਉਹਨਾਂ ਦਾ ਪੈਸਾ ਲੱਗਿਆ ਆ, ਜੋ ਵੀ ਲੱਗਾ 20-25 ਲੱਖ ਰੁਪਇਆ, 12 ਲੱਖ ਰੁਪਇਆ, ਬਾਸੀ ਸਾਹਿਬ ਕੁਝ ਵੀ ਨਹੀਂ ਹੈਗਾ। 12 ਲੱਖ 'ਚ ਕੁੜੀ ਜ਼ਿੰਦਗੀ ਕੱਟ ਲੂਗੀ? ਦੱਸੋ ਤੁਸੀਂ, 12 ਲੱਖ ਰੁਪਏ 'ਚ ਜ਼ਿੰਦਗੀ ਕੱਟ ਲੇਗੀ ਕੁੜੀ? ਅਮਨ ਤੁਸੀਂ ਕੱਲ੍ਹ ਨੂੰ ਇਹਨਾਂ ਦਾ ਜਵਾਈ ਉੱਠ ਕੇ, ਕੱਲ੍ਹ ਨੂੰ ਅਮਨ ਵੀਰਾਂ ਦਾ ਜਵਾਈ ਉੱਠ ਕੇ ਕਵੇ ਭਾਈ ਆਪਣੀ ਕੁੜੀ ਲੈ ਜਾਓ, ਮੈਂ ਤੁਹਾਨੂੰ 15 ਲੱਖ ਦਿੰਦਾ, ਇਹ ਰੱਖ ਲੈਣਗੇ? ਮੈਂ ਤੁਹਾਨੂੰ ਪੁੱਛਣਾ, ਰੱਖ ਲੈਣਗੇ? ਵੀਰ ਜੀ ਗੱਲ ਇਦਾਂ ਵੀ ਸਾਡੀ ਕੁੜੀ ਦਾ ਵੀ ਡਿਵੋਰਸ ਹੋਇਆ ਸੀ, ਅਸੀਂ ਇਦਾਂ ਲੋਕਾਂ 'ਚ ਭਾਜੀ ਕੁੜੀ ਦਾ ਦੱਸੋ ਮੈਨੂੰ, ਕੁੜੀ ਦਾ ਕੀ ਕਸੂਰ ਆ? ਗਰਲਫ੍ਰੈਂਡ ਜਿਹੜੀ ਤੁਹਾਡੀ ਗਰਲਫ੍ਰੈਂਡ ਸੀਗੀ, ਪਤਾ ਉਸ ਬਾਰੇ ਲੱਗਾ ਤੁਹਾਨੂੰ? ਕੁੜੀ ਦੇ ਬॉयਫ੍ਰੈਂਡ ਦਾ ਪਤਾ ਲੱਗਾ ਤੁਹਾਨੂੰ? ਕੁੜੀ ਬਾਰੇ ਕਿਸੇ ਨੇ ਗਲਤ ਕਿਹਾ? ਪਤਾ ਤਾਂ ਲੱਗਾ ਵੀਰ ਜੀ ਤੁਹਾਡੇ ਬਾਰੇ, ਕਿਸੇ ਹੋਰ ਬਾਰੇ ਥੋੜੀ ਪਤਾ ਲੱਗਾ। ਤੁਸੀਂ ਗਲਤ ਹੋ, ਕੁੜੀ ਨਹੀਂ ਗਲਤ। ਮੈਂ ਕੁੜੀ ਨੂੰ ਗਲਤ ਨਹੀਂ ਕਹਾਂਗਾ, ਭੈਣ ਨਹੀਂ ਗਲਤ ਹੈਗੀ, ਤੁਸੀਂ ਗਲਤ ਹੋ ਵੀਰ ਮੇਰਿਆ। ਜੇ ਤੂੰ 10-15 ਲੱਖ ਰੁਪਇਆ ਦਿੰਨਾ ਪਿਆ, ਕੱਲ ਨੂੰ ਸੇਮ ਸਿਚੁਏਸ਼ਨ ਤੁਹਾਡੇ ਘਰ ਦੇ ਵਿੱਚ ਹੁੰਦੀ ਆ, ਤੁਹਾਨੂੰ ਤੁਹਾਡਾ ਜਵਾਈ ਆਣ ਕੇ ਕਹਿੰਦਾ ਭਾਈ ਆਪਣੀ ਕੁੜੀ ਲੈ ਜਾਓ, ਮੈਂ 15 ਲੱਖ ਦਿੰਨਾ, ਤੁਸੀਂ ਰੱਖ ਲਓਗੇ? ਵੀਰ ਜੀ ਗੱਲ ਇਦਾਂ ਕਿ ਅਸੀਂ ਸਾਡੇ ਆਲਰੇਡੀ ਇਹ ਗੱਲ ਹੋਈ ਆ, ਪਰ ਅਸੀਂ ਇਦਾਂ ਤਾਂ ਨਹੀਂ ਕੀਤਾ ਜਿੱਦਾਂ ਇਹ ਕਰ ਰਹੇ ਆ। ਤੁਸੀਂ ਭਾਜੀ 10-15 ਲੱਖ ਰੁਪਇਆ ਲੈ ਕੇ ਆਪਣੀ ਕੁੜੀ 2-3 ਸਾਲ ਜਾਂ ਵਟਐਵਰ 5 ਦਿਨ 10 ਦਿਨ ਕਿਸੇ ਹੋਰ ਘਰੇ ਛੱਡ ਕੇ, ਤੁਸੀਂ 10 ਲੱਖ ਰੁਪਇਆ ਲੈ ਕੇ ਈਜ਼ੀ ਵੇ ਦੇ ਨਾਲ 12 ਲੱਖ 15 ਲੱਖ ਲੈ ਕੇ ਤੁਸੀਂ ਆਪਣੀ ਕੁੜੀ ਘਰੇ ਲਿਆਓਗੇ? ਮੈਨੂੰ ਇਸ ਚੀਜ਼ ਦਾ ਜਵਾਬ ਦੇ ਦਿਓ। ਅਮਨ ਜੀ ਕਹਿੰਦੇ ਅਮਰ ਕਹਿੰਦੇ ਕਿ ਸਾਡੀ ਸਿਸਟਰ ਨਾਲ ਪਹਿਲਾਂ ਵੀ ਹੋਇਆ ਇਦਾਂ। ਅਮਰ ਇਹਦਾ ਟਰੂ ਹੈ ਤੁਹਾਡੇ ਵੀ ਸਿਸਟਰ ਨਾਲ ਹੋਇਆ? ਹਾਂਜੀ, ਪਰ ਅਸੀਂ ਇਦਾਂ ਦੀ ਗੱਲਬਾਤ ਨਹੀਂ ਕੀਤੀ, ਨਾ ਅਸੀਂ ਕਿਸੇ ਕੋਲ ਪੈਸਾ ਮੰਗਿਆ, ਨਾ ਅਸੀਂ ਕਿਸੇ ਕੋਲ ਕੋਈ ਪ੍ਰੋਬਲਮ ਕਰੀ। ਪਰ ਭਾਜੀ ਉਹ ਵੀ ਕੁੜੀ ਪੈਸਾ ਨਹੀਂ ਮੰਗਦੀ ਪਈ, ਕੁੜੀ ਕਹਿੰਦੀ ਮੈਂ ਤੈਨੂੰ ਸਜ਼ਾ ਕਰਾਉਣੀ ਆ, ਠੀਕ ਹੈ? ਉਹ ਕੁੜੀ ਪੈਸਾ ਥੋੜੀ ਮੰਗਦੀ ਪਈ, ਪੈਸਾ ਤਾਂ ਤੁਸੀਂ ਕਹਿੰਦੇ ਪਏ ਮੈਂ 12 ਲੱਖ ਦੇ ਦੇਣਾ। ਠੀਕ ਹੈ ਜੀ, ਕੋਈ ਗੱਲ ਮੇਰਿਆ, ਇਸ ਚੀਜ਼ ਦਾ ਇੱਕੋ ਇੱਕ ਹੱਲ ਆ, ਕਿਉਂਕਿ ਹੁਣ ਤੂੰ ਤੇ ਕੈਨੇਡਾ 'ਚ ਵਿਆਹ ਕਰਾ ਲਿਆ, ਤੇਰੇ ਇੱਥੇ ਜਵਾਕ ਵੀ ਆ। ਚਲੋ ਉਸ ਕੁੜੀ ਦੇ ਆਪਾਂ ਚਲੋ ਸ਼ੁਕਰ ਕਰਦੇ ਆ, ਕੁੜੀ ਤੇ ਜਵਾਕ ਨਹੀਂ ਹੈਗਾ, ਨਹੀਂ ਤੇ ਜਵਾਕ ਉਹ ਵੀ ਰੁਲਣਾ ਸੀਗਾ। ਇੱਕੋ ਇੱਕ ਹੱਲ ਆ, ਭਰਾ ਮੇਰਿਆ, ਭੱਜ ਨਾ, ਇੰਡੀਆ ਜਾ, ਤੈਨੂੰ ਗੋਲੀ ਕਿਸੇ ਨੇ ਨਹੀਂ ਮਾਰ ਦੇਣੀ, ਨਾ ਤੈਨੂੰ ਕੁਝ ਕਹਿਣਾ, ਜਸਟ ਇੱਕ ਮਾਮੂਲੀ ਜੀ FIR ਹੀ ਏ। ਭੱਜ ਨਾ, ਇੰਡੀਆ ਜਾ, ਬਹਿ ਕੇ ਆਪਣਾ ਸੌਟ ਆਊਟ ਕਰ, ਟਾਈਮ ਇਜ਼ ਓਵਰ, ਉੱਥੇ ਜਾ ਕੇ ਪੈਸੇ ਦੇ ਉਹਨਾਂ ਨੂੰ, ਇੱਥੋਂ ਦੂਰੂ ਨਾ 12 ਲੱਖ ਭੇਜ। ਅਮਨ ਤੁਸੀਂ ਇੰਡੀਆ ਜਾਣ ਨੂੰ ਤਿਆਰ ਹੋ? ਹੈਲੋ ਅਮਨ ਤੁਸੀਂ ਇੰਡੀਆ ਜਾ ਕੇ ਸੈਟਲਮੈਂਟ ਕਰਨ ਨੂੰ ਤਿਆਰ ਹੋ ਪਰਸਨਲੀ, ਫਿਜ਼ੀਕਲੀ ਔਰ ਨੋ? ਨਹੀਂ ਜੀ ਹਜੇ ਤਾਂ ਨਹੀਂ, ਬਾਕੀ ਪਤਾ ਨਹੀਂ ਹੈ। ਬਾਸੀ ਸਾਹਿਬ ਮੈਨੂੰ 5 ਮਿੰਟ ਦਾ ਟਾਈਮ ਦੇ ਦਿਓ, ਵੀਰ ਇੰਡੀਆ ਜਾ ਕੇ ਉਹਨਾਂ ਨੂੰ ਪੈਸੇ ਦੇਵੇ। ਜੇ ਤੂੰ 12 ਦਿਨਾਂ ਨਾ, ਘੱਟੋ ਘੱਟ ਵੀਰ ਮੇਰਾ 25-30 ਲੱਖ ਰੁਪਇਆ ਕੁੜੀ ਦੇ ਨਾਲ ਲਵਾ ਕੇ ਆ, ਆਪਣਾ ਕਿੱਲਾ ਵੀ ਇੱਕ ਨਾਲ ਲਵਾ ਕੇ ਆ ਉਹਦੇ, ਫੇਰ ਕੁੜੀ ਤੇਰੀ ਮੰਨ ਜੂ। ਠੀਕ ਹੈ, ਆਪਣੇ ਵਾਲਾ ਇੱਥੇ ਵਾਲਾ ਜਵਾਕ ਲੈ ਜੀ, ਪੰਚਾਇਤ 'ਚ ਜਾ ਕੇ ਖੜਾ ਕਰਦੀ ਕਿ ਆ ਮੇਰੀ ਜਨਾਨੀ ਹੈ ਜੀ, ਮੈਂ ਹੱਥ ਜੋੜ ਕੇ ਗਲਤੀ ਮੰਨਦਾ, ਮੈਨੂੰ ਮਾਫ ਕਰ ਦਿਓ, ਤੁਹਾਡੀ ਜੁੱਤੀਆਂ ਮੇਰਾ ਸਿਰ, ਮੈਂ ਛਿੱਤਰ ਖਾਣ ਨੂੰ ਵੀ ਤਿਆਰ ਆ, ਪਰ ਮੈਨੂੰ ਦੱਸੋ ਮੈਂ ਇਹਨੂੰ ਰੱਖਾਂ ਕਿ ਇਹਨੂੰ ਰੱਖਾਂ? ਦੋਨੇ ਤੇ ਮੈਂ ਰੱਖ ਨਹੀਂ ਸਕਦਾ। ਠੀਕ ਹੈ, ਇੰਡੀਆ ਜਾਣ, 25-30 ਲੱਖ ਰੁਪਇਆ ਕੁੜੀ ਦੇ ਨਾਂ ਲਵਾ, ਇੱਕ ਕਿੱਲਾ ਆਪਣੇ ਨਾਂ ਤੋਂ ਪਹਿਲੀ ਉਹਦੇ ਨਾਂ ਤੇ ਲਵਾ, ਅਗਲੀ ਕੱਲ ਨੂੰ ਜ਼ਿੰਦਗੀ ਕੱਟਣ ਵਾਲੀ ਬਣੇ, ਜਾਂ ਦੂਜੇ ਥਾਂ ਦੇ ਵੀ ਵਿਆਹ ਕਰਾਂਦੀ ਉਹਨੂੰ ਲਾਂਭੇ ਨਾ ਪੈਣ। ਠੀਕ ਹੈ, ਮੈਂ ਤੈਨੂੰ ਸਹੀ ਗੱਲ ਦੱਸ ਰਿਹਾ, ਭਰਾ ਦੇ ਹੋ, ਭਰਾ ਹੋਣ ਦੇ ਨਾਤੇ ਤੈਨੂੰ ਮੈਂ ਦੱਸਦਾ ਪਿਆ।
ਕਿ ਆਹ ਕੰਮ ਕਰ ਲੈ, ਤੈਨੂੰ ਗੋਲੀ ਨਹੀਂ ਮਾਰਦੇ ਲੱਗੇ, ਆਪਣਾ ਇੱਥੇ ਵਾਲਾ ਬੱਚਾ, ਇੱਥੇ ਵਾਲੀ ਜਨਾਨੀ ਇੰਡੀਆ ਲੈ ਜੀ, ਪੰਚਾਇਤ 'ਚ ਖੜੇ ਹੋ ਜਿਓ ਜਾ ਕੇ ਸਾਰਾ ਟੱਬਰ ਕਿ ਭਾਈ ਸਾਡੇ ਕੋਲ ਹੋ ਗਈ ਗਲਤੀ, ਸਾਨੂੰ ਕਰ ਦਿਓ ਮਾਫ, ਅਸੀਂ ਤੁਹਾਡੇ ਛਿੱਤਰ ਖਾਣ ਨੂੰ ਵੀ ਤਿਆਰ ਆ। ਭਾਈ ਕੁੜੀਆਂ ਗਾਜਰ ਮੂਲੀਆਂ ਨਹੀਂ ਹੈਗੀਆਂ ਕਿ ਜਿਹੜੀਆਂ ਪੱਟੀਆਂ ਚੱਕ ਮਾਰਿਆ ਨਹੀਂ ਸਵਾਦ ਲੱਗੀ ਸੱਟਤੀ, ਇਹ ਚੀਜ਼ ਨਾ ਕਰੋ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਜਿਹੜੇ ਵੀ ਮੈਨੂੰ ਸੁਣਦੇ ਵੇ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਕੁੜੀਆਂ ਗਾਜਰ ਮੂਲੀ ਨਹੀਂ ਆ। ਅੱਜ ਤਲਾਕ ਵਧੀ ਜਾਂਦੇ ਨੇ, ਕਿਉਂ ਵਧਦੇ ਨੇ? ਜਦੋਂ ਤੁਸੀਂ ਵਿਆਹ ਕਰਦੇ ਹੋ ਉਦੋਂ ਤੁਸੀਂ ਸੋਚ ਲਿਆ ਕਰੋ, ਆਪਣੇ ਮੁੰਡੇ ਨੂੰ ਬਿਠਾ ਕੇ ਪੁੱਛਿਆ ਕਰੋ, ਕੁੜੀ ਨੂੰ ਬਿਠਾ ਕੇ ਪੁੱਛਿਆ ਕਰੋ, ਭਾਈ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਹੋਰ ਹੈਗਾ ਅਸੀਂ ਤੁਹਾਡਾ ਉੱਥੇ ਵਿਆਹ ਕਰ ਦਿੰਦੇ ਆ। ਆਪਣਾ ਫੈਸਲਾ ਨਾ ਬੱਚਿਆਂ ਤੇ ਥੋਪਿਆ ਕਰੋ, ਕੱਲ ਨੂੰ ਤਲਾਕ ਹੁੰਦੇ ਨੇ, ਇਹ ਚੀਜ਼ਾਂ ਦੇ ਤਲਾਕ ਹੁੰਦੇ ਨੇ। ਪਹਿਲੇ ਕੁੜੀ ਕਿਤੇ ਹੋਰ ਗੱਲ ਕਰਦੀ ਹੁੰਦੀ, ਮੁੰਡਾ ਕਿਤੇ ਹੋਰ ਗੱਲ ਕਰਦਾ ਹੁੰਦਾ, ਆਪਾਂ ਚੱਕ ਕੇ ਵਿਆਹ ਕਿਤੇ ਹੋਰ ਕਰ ਦਿੰਦੇ, ਅਗਲੇ ਤਲਾਕ ਲੈ ਲੈਂਦੇ ਆ। ਅਰਸ਼ਾਦ ਮੈਂ ਅੱਗੇ ਲਾਵਾਂਗਾ। ਥੈਂਕ ਯੂ ਸੋ ਮਚ ਫॉर योर ਕਮੈਂਟ ਪਲੀਜ਼। ਥੈਂਕ ਯੂ ਸਰ ਜੀ। ਵੀ ਰਿਸਪੈਕਟ ਦੈਟ। ਓਕੇ ਕਾਲਰ ਗੋ ਹੈਡ। ਰੋਹਿਤ ਸ਼ਰਮਾ ਜੀ, ਤੁਹਾਨੂੰ ਕਿੰਨੀ ਸ਼ਰਮ ਆ ਰਹੀ ਹੈ ਸੁਣ ਕੇ ਗੱਲਾਂ? ਬਾਸੀ ਸਾਹਿਬ ਮੈਂ ਬੋਲ ਕਾਲ ਘੱਟ ਕਰਦਾ, ਮੈਂ ਸੁਣਦਾ ਹੀ ਹੁੰਦਾ, ਪਰ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਰੇ ਕੋਈ ਉਹਨੂੰ ਬੋਲ ਗਿਆ, ਕੋਈ ਉਹਨੂੰ ਬੋਲ ਗਿਆ, ਪਰ ਮੇਨ ਗੱਲ ਇਹ ਆ, ਪੈਸੇ ਵੀ ਦੇ ਦੂਗੇ, ਸਭ ਕੁਝ ਦੇ ਦੂਗਾ। ਇਹ ਜਿਹੜਾ ਉਹਦਾ ਟਾਈਮ ਖਰਾਬ ਹੋਇਆ ਕੁੜੀ ਦਾ ਵਿਚਾਰੀ ਦਾ, ਕਿੰਨੀ ਆਸ ਹੁੰਦੀ ਹੈ ਬੰਦੇ ਨੂੰ। ਇੱਥੇ ਬੈਠਾ ਤਾਂ ਇਹਨੇ ਮਿੰਟ 'ਚ ਕਹਿਤਾ ਕਿ 6 ਲੱਖ ਦਾ ਘਰ ਆ, ਮੈਂ ਵੀਰ ਨੂੰ 6 ਦੀ ਜਗ੍ਹਾ 7 ਦੀ ਜਗ੍ਹਾ 8 ਹੀ ਲੱਖ ਦਿੰਦਾ, ਮੈਨੂੰ ਉਹੋ ਜਿਹਾ ਸੇਮ ਘਰ ਲੈ ਦੇ। ਜਿਹੜੇ ਪਿਓ ਨੇ 2 ਕੁੜੀਆਂ ਵਿਆਹੀਆਂ, 2 ਕੁੜੀਆਂ ਪੜ੍ਹਾਈਆਂ, 2 ਪਤਾ ਨਹੀਂ ਕਿੰਨੀਆਂ ਗਾਂ ਹੋਰ ਵੀ ਜਵਾਬ ਹੋਣਗੇ, ਉਹ ਘਰ 'ਚ ਰਹਿੰਦੇ ਵੀ ਪਏ ਆ। ਬਾਤੀ ਸਾਹਿਬ ਤੁਸੀਂ ਦੱਸੋ, ਉਹ ਪਿਓ ਗਰੀਬ ਹੋਊਗਾ ਕਿਤੇ? ਆਈ ਸੀ ਜਿਹਨੇ ਆਪਦੇ ਸਾਰੀ ਕੁੜੀਆਂ ਪੜ੍ਹਾਈਆਂ, ਵਿਆਹੀਆਂ, ਸਭ ਕੁਝ ਕਰਾਇਆ, ਉਹ ਪਿਓ ਕਿੱਥੇ ਗਰੀਬ ਹੋਊਗਾ? ਇੱਥੇ ਬੈਠੇ ਤਾਂ ਉਹੀ ਮੂੰਹ ਮਾਰ ਦਿੰਦੇ ਆਪਾਂ, ਗਰੀਬ ਆ ਜੀ ਗਰੀਬ। ਆਪਾਂ ਵੀ ਤਾਂ ਉਹੀ ਘਰਾਂ 'ਚੋਂ ਆਏ ਆ ਨਾ ਭਾਜੀ। ਤੁਸੀਂ ਕਿੰਨੇ ਘਰੇ 'ਚ ਸੀਗੇ ਜੀ? ਆਪਣੇ ਉਹਨਾਂ ਦੇ ਜਿਹੜੇ ਡੈਡੀ ਆ ਉਹ ਸ਼ਰਾਬ ਪੀ ਕੇ 2-2 3-3 ਮਹੀਨੇ ਕੰਮ ਤੇ ਨਹੀਂ ਜਾਂਦੇ ਹੈਗੇ। ਸਰ ਇੱਕ ਜ਼ਿਆਦਾ ਹੋ ਰਿਹਾ, ਸਰ ਇਹ ਜ਼ਿਆਦਾ ਹੋ ਰਿਹਾ ਜੀ। ਮੈਂ ਸਰ ਬੋਲਾਂਗੀ ਤੇ ਫਿਰ ਤੁਸੀਂ ਮੈਨੂੰ ਕਹਿਣਾ ਸਟਾਪ। ਬਾਸੀ ਸਾਹਿਬ, ਕੁੜੀ ਦਾ ਪਿਓ ਹਮੇਸ਼ਾ ਹੀ ਗਰੀਬ ਕਹਾਉਂਦਾ ਵਾ, ਸਾਡੇ ਹੀ ਭੈਣਾਂ ਹੈਗੀਆਂ ਵਾ, ਉਹਨਾਂ ਨੇ ਵੀ ਗਰੀਬ ਹੀ ਕਹਿਣਾ ਵਾ। ਐਨੀਵੇ ਕੰਮ ਕਰਕੇ ਸਾਰਾ ਕੁਝ। ਮਨਵੀਰ ਗੋ ਹੈਡ। ਤੁਸੀਂ ਤੁਹਾਡੀ ਐਲੀਗੇਸ਼ਨ ਆਪਣੇ ਫਸਟ ਆਫ ਆਲ ਅਮਨ, ਮੈਂ ਕਿਸੇ ਹੱਦ ਤੱਕ ਫਰੀडम ਸਪੀਚ ਦੇ ਵਿੱਚ ਤੁਹਾਨੂੰ ਫਰੀडम ਦੇ ਸਕਦਾ ਗੱਲ ਕਰਨ ਦੀ। ਜੋ ਐਲੀਗੇਸ਼ਨ ਜਿਹੜੇ ਲਾਏ ਗਏ ਨੇ ਕਿ ਇਹਦਾ ਡੈਡੀ 2 ਦਿਨ ਸ਼ਰਾਬ ਪੀ ਕੇ ਪਿਆ ਰਹਿੰਦਾ, ਦੈਟਸ ਨਾਟ ਐਕਸੈਪਟੇਬਲ ਬੇਟਾ। ਠੀਕ ਹੈ ਜੀ। ਸਰ ਤੁਸੀਂ ਮੈਨੂੰ ਕੀ ਸੁਣੇ ਇਸ ਜਵਾਬ ਦੇ ਦਿਓ। ਇਹਦੀ ਮੌਮ ਦਾ ਜੀ ਆਪਸ ਵਿੱਚ ਹੁਣ ਤੱਕ ਨਹੀਂ ਬਣਦਾ, ਹਜੇ ਵੀ ਇਹਦਾ ਡੈਡ ਤੇ ਸ਼ੱਕ ਕਰਦਾ ਦੀ ਮੌਮ, ਕਿਉਂਕਿ ਇਹਦੀ ਮੌਮ ਰੋਂਗ ਆ। ਉਹਦਾ ਪਹਿਲਾਂ ਵਿਆਹ ਹੋਇਆ ਸੀਗਾ, ਉਹਨੇ ਬੰਦਾ ਰੱਖਿਆ ਸੀਗਾ, ਹਜੇ ਤੱਕ ਇਹਦੇ ਆਪਸ ਚ ਬਣਦੀ ਨਹੀਂ। ਰੈਂਡਮ ਕਾਲ ਦੇ ਵਿੱਚ ਬੰਦੇ ਉੱਠ ਕੇ ਕਹਿ ਰਹੇ ਆ ਵੀ ਇਹਨਾਂ ਦੇ ਪਰਿਵਾਰ 'ਚ ਆਏ ਆ, ਇਹਨਾਂ ਦੇ ਪਰਿਵਾਰ 'ਚ ਆਏ ਆ, ਕੋਈ ਜਾਣਦਾ ਵੀ ਨਹੀਂਗਾ ਤੇ ਆਪਾਂ ਫੇਰ ਵੀ ਐਲੀਗੇਸ਼ਨ ਲਾ ਰਹੇ ਆ ਕਿਸੇ ਤੇ। ਇਹਦਾ ਬੰਦੇ ਨੇ ਜੀ ਠਰਕ ਭੋਰੀ ਆ, ਇੱਧਰ ਹੀ ਭੋਰੀ ਆ, ਉੱਧਰ ਹੀ ਭੋਰੀ ਜਾਂਦਾ, ਹੁਣ ਇਹਨੂੰ ਕੋਈ ਜਵਾਨ ਨਹੀਂ ਲੱਭਦੀ ਪਈ ਤੇ ਬਾਅਦ ਜੀ ਹੁਣ ਇੱਧਰ ਉੱਧਰ ਜੇ ਮਾਰੀ ਜਾਂਦਾ। ਅੱਛਾ ਇੱਕ ਮਿੰਟ, ਮਨਵੀਰ ਕੀ ਕਹਿਣਾ ਚਾਹੁੰਦੇ ਹੋ? ਮਨਵੀਰ ਯੂ ਵਾਂਟ ਸੇ ਸਮਥਿੰਗ? ਯਾ ਗੋ ਹੈਡ, ਆਈ ਕੈਨ ਗਿਵ ਯੂ ਟਾਈਮ। ਮੈਂ ਕਹਿਣਾ ਚਾਹੁੰਦੀ ਕਿ ਮੇਰੇ ਡੈਡ ਤੇ ਬਹੁਤ ਘਟੀਆ ਇਲਜ਼ਾਮ ਲਾਇਆ। ਠੀਕ ਹੈ, ਇੱਕ ਵੀਰ ਜੀ ਬਹੁਤ ਸੋਹਣੀ ਗੱਲ ਕਹਿ ਕੇ ਗਿਆ ਕਿ ਉਹਨੇ ਉਹ ਗਰੀਬ ਕਿੱਥੋਂ ਹੋਇਆ ਜਿਹਨੇ ਆਪਣੇ 2 ਧੀਆਂ ਗਈਆਂ। ਹੁਣ ਤੱਕ ਮੇਰੇ ਘਰ 'ਚ ਸਿਰਫ ਮੇਰੇ ਫਾਦਰ ਸਾਹਿਬ, ਮੇਰਾ ਬ੍ਰਦਰ, ਜਦੋਂ ਮੇਰੇ ਫਾਦਰ ਸਾਹਿਬ ਕੰਮ ਕਰ ਰਹੇ, ਮੇਰਾ ਬ੍ਰਦਰ ਕੰਮ ਸਿੱਖ ਰਿਹਾ ਸੀਗਾ ਹਨਾ। ਹੁਣ ਤੱਕ ਜਦੋਂ ਮੈਨੂੰ ਇਹਨਾਂ ਨੇ ਵਿਆਹ ਕਰਕੇ ਮੈਨੂੰ ਪੇਕੇ ਘਰ ਛੱਡਤਾ, ਖਰਚਾ ਕੌਣ ਚੱਕ ਰਿਹਾ ਸੀ? ਮੇਰੇ ਫਾਦਰ ਚੱਕ ਰਹੇ ਸੀ। ਜੇ ਸਰ ਮੈਨੂੰ ਖਰਚਾ ਪਾਉਂਦਾ ਸੀ, ਮੈਂ ਹਰ ਇੱਕ ਚੀਜ਼ ਦਾ ਹਿਸਾਬ ਦਿੱਤਾ ਆ, ਹਰ ਇੱਕ ਚੀਜ਼ ਦਾ ਮੈਨੂੰ ਪ੍ਰੂਫ ਪਿਆ ਆ। ਮੈਨੂੰ ਹਰ ਇੱਕ ਚੀਜ਼ ਕੱਲੀ ਇੱਥੇ ਤੱਕ 10 ਰੁਪਏ ਦੀ ਚੀਜ਼ ਮੈਂ ਲਿਖ ਕੇ ਦਿੱਤੀ ਆ ਵੀ ਮੈਂ ਆਹ ਖਰਚਾ ਇੱਥੇ ਕੀਤਾ, ਮੈਨੂੰ ਮੇਰੇ ਤੋਂ ਹਿਸਾਬ ਮੰਗਿਆ ਸੀ। ਸਰ ਮੇਰੇ ਬਹੁਤ ਮੇਰੇ ਫਾਦਰ ਸਾਹਿਬ ਬਾਰੇ ਗਲਤ ਕਹਿ ਰਿਹਾ ਹੈ, ਮੈਂ ਇਹਦੀ ਮੌਮ ਡੈਡ ਬਾਰੇ ਗਲਤ ਗੱਲ ਕੀਤੀ। ਰਸਤੇ ਵਿੱਚ ਉਹ ਕੁੱਟ ਦਿੰਦਾ ਆਪਣੀ ਵਾਈਫ ਨੂੰ, ਇਹਦਾ ਡੈਡੀ, ਇਹਦੀ ਮੰਮੀ ਨੂੰ, ਕਿ ਤੂੰ ਕਿਸੇ ਮੁੰਡੇ ਬਾਰੇ ਕਿਉਂ, ਮੁੰਡੇ ਤੈਨੂੰ 15 ਸਾਲ ਦਾ ਮੁੰਡਾ ਕਿਉਂ ਦੇਖ ਰਿਹਾ ਹੈ। ਇਹਨਾਂ ਦੀ ਆਪਸ ਤੋਂ ਇਹਦੀ ਮੌਮ ਡੈਡ ਦੀ ਬਣਦੀ ਨਹੀਂ, ਇੰਨੀ ਜ਼ਿਆਦਾ ਮਤਲਬ ਫੈਮਿਲੀ ਦਾ ਸਿਸਟਮ ਇਹਦਾ ਚੱਲਦਾ ਆ ਕਿ ਮੈਂ ਹੈਰਾਨ ਆ ਕਿ ਇਹੋ ਜਿਹੀ ਕੰਟਰੀ 'ਚ ਰਹਿ ਕੇ ਵੀ ਮੈਂ ਹੈਰਾਨ ਆ ਕਿ ਜੀ ਇੰਨੀ ਸੋਹਣੀ ਕੰਟਰੀ, ਇਹਨਾਂ ਪੜ੍ਹੇ ਲਿਖੇ ਲੋਕ ਰਹਿੰਦੇ ਆ, ਬਟ ਇਹਨਾਂ 'ਚ ਇੰਨਾ ਗੰਦਾ ਸਿਸਟਮ। ਹਰ ਇੱਕ ਨੇ ਵਿਆਹ 2 ਕਰਵਾਏ ਹੋਏ ਆ, 2 ਵਿਆਹ ਕਰਵਾਏ ਹੋਏ ਆ, ਫਿਰ ਜਦੋਂ ਫੜਿਆ ਗਿਆ ਵੀ ਹਾਂ ਦੂਜਾ ਵਿਆਹ ਹੋ ਗਿਆ, ਸਾਰੇ ਮੁੱਕਰ ਗਏ, ਵਿਆਹ ਨਹੀਂ ਹੋਇਆ ਹੈਗਾ। I think we should stop this matter. I don't know ਜੀ ਕਿ ਹਾਂਜੀ ਮੇਰੇ ਵਿਆਹ ਦੇ ਸਾਹਮਣੇ ਕੁੱਟਿਆ ਗਿਆ ਇਹਦੀ ਮੰਮੀ ਨੂੰ, ਇਹਦੇ ਡੈਡ ਨੇ। ਜਾਣਾ ਸੀਗਾ ਜੀ। ਜੀ ਦੇਖੋ ਬਸ ਸਾਹਿਬ, ਇਹਦੇ ਵਿੱਚ ਇੱਕ ਗੱਲ ਅਮਨਦੀਪ ਜੀ ਨੇ ਵੀ ਸਾਫ਼ ਕਰ ਦਿੱਤੀ ਆ, ਉਹ ਬੇਕਸੂਰ ਲੱਗ ਰਹੇ ਨੇ ਬਿਲਕੁਲ, ਕਿਉਂਕਿ ਕਹਿੰਦੇ ਸਾਡਾ ਕੋਈ ਹੋਰ ਰੌਲਾ ਨਹੀਂ। ਰੌਲਾ ਸਿਰਫ ਇਹ ਸੀ ਅਮਨ ਜੀ ਕਿ ਤੁਹਾਨੂੰ ਇਹ ਜਿਹੜੇ ਭੈਣ ਜੀ ਸਾਡੇ ਮਨਵੀਰ ਜੀ, ਉਹ ਕਹਿੰਦੇ ਸੀ ਮੈਂ ਸੁਸਾਈਡ ਕਰ ਲੈਣਾ, ਸਿਰਫ ਸੁਸਾਈਡ ਦੀ ਧਮਕੀ ਦਿੰਦੇ ਸੀ। ਸੁਸਾਈਡ ਦੀ ਬਾਅਦ ਵਿੱਚ ਇਹਨਾਂ ਦਾ ਲਾਲਚ, ਜਦੋਂ ਪੈਸੇ ਮੈਂ ਭੇਜਦਾ ਰਿਹਾ ਫਿਰ ਲਾਲਚ ਵੱਧ ਗਿਆ, ਉਹਦੀ ਕਰਕੇ। ਨਹੀਂ ਦੇਖੋ ਲਾਲਚ ਜਿਹੜਾ ਕੈਨੇਡਾ ਆਉਂਦਾ ਤਾਂ ਭਾਈ ਹੁਣ ਜਦੋਂ ਵਿਆਹ ਕਰਾਇਆ ਉਹਨੇ ਭੈਣ ਨੇ ਵਿਚਾਰੀ ਨੇ ਕੈਨੇਡਾ ਤਾਂ ਆਉਣਾ, ਉਹਦੇ ਘਰਦਿਆਂ ਨੇ ਵੀ ਕਹਿਣਾ। ਜਿਹੜੀ ਗੱਲ ਸੀਗੀ ਉਹ ਬਹੁਤ ਛੋਟੀ ਸੀ ਕਿ ਉਹ ਜੇ ਤੁਹਾਨੂੰ ਕਹਿੰਦੇ ਸੁਸਾਈਡ, ਉਹ ਤੁਹਾਡਾ ਰਿਲੇਸ਼ਨ ਕਿੰਨਾ ਟਾਈਮ ਪੁਰਾਣਾ ਸੀਗਾ ਜੀ? ਹਾਂਜੀ, ਤੁਹਾਡਾ ਰਿਲੇਸ਼ਨ ਕਦੋਂ ਤੋਂ ਚੱਲਦਾ ਆ ਰਿਹਾ ਜੀ? 1-2 ਸਾਲ ਤੋਂ ਜੀ।
ਐਸੀ ਚਲੋ ਮੇਰੇ ਕਹਿੰਦਾ ਭਾਵ ਹੈ ਕਿ 1-2 ਸਾਲ ਤੋਂ ਤੁਹਾਡਾ ਰਿਲੇਸ਼ਨ ਜੀ ਚੱਲਦਾ ਰਿਹਾ ਜੇ 1-2 ਸਾਲ ਤੋਂ ਰਿਲੇਸ਼ਨ ਤੁਹਾਡਾ ਚੱਲਦਾ ਰਿਹਾ, ਤੁਸੀਂ ਇੱਕ ਦੂਜੇ ਨੂੰ ਇੰਨਾ ਵੀ ਨਹੀਂ ਸਮਝੇ ਯਾਰ। ਇੱਕ ਵਾਰੀ ਬੰਦਾ ਕਹਿ ਦਿੰਦਾ ਯਾਰ ਮੈਂ ਮਰ ਜਾਣਾ, ਉਹ ਤਾਂ ਵੈਸੇ ਹੀ ਪਿਆਰ 'ਚ ਕਹਿ ਦਿੰਦੇ ਆ ਲੋਕ ਕਿ ਮੈਂ ਤਾਂ ਤੇਰੇ ਬਿਨਾ ਮਰ ਜਾਣਾ, ਇਹਦਾ ਮਤਲਬ ਤਾਂ ਛੱਡ ਕੇ ਭੱਜੋ। ਇੰਨੇ ਕਾਹਤੋਂ ਪਿਆਰ ਦੇ ਵਿੱਚ ਆਪਾਂ ਚੋਰ ਬਣ ਗਏ। ਚਲੋ 1-2 ਸਾਲ ਤੋਂ ਤੁਹਾਡਾ ਰਿਲੇਸ਼ਨ ਇਹਨਾਂ ਨਾਲ ਚੱਲ ਰਿਹਾ ਸੀ, ਜਿਹੜੇ ਤੁਹਾਡੇ ਹੋਣ ਵਾਲੇ ਵਾਈਫ ਨੇ ਉਹਦੇ ਨਾਲ ਤੁਹਾਡਾ, ਉਹਨਾਂ ਨਾਲ ਤੁਹਾਡਾ ਕਦੋਂ ਤੋਂ ਰਿਲੇਸ਼ਨ ਚੱਲ ਰਿਹਾ? ਕਿਉਂਕਿ ਤੁਹਾਡੀ ਮੈਰਿਜ ਜਦੋਂ ਮਨਵੀਰ ਨਾਲ ਹੋਣ ਲੱਗੀ ਸੀ, ਉਹ ਸਾਨੂੰ ਇਹਨਾਂ ਨੇ ਰਿਕਾਰਡਿੰਗ ਵੀ ਭੇਜੀ ਆ, ਤੁਹਾਡੀ ਹੋਣ ਵਾਲੀ ਵਾਈਫ ਨੇ ਮਨਵੀਰ ਨੂੰ ਵਿਆਹ ਤੋਂ 5 ਦਿਨ ਪਹਿਲਾਂ ਕਾਲ ਕੀਤੀ ਕਿ ਮੈਂ ਇਹ ਬੰਦੇ ਦੀ ਵਾਈਫ ਹੈ। ਜਾਣੀ ਕਿ ਤੁਹਾਡਾ ਉਹਦੇ ਨਾਲ ਵੀ ਰਿਲੇਸ਼ਨ ਪਹਿਲਾਂ ਚੱਲ ਰਿਹਾ ਸੀ। ਹੋਇਆ ਮੇਰੇ ਵੀਰ, ਤੂੰ ਮੰਨੇ ਨਾ ਮੰਨੇ, ਬਹੁਤ ਸਾਰੇ ਕਾਲਰ ਵੀ ਕਹਿ ਰਹੇ ਨੇ ਜਦੋਂ ਤੁਸੀਂ ਪਹਿਲਾਂ ਟ੍ਰਿਕ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਵਾਲੀ ਲੜਕੀ ਨਾਲ ਕਿ ਪੰਜਾਬ ਜਾ ਕੇ ਵਿਆਹ ਕਰਾਈਏ, ਇਹਨੂੰ ਕੀ ਪਤਾ ਲੱਗਦਾ। ਜਦੋਂ ਤੁਸੀਂ ਪੰਜਾਬ ਤੋਂ ਮੁੜਨ ਲੱਗੇ, ਉਹਨੇ ਓਬਵੀਅਸ ਜਦੋਂ ਉਹ ਅਪਰੋਚ ਮਨਵੀਰ ਨੂੰ ਕਰ ਸਕਦੇ ਆ, ਉਹਨੇ ਤੁਹਾਨੂੰ ਇੱਥੇ ਵੀ ਕਿਹਾ ਹੋਣਾ ਕਿ ਮੈਂ ਭਾਈ ਤੇਰੇ ਤੇ ਕੇਸ ਕਰੂੰਗੀ, ਤੂੰ ਮੈਨੂੰ ਯੂਜ਼ ਕਰਦਾ ਰਿਹਾ, ਤੂੰ ਮੈਨੂੰ ਰਿਲੇਸ਼ਨ 'ਚ ਰੱਖਿਆ, ਹੁਣ ਤੂੰ ਵਿਆਹ ਕਿਸੇ ਹੋਰ ਨਾਲ ਕਰਾ ਲਿਆ। ਤੁਸੀਂ ਕੈਨੇਡਾ ਦੀ ਕੋਰਟ ਤੋਂ ਡਰਦਿਆਂ ਨੇ ਫਿਰ ਫੈਸਲਾ ਲਿਆ ਕਿ ਪੰਜਾਬ ਵਾਲੀ ਕੁੜੀ ਕੀ ਕਰ ਲੂ। ਅੱਜ ਵੀ ਤੁਸੀਂ ਉਹਦਾ ਪੈਸਿਆਂ 'ਚ ਹੀ ਮੁੱਲ ਪਾ ਰਹੇ ਹੋ ਉਸ ਬਗਾਨੀ ਧੀ ਦਾ, ਜਦ ਕਿ ਤੁਸੀਂ ਇੱਥੋਂ ਕਾਨੂੰਨ ਤੋਂ ਡਰਦਿਆਂ ਨੇ ਇੱਥੋਂ ਵਾਲਾ ਫੈਸਲਾ ਲੈਣਾ ਜ਼ਰੂਰੀ ਸਮਝਿਆ। ਸਾਨੂੰ ਇਹ ਲੱਗ ਰਿਹਾ, ਬਾਕੀ ਤੁਸੀਂ ਦੱਸ ਦਿਓ ਇਹ 'ਚ ਕਿੰਨੀ ਕੁ ਸੱਚਾਈ ਹੈ ਜੀ? ਨਹੀਂ ਜੀ, ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। I just taking 2 more calls then we find up. ਹਾਂਜੀ ਮੈਂ ਹੁਣ ਜੀ ਜਾਣਾ ਕੰਮ ਤੇ ਫਿਰ ਮੈਂ ਹਾਂਜੀ just 2 calls 2 minutes ਵਿੱਚ wind up ਕਰ ਰਹੇ ਹਾਂ। just proceed 2 calls please. ਹਾਂਜੀ caller go ahead. ਬਸ ਸਾਹਿਬ, ਪਹਿਲਾਂ ਤਾਂ ਮੈਂ ਇਹਨਾਂ ਨੂੰ ਕਹਾਂਗਾ ਕਿ ਲਾਈਕ ਇੱਕ ਦੂਜੇ ਦੀ ਫੈਮਿਲੀ ਤੇ ਚਿੱਕੜ ਨਾ ਸੁੱਟੋ। ਜਦੋਂ ਕੋਈ ਵੀ ਡਿਵੋਰਸ ਹੁੰਦਾ ਉਹਦੇ ਵਿੱਚ ਫੈਮਿਲੀ ਡਿਫਰੈਂਸਿਸ ਤਾਂ ਹੁੰਦੇ ਹੀ ਨੇ, ਉਹ ਦੇਖਦੇ ਹੀ ਪਏ ਨੇ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਕਾਲਰ ਸਪੀਕ ਅਪ ਲਿਟਲ, ਉੱਚੀ ਬੋਲੋ ਪਲੀਜ਼। ਹਾਂਜੀ ਜਿਹੜਾ ਅਮਨ ਮੇਰਾ ਵੀਰ ਆ ਉਹ ਗੁੱਸਾ ਨਾ ਕਰੇ, ਪਰ ਇਹਨੇ 2 ਬੇੜੀਆਂ ਦੇ ਵਿੱਚ ਪੈਰ ਧਰੇ ਹੋਏ ਸੀਗੇ। ਇਹਨੇ ਇਸ ਕੁੜੀ ਦੀ, ਮਨਵੀਰ ਦੀ ਲਾਈਫ ਖਰਾਬ ਕੀਤੀ ਹੈਗੀ ਹੈ। ਮੈਂ ਚਾਹੁੰਦਾ ਕਿ ਇਹ ਰੇਡੀਓ ਤੇ ਅੱਜ ਇਹਨੂੰ ਸੌਰੀ ਕਹਿ ਕੇ ਇੱਕ ਮਾਫੀ ਮੰਗ ਕੇ ਜਾਵੇ। ਬਾਕੀ ਜੋ ਫਾਈਨੈਂਸ਼ੀਅਲ ਦੀ ਜੋ ਥੈਂਕ ਯੂ ਸੋ ਮਚ, ਥੈਂਕਸ ਉਹ ਤਾਂ ਕਰੇਗਾ। ਥੈਂਕ ਯੂ। ਅਗਲੀ ਕਾਲਰ ਗੋ ਅहेड ਪਲੀਜ਼। ਹੈਲੋ ਕਾਲਰ, ਤੁਸੀਂ ਲਾਈਨ ਤੇ ਹੋ? 780 ਨੰਬਰ 6000 ਬੁੱਲ ਲਾਈਨ ਤੇ ਹੋ। ਐਨੀਵੇ ਅੱਛਾ, ਅੰਤ ਦੇ ਵਿੱਚ ਅਮਨਦੀਪ ਇੱਕ ਬੜਾ ਅੱਛਾ ਆ ਜ਼ਿੰਦਗੀ ਦੇ ਵਿੱਚ ਜੋ ਹੋਣਾ ਸੀ ਹੋ ਚੁੱਕਾ। ਅਸੀਂ ਵਟ ਇਜ਼ ਡਨ ਕੈਨਟ ਬੀ ਅਨਡਨ, ਇੰਗਲਿਸ਼ ਵਿੱਚ ਕਹਿੰਦੇ ਨੇ ਵਟ ਇਜ਼ ਡਨ ਕੈਨਟ ਬੀ ਅਨਡਨ। ਸੋ ਜੋ ਕੁਝ ਹੋ ਗਿਆ ਉਸ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ। ਮੈਂ ਨਾ ਤੁਸੀਂ ਨਾ ਕੋਈ ਦੁਨੀਆ ਦੀ ਕੋਈ ਵੀ ਐਸੀ ਕੋਈ ਕ੍ਰਿਸਮਾ ਜਾਂ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਜਿਹੜਾ ਕਿ ਇਹਨੂੰ ਚੇਂਜ ਕਰ ਸਕਦਾ ਹੈ। ਇੱਕ ਸਿਰਫ ਜਿਹੜਾ ਇਨਸਾਫ ਦਿੱਤਾ ਜਾ ਸਕਦਾ ਹੈ। ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਲੈਣ ਦੇਣ ਜਿਹੜਾ ਤੁਹਾਡਾ ਆਪਸ ਵਿੱਚ ਕੀ ਹੋਣਾ, ਤੁਸੀਂ ਕਿਹਾ ਸੀ 5 ਦਿਨ ਦੇ ਵਿੱਚ ਸਾਡਾ ਸੈਟਲਮੈਂਟ ਹੋ ਰਿਹਾ, ਇਟਸ ਟਰੂ? ਹਾਂਜੀ, ਪਰ ਗੱਲ ਇਹ ਹੈ ਵੀ ਇਹ ਮੰਨਦੇ ਨਹੀਂ ਕਿਸੇ ਪਾਸੇ। ਫਿਰ ਠੀਕ ਹੈ, ਆਈ ਅੰਡਰਸਟੈਂਡ, ਡਿਫਰੈਂਟ ਇਸ਼ੂ ਹੈ। ਜੋ ਸਾਡਾ ਸੀਗਾ ਉਸ ਸਟੂਡੀਓ ਕਵਰ ਕੀਤਾ। ਅੱਜ ਦੀ ਇਸ ਕਚਹਿਰੀ ਦੇ ਵਿੱਚ, ਅੱਜ ਦੀ ਇਸ ਅਦਾਲਤ ਦੇ ਵਿੱਚ, ਅੱਜ ਬਾਸੀ ਦੀ ਅਦਾਲਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਫਰੀडम ਸਪੀਚ ਸ਼ੋ ਦੇ ਵਿੱਚ ਤੁਸੀਂ ਮੰਨਣ ਨੂੰ ਤਿਆਰ ਹੋ ਕਿ ਤੁਹਾਡੇ ਤੋਂ ਇਹ ਗਲਤੀ ਹੋਈ ਹੈ? ਤੁਸੀਂ ਕਮਿਊਨਿਟੀ ਨੂੰ ਕਹਿਣ ਨੂੰ ਤਿਆਰ ਹੋ ਦੁਨੀਆ ਵਿੱਚ ਕਿ ਮੈਂ ਇਹ ਗਲਤੀ ਕੀਤੀ ਹੈ? ਹਾਂਜੀ, ਮੈਂ ਕਹਿੰਦਾ ਜੀ ਗਲਤੀ ਹੋਈ ਆ, ਪਰ ਉਹਦਾ ਕੋਈ ਸੋਲੂਸ਼ਨ ਹੁੰਦਾ, ਹੱਲ ਹੁੰਦਾ, ਪਰ ਇਹ ਥੋੜੀ ਗੱਲ ਨਹੀਂ। ਗਲਤੀ ਤੋਂ ਬਾਅਦ ਸੋਲੂਸ਼ਨ ਦਾ ਵੱਖਰੀ ਗੱਲ ਹੈ, ਪਰ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਜਸਟ ਆਪਾਂ ਵਾਈਂਡ ਅਪ ਕਰੀਏ। ਤੁਸੀਂ ਮਨਵੀਰ ਤੋਂ ਕੀ ਕਹਿਣ ਨੂੰ ਬਿਨਾਂ ਕਿਸੇ ਪ੍ਰੈਸ਼ਰ ਤਿਆਰ ਹੋ ਕਿ ਮਨਵੀਰ ਮੇਰੇ ਤੋਂ ਜ਼ਿੰਦਗੀ 'ਚ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ? ਕੈਨ ਯੂ ਸੇ ਦੈਟ ਔਰ ਨਾਟ? ਤੁਹਾਡੀ ਪ੍ਰੋਬਲਮ ਸੋਲਵ ਹੋ ਜਾਵੇਗੀ। ਆਈ ਥਿੰਕ ਬੈਟਰ ਯੂ ਸੇ ਦੈਟ। ਟੇਕ ਮਾਈ ਐਡਵਾਈਸ। ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਬ੍ਰੌਡਕਾਸਟਿੰਗ ਦਾ, ਟੈਲੀਕਾਸਟਿੰਗ ਦਾ। ਜੇ ਤੁਸੀਂ ਪ੍ਰੋਬਲਮ ਸੋਲਵ ਕਰਨਾ ਤਾਂ ਮੇਰੇ ਖਿਆਲ ਕਿ ਤੁਸੀਂ ਜੇ ਕਹਿ ਵੀ ਦੇਵੋ ਤਾਂ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਸੁਣ ਚੁੱਕੇ ਹੋ, ਪਬਲਿਕ ਓਪੀਨੀਅਨ ਅਸੀਂ ਲੈ ਚੁੱਕੇ ਆ। ਅਮਨਦੀਪ ਜੱਖੂ ਸਾਹਿਬ, ਤੁਹਾਡੇ ਕਹਿਣ ਤੇ ਤੁਹਾਡੀ ਤਸਵੀਰ ਨੂੰ ਅਸੀਂ ਹੋਲਡ ਕੀਤਾ ਹੋਇਆ, ਬਟ ਮੇਰੇ ਕੋਲ ਪੂਰੇ ਰਾਈਟਸ ਮੈਂ ਤੁਹਾਡੀ ਫੋਟੋ ਦਿਖਾ ਸਕਦਾ ਐਨੀ ਮਿੰਟ। ਸੋ ਮੈਂ ਚਾਹਾਂਗਾ ਕਿ ਤੁਸੀਂ ਰਾਈਟ ਵੇ ਮਨਵੀਰ ਜੀ ਨੂੰ ਕਹੋ ਕਿ ਮਨਵੀਰ ਜੀ ਜ਼ਿੰਦਗੀ ਵਿੱਚ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ, ਮੈਨੂੰ ਮਾਫ ਕਰ ਦਿਓ। ਬਾਕੀ ਦਾ ਸੈਟਲਮੈਂਟ ਤੁਹਾਡੇ ਬਾਅਦ ਵਿੱਚ ਹੁੰਦਾ ਰਹੇ ਜਾਂ ਨਾ ਹੁੰਦਾ ਰਹੇ, ਵੱਖਰੀ ਗੱਲ ਹੈ। ਕੈਨ ਯੂ ਸੇ ਯੈਸ ਔਰ ਨੋ? ਓਕੇ ਜੀ, ਮੇਰੇ ਤੋਂ ਗਲਤੀ ਹੋਈ, ਮੈਨੂੰ ਮਾਫ ਕਰ ਦਿਓ। ਬਾਅਦ ਦੇ ਵਿੱਚ ਨਹੀਂ, ਉਹਨਾਂ ਨੂੰ ਕਹੋ ਮਨਵੀਰ, ਤੁਸੀਂ ਮਨਵੀਰ ਜੀ ਨੂੰ ਸੰਬੋਧਨ ਕਰੋ ਕਿ ਮਨਵੀਰ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫ ਕਰ ਦਿਓ। ਕੈਨ ਯੂ ਸੇ ਦੈਟ? ਨਾ ਲੈ ਕੇ ਮੇਰੇ ਤੋਂ ਗਲਤੀ ਹੋ ਗਈ ਜੀ, ਮੈਨੂੰ ਮਾਫ ਕਰ ਦਿਓ। ਨਹੀਂ, ਉਹਨਾਂ ਨਾਲ ਲਓ ਮਨਵੀਰ ਜੀ ਦਾ। ਮਨਵੀਰ ਜੀ ਮੇਰੇ ਤੋਂ ਗਲਤੀ ਹੋਈ, ਮੈਨੂੰ ਮਾਫ ਕਰ ਦਿਓ। Fine. We have to finish up. Manveer, so you have to take step. Okay, ਅਸੀਂ ਅੱਗੇ ਲੈ ਰਹੇ ਹਾਂ। Manveer, I have to take my position back. ਹਾਂਜੀ, ਧੰਨਵਾਦ ਜੀ। ਕੁਝ ਕਹਿਣਾ ਚਾਹੁੰਦੇ ਸਰ? ਥੈਂਕ ਯੂ ਸਰ ਜੀ।
ਕੁਝ ਕਹਿਣਾ ਜੀ ਚਾਹੁੰਦੇ ਬਿਲਕੁਲ ਜੀ, ਮੈਂ ਕੁਝ ਕਹਿਣਾ ਚਾਹਣਾਗਾ ਇਹਨਾਂ ਦੀ ਸਟੋਰੀ ਤੋਂ। ਮੈਂ ਡਿਫਰੈਂਟ ਕਹਿਣਾ ਚਾਹਣਾ ਥੋੜਾ ਜਿਹਾ। ਜਿਸ ਤਰ੍ਹਾਂ ਅਮਨ ਜੀ ਨੂੰ ਪੁੱਛਿਆ ਕਿ ਤੁਹਾਡਾ ਰਿਲੇਸ਼ਨ ਸੀ ਜਿਹੜਾ ਉਹ ਕਿੰਨਾ ਟਾਈਮ ਪੁਰਾਣਾ ਸੀਗਾ, ਇਹਨਾਂ ਨੇ ਕਿਹਾ 1-2 ਸਾਲ ਪੁਰਾਣਾ ਸੀ। ਜੇ 2 ਸਾਲ ਪੁਰਾਣਾ ਵੀ ਕਰੀਏ ਜੀ, ਕਰੀਬ 800 ਦਿਨ ਹੋ ਜਾਂਦਾ ਜੀ। ਤੇ ਜੇ ਕੋਈ ਆਸ਼ਕਾਂ ਦੀ ਗੱਲ ਕਰੀਏ ਤਾਂ ਜਦੋਂ ਬੰਦਾ ਕਹਿੰਦਾ ਨਾ ਆਈ ਲਵ ਯੂ, ਤਾਂ ਉਹ ਸਿਰਫ 2 ਸੈਕਿੰਡ ਦੇ ਵਿੱਚ ਕਹਿ ਹੋ ਜਾਂਦਾ ਜੀ। ਉਹ 2 ਸੈਕਿੰਡ ਦੇ ਵਿੱਚ ਤੁਹਾਡਾ ਕਿਹਾ ਆਈ ਲਵ ਯੂ ਗਾਂ ਵਾਲੇ ਨੂੰ ਕਿੰਨੇ ਸੁਪਨੇ ਦਿਖਾ ਜਾਂਦਾ ਉਹ ਤੁਹਾਨੂੰ ਪਤਾ ਵੀ ਨਹੀਂ ਹੁੰਦਾ। ਤੇ ਤੁਸੀਂ 800 ਦਿਨਾਂ ਦੇ ਵਿੱਚ ਕਿੰਨੇ ਸੈਕਿੰਡ ਆਏ ਤੇ ਕਿੰਨੇ ਤੁਸੀਂ ਉਹਨੂੰ ਸੁਪਨੇ ਦਿਖਾਏ। ਤੇ 2 ਸਾਲਾਂ ਵਿੱਚ ਬਾਅਦ ਜਦੋਂ ਤੁਸੀਂ ਇੱਕ ਸੌਰੀ ਕਹਿ ਦਿੰਦੇ ਹੋ ਨਾ, ਉਹਦਾ ਅੰਤ ਨਹੀਂ ਹੋ ਜਾਂਦਾ, ਉਹ ਗੱਲ ਤੇ ਮਿੱਟੀ ਨਹੀਂ ਪੈ ਜਾਂਦੀ। ਯਾਰ ਦਿਲਾਂ ਨਾਲ ਨਾ ਖੇਡੋ, ਇਹ ਰਿਸ਼ਤੇ ਨਹੀਂ ਮਿਲਦੇ, ਕਦਰ ਕਰੋ। ਬਹੁਤ ਘੱਟ ਕਿਸਮਤ ਵਾਲੇ ਮੁੰਡੇ ਹੁੰਦੇ ਜਿਨ੍ਹਾਂ ਨੂੰ ਇੰਨੀਆਂ ਵਧੀਆ ਕੁੜੀਆਂ ਪਿਆਰ ਕਰਨ ਵਾਲੀਆਂ ਮਿਲਦੀਆਂ, ਤੇ ਬਹੁਤ ਘੱਟ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਇਹੋ ਜਿਹੇ ਮੁੰਡੇ ਮਿਲਦੇ ਆ। ਸੋ ਕਿਸੇ ਨੂੰ ਇੰਨੇ ਸੁਪਨੇ ਦਿਖਾ ਕੇ ਐ ਨਾ ਤੋੜ ਦਿਓ ਜੀ। ਥੋੜਾ ਜਿਹਾ ਅਕਲ ਨੂੰ ਹੱਥ ਮਾਰੋ। ਆਪਾਂ ਸਾਰੇ ਹੀ ਧੀਆਂ ਭੈਣਾਂ ਵਾਲੇ ਆ। ਕੱਲ ਨੂੰ ਹੋ ਸਕਦਾ ਤੁਹਾਡੀ ਧੀ ਭੈਣ, ਤੁਸੀਂ ਅੱਜ ਜਿਹੜੀ ਵਿਆਹੀ ਵੀ ਆ, ਕੱਲ ਨੂੰ ਤੁਹਾਡੀ ਬੇਟੀ ਨਾਲ ਕੁਝ ਹੋ ਜੇ। ਸੋ ਥੋੜੀ ਜੀ ਕਦਰ ਕਰੋ, ਪਿਆਰ ਦੀ ਕਦਰ ਕਰੋ ਜੀ। ਦੁਨੀਆ ਦੇ ਵਿੱਚ ਹੋਰ ਕੁਝ ਵੀ ਨਹੀਂ, ਪੈਸਾ ਸਾਰਾ ਕੁਝ ਬਣਾਇਆ ਜਾ ਸਕਦਾ ਜੀ। ਮਿਹਰਬਾਨੀ। ਇਸੀ ਕਮੈਂਟ ਸਾਡੀ ਕਲੋਜ਼ਿੰਗ ਰਿਮਾਰਕਸ ਹੋਣ ਸੀ, ਔਰ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਜੋ ਕਰ ਸਕਦੇ ਹਾਂ, ਵੀ ਡੈਡ ਆਵਰ ਜੌਬ। ਮਿਸਟਰ ਸਿੱਧੂ, ਆਮ ਰਾਈਟ?